ਜੋਤੀ ਜੋਤ ਮਿਲਾਏ। ਕਾਇਆ ਗੜ੍ਹ ਸੋਹਿਆ ਰਾਮ, ਕਾਇਆ ਗੜ੍ਹ ਸੋਹਿਆ ਮੇਰੇ ਪ੍ਰਭ ਮੋਹਿਆ। ਕਿਉ ਸਾਸ ਗਿਰਾਸ ਵਿਸਾਰੀਐ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸਬਦੀ। ਹਉ ਸਤਿਗੁਰ ਕੈ ਬਲਿਹਾਰੀਐ, ਸਤਿਗੁਰ ਆਗੈ ਸੀਸ ਭੇਟ ਦਿਓ। ਜੇ ਸਤਿਗੁਰ ਸਾਚੇ ਭਾਵੈ, ਆਪੇ ਦਇਆ ਕਰੋ ਪ੍ਰਭ ਦਾਤੇ। ਨਾਨਕ ਅੰਕ ਸਮਾਵੈ, ਨਾਰਾਇਣ ਨਰਪਤ ਨਮਸਕਾਰ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ। ਵਾਰ ਸਲੋਕਾਂ ਨਾਲ। ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜੈ ਕੀ ਧੁਨੀ। ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਬਲਿਹਾਰੀ ਗੁਰ ਆਪਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ।
ਸਜੇ ਹੋ ਦੀਵਾਨਾ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ, ਜੋ ਹਰ ਰੋਜ਼ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਪਿਆਰ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੀ ਜੋ ਆਸਾ ਕੀ ਵਾਰ ਪਾਵਨ ਗੁਰਬਾਣੀ ਹੈ, ਜਿਸ ਦੀ ਅੱਜ ਵਿਚਾਰ ਅਸੀਂ ਸਰਵਣ ਕਰਨ ਜਾ ਰਹੇ ਹਾਂ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਮੀਰੀ ਪੀਰੀ ਦੇ ਮਾਲਕ ਦਾਤਾ ਸਤਿਗੁਰੂ ਜੀ, ਜਿਨ੍ਹਾਂ ਨੂੰ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਹੁਕਮ ਕੀਤਾ ਸੀ ਕਿ ਆਪ ਨੇ ਆਪਣੀ ਰਸਨਾ ਤੋਂ ਹੋਰ ਗੁਰਬਾਣੀ ਨਹੀਂ ਰਚਣੀ, ਹੋਰ ਗੁਰਬਾਣੀ ਆਪ ਨੇ ਉਚਾਰਨ ਨਹੀਂ ਕਰਨੀ। ਮੀਰੀ ਔਰ ਪੀਰੀ ਦੀਆਂ ਦੋ ਸ਼ਮਸ਼ੀਰਾਂ ਧਾਰਨ ਕਰਕੇ ਜ਼ੁਲਮ ਰਾਜ ਦਾ ਟਾਕਰਾ ਕਰਨਾ ਹੈ, ਜ਼ੁਲਮ ਨੂੰ ਮਿਟਾਉਣਾ ਹੈ। ਇਹ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਵਚਨ ਉਚਾਰਨ ਕੀਤੇ ਸਨ, ਔਰ ਜਿਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਹਜੂਰ ਦਾ ਦੀਵਾਨ ਸਜਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋਈ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਤਿਗੁਰੂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ ਹੈ। ਨਾਲ ਹੁਕਮ ਕੀਤਾ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਸਾਨੂੰ ਦੋ ਸ਼ਮਸ਼ੀਰਾਂ ਧਾਰਨ ਕਰਵਾਈਆਂ ਜਾਣ, ਇੱਕ ਮੇਰੀ ਔਰ ਦੂਜੀ ਪੀਰੀ ਦੀ। ਫਿਰ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਹੁਕਮ ਕੀਤਾ, ਐ ਸੰਗਤ ਜੀ, ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਸਾਡੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹੈ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਮਹਾਨ ਬਖਸ਼ਿਸ਼ਾਂ ਨੂੰ ਪਾਉਣਾ ਚਾਹੁੰਦਾ ਹੈ, ਉਹ ਚੰਗੀ ਚੰਗੀ ਜਾਤੀ ਦੇ ਸ਼ਸਤਰ, ਚੰਗੀ ਨਸਲ ਦੇ ਘੋੜੇ, ਫਿਰ ਜਵਾਨੀਆਂ ਗੁਰੂ ਘਰ ਦੇ ਵਿੱਚ ਲਿਆ ਕਰਕੇ ਭੇਟ ਕਰਨ। ਉਹਨਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਹੋਵੇਗੀ। ਔਰ ਸਤਿਗੁਰੂ ਜੀ ਨੇ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਣਾ, ਫਿਰ ਸੂਰਮਿਆਂ ਦਾ ਉਤਸ਼ਾਹ ਵਧਾਉਣ ਦੇ ਵਾਸਤੇ, ਸਾਧ ਸੰਗਤ ਜੀ ਨਸਾਂ ਵਿੱਚ ਜੰਮੇ ਹੋਏ ਖੂਨ ਨੂੰ ਚਲਾਉਣ ਦੇ ਵਾਸਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਢਾਡੀ ਵਾਰਾਂ ਵੀ ਸਰਵਣ ਕਰਨੀਆਂ, ਜਿੱਥੇ ਭਾਈ ਨੱਥਾ ਤੇ ਭਾਈ ਅਬਦੁੱਲਾ ਵੀਰ ਰਸੀ ਵਾਰਾਂ ਨੂੰ ਗਾ ਕੇ ਮਹਾਰਾਜ ਸਾਹਿਬ ਜੀ ਦੇ ਹਜੂਰ ਸੂਰਮਿਆਂ ਦਾ ਉਤਸ਼ਾਹ ਵਧਾਇਆ ਕਰਦੇ ਸਨ। ਵੀਰ ਰਸੀ ਵਾਰਾਂ ਗਾ ਕਰਕੇ ਜੋ ਪ੍ਰਾਤਨ ਸੂਰਬੀਰ ਯੋਧੇ ਹੋਏ ਹਨ, ਧਰਮੀ ਹੋਏ ਹਨ, ਜਿਨ੍ਹਾਂ ਨੇ ਧਰਮ ਦੀ ਮਰਜ਼ਾਦਾ ਵਿੱਚ ਰਹਿ ਕਰਕੇ ਦੁਸ਼ਮਣਾਂ ਦਾ ਟਾਕਰਾ ਕੀਤਾ, ਜ਼ੁਲਮ ਰਾਜ ਨੂੰ ਜੜੋਂ ਪੱਟਣ ਦੇ ਵਾਸਤੇ ਜੀਵਨ ਦੇ ਅੰਦਰ ਹਰ ਸਮੇਂ ਤਤਪਰ ਤਿਆਰ ਹੋ ਕਰਕੇ ਰਹੇ ਸਨ। ਤਿੰਨਾਂ ਧਰਮੀ ਤੇ ਸੂਰਬੀਰਾਂ ਦੀਆਂ ਯੋਧਿਆਂ ਦੀਆਂ ਵਾਰਾਂ ਭਾਈ ਨੱਥੇ ਤੇ ਭਾਈ ਅਬਦੁੱਲੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਹਜੂਰ ਗਾ ਕਰਕੇ ਸੁਣਾਈਆਂ ਸਨ। ਔਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ 2 ਮਹੀਨੇ ਸੂਰਬੀਰਾਂ ਯੋਧਿਆਂ ਦੀਆਂ ਵਾਰਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਹਜੂਰ ਗਾ ਕਰਕੇ ਸੁਣਾਈਆਂ, ਜਿਨ੍ਹਾਂ ਦੇ ਵਿੱਚੋਂ ਸਾਧ ਸੰਗਤ ਜੀ 9 ਧੁਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੜਾਈਆਂ ਸਨ। ਭਾਈ ਗੁਰਦਾਸ ਸਾਹਿਬ ਜੀ ਨੇ ਹੁਕਮ ਕਰਕੇ, ਕਿਉਂਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਗੁਰਬਾਣੀ ਜਦੋਂ ਲਿਖਾਈ ਹੈ, ਇਹ ਲਿਖਣ ਦੀ ਸੇਵਾ ਭਾਈ ਗੁਰਦਾਸ ਸਾਹਿਬ ਜੀ ਨੇ ਹੀ ਕੀਤੀ ਸੀ।
ਸਤਿਗੁਰੂ ਜੀ ਆਪ ਤਾਂ ਉਸ ਸਮੇਂ ਸੱਚਖੰਡ ਗਮਨ ਕਰ ਗਏ ਸਨ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਹੁਕਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਜੋ ਵੀਰ ਰਸੀ ਧਰਮੀ ਤੇ ਸੂਰਬੀਰ ਯੋਧਿਆਂ ਦੀਆਂ ਵਾਰਾਂ ਹਨ 9 ਧੁਨਾਂ ਉਹਨਾਂ ਦੇ ਵਿੱਚੋਂ ਗੁਰਬਾਣੀ ਵਿੱਚ ਚੜਾਈਆਂ ਜਾਣ। ਤੇ ਸਾਧ ਸੰਗਤ ਜੀ ਤਿੰਨਾਂ 9 ਧੁਨਾਂ ਦੇ ਵਿੱਚੋਂ ਇਹ ਜੋ ਆਸਾ ਕੀ ਵਾਰ ਹੈ ਨਾ, ਇਹ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜੂਰ ਨੇ ਹੁਕਮ ਕੀਤਾ ਸੀ ਔਰ ਗੁਰੂ ਘਰ ਦੀ ਸਾਧ ਸੰਗਤ ਜੀ ਮਰਜ਼ਾਦਾ ਵੀ ਸਤਿਗੁਰੂ ਜੀ ਨੇ ਕਾਇਮ ਕੀਤੀ ਹੈ ਕਿ ਇਹ ਜੋ ਆਸਾ ਕੀ ਵਾਰ ਪਵਿੱਤਰ ਗੁਰਬਾਣੀ ਹੈ, ਅੰਮ੍ਰਿਤ ਵੇਲੇ ਇਸ ਗੁਰਬਾਣੀ ਦਾ ਰਾਗੀ ਸਿੰਘ ਰਾਗਾਂ ਦੇ ਨਾਲ ਮਿਲ ਕਰਕੇ ਉਚਾਰਨ ਕਰਦੇ ਆ। ਉਹ ਵੀ ਭਾਵੇਂ ਪ੍ਰੀਤ ਰੂਪ ਰਸਨਾ ਦੇ ਨਾਲ ਇਸ ਗੁਰਬਾਣੀ ਦਾ ਜਾਪ ਕਰਨਾ, ਪਰ ਜੋ ਗੁਰੂ ਘਰ ਦੀ ਪ੍ਰਚਲਿਤ ਮਰਜ਼ਾਦਾ ਹੈ, ਇਹ ਸਤਿਗੁਰੂ ਜੀ ਦੀ ਤੋਰੀ ਹੋਈ ਜਿਹੜੀ ਗੁਰੂ ਘਰ ਦੀ ਰਵਾਇਤ ਹੈ, ਮਰਜ਼ਾਦਾ ਹੈ, ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ। ਕਿਉਂਕਿ ਪਹਿਲਾਂ ਕੇਵਲ ਪੌੜੀਆਂ ਦਾ ਹੀ ਸਾਧ ਸੰਗਤ ਜੀ ਕੀਰਤਨ ਹੋਇਆ ਕਰਦਾ ਸੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ। ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਹੈ ਤੇ ਉਸ ਸਮੇਂ ਸ਼ਲੋਕ ਅਤੇ ਮਹੱਲੇ ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਔਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਸਾਧ ਸੰਗਤ ਜੀ ਉਚਾਰਨ ਕੀਤੀ ਹੋਈ ਇਸ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਦਰਜ ਕੀਤੇ ਹਨ। ਔਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਦਾ ਜਿਵੇਂ ਸ਼ੇਖ ਬ੍ਰਹਮ ਫਰੀਦ ਦੇ ਨਾਲ ਸਾਧ ਸੰਗਤ ਜੀ ਮਿਲਾਪ ਹੋਇਆ ਸੀ, 100 ਸਾਖੀ ਦੇ ਵਿੱਚ ਉਹਦਾ ਨਾਮ ਇਬਰਾਹਿਮ ਆਇਆ ਹੈ, ਪਰ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਸ਼ੇਖ ਬ੍ਰਹਮ ਫਰੀਦ ਸੀਗਾ, ਜਿਹੜਾ ਜੋ ਕਹਿੰਦੇ ਹਨ ਕਿ ਭਗਤ ਫਰੀਦ ਜੀ ਦਾ ਗੱਦੀ ਨਿਸ਼ਾਨ ਮੰਨਿਆ ਜਾਂਦਾ ਹੈ। ਉਸ ਨੇ ਜਿਵੇਂ ਜਿਵੇਂ ਸਤਿਗੁਰੂ ਜੀ ਨੂੰ ਸਵਾਲ ਕੀਤੇ ਸਨ ਤਿਵੇਂ ਤਿਵੇਂ ਉਹਨਾਂ ਦਾ ਜਵਾਬ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ਼ਬਦਾਂ ਦੀ ਰਚਨਾ ਕੀਤੀ ਹੈ, ਆਪਣੀ ਰਸਨਾ ਤੋਂ ਉਚਾਰਨ ਕਰਕੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੇ ਕਰਕੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਸੀ। ਔਰ ਸਾਧ ਸੰਗਤ ਜੀ ਇਹ ਜੋ ਪਵਿੱਤਰ ਵਾਰ ਹੈ ਆਸਾ ਕੀ ਵਾਰ, ਇਹਦਾ ਅਰਥ ਇਹ ਹੈ ਕਿ ਮਨ ਦੀਆਂ ਸਾਰੀਆਂ ਆਸਾਂ ਨੂੰ ਪੂਰੀਆਂ ਕਰਨ ਵਾਲੀ ਹੈ। ਔਰ ਇਸੇ ਪ੍ਰਕਾਰ ਆਸਾਂ ਦੀ ਜਿਹੜੀਆਂ ਮਨ ਦੇ ਅੰਦਰ ਜੀਵ ਕੋਈ ਕਿਸੇ ਪ੍ਰਕਾਰ ਦੀ ਆਸ ਲਾਈ ਰੱਖਦਾ, ਕੋਈ ਕਿਸੇ ਪ੍ਰਕਾਰ ਦੀ ਆਸ ਮਨ ਵਿੱਚ ਲਾ ਕੇ ਰੱਖਦਾ, ਸਭ ਆਸਾਂ ਸਭ ਮਨ ਦੀਆਂ ਇੱਛਾਵਾਂ ਭਾਵਨਾਵਾਂ ਨੂੰ ਪੂਰੀਆਂ ਕਰਨ ਵਾਲੀ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਵਾਰ ਹੈ। ਫਿਰ ਜੋ ਸੰਸਾਰ ਦੀਆਂ ਆਸਾਂ ਲਗਾ ਕਰਕੇ ਰੱਖਦਾ ਹੈ ਨਾ ਜੀਵ, ਜਿਹੜਾ ਪਰਮਾਰਥ ਦੇ ਰਸਤੇ ਤੇ ਚੱਲਦਾ ਤੇ ਵਿਘਨ ਬਣਨ ਦੇ ਵਾਸਤੇ ਵਿਘਨਕਾਰੀ ਕੋਈ ਨਾ ਕੋਈ ਸੰਸਾਰ ਦੀ ਆਸ ਮਨ ਦੇ ਵਿੱਚ ਲੱਗ ਜਾਂਦੀ ਹੈ, ਨਾ ਚਾਹੁੰਦਾ ਹੋਇਆ ਵੀ ਮਨ ਦੇ ਅੰਦਰ ਕੋਈ ਨਾ ਕੋਈ ਆਸ ਧਾਰਨ ਹੀ ਕਰ ਲੈਂਦਾ, ਜਿਸ ਕਰਕੇ ਪਰਮਾਰਥ ਦੇ ਰਸਤੇ ਤੇ ਉਹ ਰੁਕਾਵਟ ਬਣ ਜਾਂਦੀ ਹੈ। ਦੁਨੀਆ ਦੇ ਸੰਸਾਰ ਦੇ ਸੁੱਖਾਂ ਦੀ ਆਸ ਲਗਾਉਣੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਇਹ ਸੰਸਾਰ ਦੀਆਂ ਆਸਾਂ ਨੂੰ ਪਾਸੇ ਕਰਕੇ ਪਰਮਾਤਮਾ ਦੀ ਪ੍ਰਾਪਤੀ ਦੀ ਆਸ ਹਿਰਦੇ ਅੰਦਰ ਪ੍ਰਗਟ ਕਰਨ ਵਾਲੀ ਐਸੀ ਆਸਾ ਕੀ ਵਾਰ ਪਵਿੱਤਰ ਗੁਰਬਾਣੀ ਹੈ। ਐਸਾ ਫਲਾਦੇਸ਼ ਐਸਾ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਇਸ ਪਾਵਨ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਇਸ ਪਵਿੱਤਰ ਗੁਰਬਾਣੀ ਦੇ ਅੰਦਰ ਜੋ 24 ਸ਼ਲੋਕ ਅਤੇ 24 ਪੌੜੀਆਂ ਹਨ, ਇਹ 36 ਮਹੱਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹਨ। ਕੁੱਲ ਇਹਨਾਂ ਦੀ ਗਿਣਤੀ 84 ਬਣਦੀ ਹੈ। ਤੇ ਸਤਿਗੁਰੂ ਜੀ ਨੇ ਇਸ ਪਾਵਨ ਗੁਰਬਾਣੀ ਦਾ ਉਪਦੇਸ਼ ਦਿੰਦਿਆਂ ਹੋਇਆਂ ਫਲਾਦੇਸ਼ ਮਹਾਤਮ ਦਰਸਾਇਆ ਕਿ ਜੋ ਵੀ ਕੋਈ ਗੁਰਸਿੱਖ ਪਿਆਰ ਭਾਵਨਾ ਦੇ ਨਾਲ ਇਸ ਗੁਰਬਾਣੀ ਨੂੰ ਪੜ੍ਹਦਾ ਹੈ, ਚਾਹੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦਾ ਹੈ, ਇਹ 84 ਮਹੱਲੇ ਤੇ ਸ਼ਲੋਕ ਤੇ ਪੌੜੀਆਂ ਵਾਲੀ ਜੋ ਪਵਿੱਤਰ ਗੁਰਬਾਣੀ ਹੈ, ਇਸ ਨੂੰ ਪੜ੍ਹਨ ਸੁਣਨ ਦੇ ਨਾਲ ਜੀਵ ਦੀ 84 ਕੱਟੀ ਜਾਵੇਗੀ। ਇਹ ਗਰੀਬ ਨਵਾਜ ਸਤਿਗੁਰੂ ਜੀ ਨੇ ਫਲਾਦੇਸ਼ ਬਖਸ਼ਿਸ਼ ਕੀਤਾ ਹੈ। ਤੇ ਸਾਧ ਸੰਗਤ ਜੀ ਜੋ ਆਸ ਰਾਜਾ ਇੱਕ ਟੁੰਡਾ ਆਸ ਰਾਜਾ ਹੋਇਆ, ਗਰੀਬ ਨਵਾਜ ਸਤਿਗੁਰੂ ਜੀ ਨੇ ਇਸ ਰਾਜੇ ਦੀ ਸਿਰ ਲੇਖ ਹੇਠ ਪਾਵਨ ਵਾਰ ਨੂੰ ਉਚਾਰਨ ਕੀਤਾ ਹੈ।
ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਹੁਣ ਇਹ ਸੀ ਬਚਨ ਸੁਣਿਆ ਨਾ ਕਿ ਟੁੰਡੇ ਆਸ ਰਾਜੈ ਕੀ ਧੁਨੀ। ਇਹ ਜਿਹੜੀ ਧੁਨ ਉਚਾਰਨ ਕੀਤੀ ਹੋਈ ਹੈ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕੀਤੀ ਹੈ। ਆਸ ਰਾਜੇ ਦੇ ਸਿਰ ਲੇਖ ਹੇਠ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਇੱਕ ਬੜਾ ਧਰਮੀ ਰਾਜਾ ਹੋਇਆ। ਸਤ ਸੰਗਤ ਜੀ, ਇੱਕ ਸਾਰੰਗ ਨਾਮੇ ਰਾਜਾ ਸੀ, ਉਹਦਾ ਪੁੱਤਰ ਸੀ ਆਸ ਰਾਜਾ। ਪਰ ਕਾਰਨ ਕੀ ਬਣਿਆ, ਉਹ ਟੁੰਡਾ ਕਿਉਂ ਹੋ ਗਿਆ ਸੀਗਾ, ਬਹੁਤ ਲੰਬੀ ਗਾਥਾ ਹੈ। ਇਸ ਨੂੰ 3 ਸਾਖੀਆਂ ਸਤ ਸੰਗਤ ਜੀ ਇਹਦੀਆਂ ਆਉਂਦੀਆਂ ਹਨ ਆਸ ਰਾਜੇ ਦੀਆਂ। ਸਾਰੰਗ ਨਾਮੇ ਦਾ ਰਾਜੇ ਦਾ ਜੋ ਪੁੱਤਰ ਸੀ, ਜਿਸ ਬਾਬਤ ਜ਼ਿਕਰ ਆਉਂਦਾ ਕਿ ਇਹਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀਗਾ ਤੇ ਬੜੀ ਦਲੇਰੀ ਤੇ ਸੂਰਬੀਰਤਾ ਦੇ ਨਾਲ, ਉਤਸ਼ਾਹ ਦੇ ਨਾਲ ਭਿਆਨਕ ਜੰਗਲ ਦੇ ਵਿੱਚ ਭਿਆਨਕ ਤੋਂ ਭਿਆਨਕ ਜਾਨਵਰਾਂ ਦਾ ਵੀ ਸ਼ਿਕਾਰ ਕਰਨ ਤੋਂ ਕਦੇ ਗੁਰੇਜ਼ ਨਹੀਂ ਸੀ ਕਰਦਾ। ਤੇ ਸਾਧ ਸੰਗਤ ਜੀ, ਇੱਕ ਵਾਰ ਸ਼ਿਕਾਰ ਖੇਡਣ ਵਾਸਤੇ ਗਿਆ ਤੇ ਜ਼ਿਕਰ ਆਉਂਦਾ ਹੈ ਕਿ ਬੜਾ ਖੂੰਖਾਰ ਇੱਕ ਸ਼ੇਰ ਸੀਗਾ। ਉਹਦਾ ਸ਼ਿਕਾਰ ਕਰਨ ਦੇ ਵਾਸਤੇ ਜੋ ਅੱਗੇ ਵਧਿਆ, ਇੱਕ ਹੱਥ ਦੇ ਵਿੱਚ ਇਸ ਨੇ ਢਾਲ ਫੜੀ ਹੋਈ ਤੇ ਦੂਜੇ ਹੱਥ ਦੇ ਵਿੱਚ ਨੰਗੀ ਤਲਵਾਰ ਪਕੜੀ ਹੋਈ ਸੀ। ਸ਼ੇਰ ਦਾ ਸ਼ਿਕਾਰ ਕਰਨ ਦੇ ਵਾਸਤੇ ਅੱਗੋਂ ਵਧਿਆ। ਸ਼ੇਰ ਵੀ ਆਪਣੇ ਸਮੇਂ ਅਨੁਸਾਰ ਹਰ ਰੋਜ਼ ਉਹਨੇ ਆਉਣਾ ਤੇ ਬੜਾ ਦੁੱਖ ਕਰ ਦੇਣਾ। ਜਿਹੜੇ ਪਰਜਾ ਦੇ ਲੋਕ ਸਨ, ਬੜਾ ਉਹਨਾਂ ਨੂੰ ਦੁੱਖ ਦਿੰਦਾ ਸੀ। ਪਸ਼ੂ ਆਦਿਕ ਉਹਨੇ ਕਈ ਵਾਰ ਪਸ਼ੂਆਂ ਤੇ ਹਮਲਾ ਕਰ ਦੇਣਾ ਤੇ ਕਈ ਵਾਰ ਜੀਵਾਂ ਤੇ ਹਮਲਾ ਕਰ ਦੇਣਾ। ਇਉਂ ਸਾਧ ਸੰਗਤ ਜੀ, ਬੜੇ ਪਰਜਾ ਦੇ ਜਿਹੜੇ ਲੋਕ ਸਨ ਦੁਖੀ ਹੋ ਗਏ ਸਨ। ਤੇ ਜਿਸ ਬਾਬਤ ਜ਼ਿਕਰ ਆਉਂਦਾ ਕਿ ਜਦੋਂ ਆਸ ਰਾਜਾ ਗਿਆ ਨਾ ਉਹਦਾ ਸ਼ਿਕਾਰ ਕਰਨ ਦੇ ਵਾਸਤੇ, ਇੱਕ ਹੱਥ ਵਿੱਚ ਢਾਲ ਪਕੜੀ ਹੋਈ। ਜਦੋਂ ਸ਼ੇਰ ਨੇ ਭਬਕ ਮਾਰ ਕਰਕੇ ਜੋ ਸਾਧ ਸੰਗਤ ਜੀ ਹਮਲਾ ਕੀਤਾ, ਜਦੋਂ ਟੁੱਟ ਕਰਕੇ ਛਾਲ ਮਾਰ ਕੇ ਉੱਪਰ ਪਿਆ ਤੇ ਢਾਲ ਵਾਲਾ ਹੱਥ ਅੱਗੇ ਕਰ ਦਿੱਤਾ ਸੀ ਉਹਦੇ ਮੂੰਹ ਦੇ ਅੱਗੇ, ਤੇ ਦੂਜੇ ਹੱਥ ਦੇ ਨਾਲ ਜੋ ਤਲਵਾਰ ਫੜੀ ਹੋਈ ਸੀ ਐਸਾ ਵਾਰ ਕੀਤਾ ਕਿ ਸ਼ੇਰ ਦੇ 2 ਟੋਟੇ ਕਰਤੇ ਧਰਤੀ ਤੇ ਸੁੱਟ ਦਿੱਤਾ। ਪਰ ਵਾਰ ਹੋਣ ਤੋਂ ਪਹਿਲਾਂ ਹੀ ਉਹਨੇ ਸਾਧ ਸੰਗਤ ਜੀ ਇੱਕ ਹੱਥ ਜਿਹੜਾ ਸੀ ਨਾ, ਜੋ ਢਾਲ ਦੇ ਹੇਠਾਂ ਗੁੱਟ ਦੇ ਲਾਗੋਂ ਸ਼ੇਰ ਨੇ ਚੱਬ ਦਿੱਤਾ ਸੀ, ਖਾ ਗਿਆ ਸੀ। ਇਸ ਕਰਕੇ ਟੁੰਡਾ ਹੋ ਗਿਆ ਸੀ। ਤਾਂ ਉਹ ਟੁੰਡੇ ਆਸ ਰਾਜੈ ਕੀ ਧੁਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ। ਇੱਕ ਹੱਥ ਭਾਵੇਂ ਉਹਦਾ ਟੁੰਡਾ ਹੋ ਗਿਆ ਸੀ, ਪਰ ਇੰਨਾ ਧਰਮੀ ਤੇ ਨੇਕ ਸੁਭਾਅ ਵਾਲਾ ਰਾਜਾ ਸੀ। ਸਾਧ ਸੰਗਤ ਦੀ ਜ਼ਿਕਰ ਆਉਂਦਾ ਹੈ ਕਿ ਕਦੇ ਵੀ ਕਿਸੇ ਨਾਲ ਇਹਨੇ ਅਨਿਆਂ ਨਹੀਂ ਸੀ ਕੀਤਾ, ਸਭ ਦੇ ਨਾਲ ਨਿਆਂ ਕਰਿਆ ਕਰਦਾ ਸੀ। ਔਰ ਇੱਕ ਵਾਰ ਜ਼ਿਕਰ ਆਉਂਦਾ ਹੈ ਕਿ ਇਸ ਰਾਜੇ ਨੇ ਸਾਧ ਸੰਗਤ ਜੀ, ਤਾਂ ਇੱਕ ਪਹਿਲੀ ਗਾਥਾ ਹੋ ਗਈ ਹੈ ਨਾ, ਤੇ ਦੂਸਰੀ ਗਾਥਾ ਵੀ ਇਸੇ ਤਰ੍ਹਾਂ ਹੈ। ਦੂਸਰੀ ਸਾਖੀ ਵੀ ਆਸ ਰਾਜੇ ਦੀ ਕੁਝ ਇਸੇ ਪ੍ਰਕਾਰ ਹੀ ਥੋੜੇ ਜਿਹੇ ਸਾਧ ਸੰਗਤ ਜੀ ਵੱਖਰੀ ਕਰਕੇ ਇਹਦਾ ਜ਼ਿਕਰ ਆਉਂਦਾ ਹੈ। ਕਹਿੰਦੇ ਹਨ ਕਿ ਜਦੋਂ ਸਾਰੰਗ ਰਾਜੇ ਦੇ ਘਰ ਵਿੱਚ ਇਹਦਾ ਜਨਮ ਹੋਇਆ ਨਾ, ਆਸ ਰਾਜੇ ਦਾ, ਤੇ ਇਸ ਨੇ ਜੋਤਸ਼ੀਆਂ ਦੇ ਕੋਲੋਂ ਪੁੱਛਿਆ ਕਿ ਆਪਣੀ ਵਿਦਿਆ ਦੇ ਮੁਤਾਬਕ ਦੱਸੋ ਕਿ ਮੇਰਾ ਪੁੱਤਰ ਜਿਹੜਾ ਹੈ ਆਉਣ ਵਾਲੇ ਸਮੇਂ ਵਿੱਚ ਰਾਜਗੱਦੀ ਤੇ ਬੈਠੇ ਬਹੁਤਾ ਪ੍ਰਤਾਪੀ ਕਿਵੇਂ ਹੋ ਸਕਦਾ ਹੈ। ਇੰਨਾ ਪ੍ਰਤਾਪ ਹੋਵੇ ਮੇਰੇ ਪੁੱਤਰ ਦਾ ਕਿ ਕੋਈ ਸਾਹਮਣਾ ਨਾ ਕਰ ਸਕੇ, ਕੋਈ ਇਹਦਾ ਸਾਨੀ ਨਾ ਹੋ ਸਕੇ। ਇਹ ਪ੍ਰਤਾਪ ਕਿਵੇਂ ਵਧੇਗਾ? ਤੇ ਜੋਤਸ਼ੀਆਂ ਨੇ ਆਪਣੀ ਵਿਦਿਆ ਦੇ ਮੁਤਾਬਕ ਜੋਤਿਸ਼ ਵਿਦਿਆ ਦੁਆਰਾ ਪੜ੍ਹ ਕਰਕੇ ਵਿਚਾਰ ਕਰਕੇ ਦੇਖਿਆ, ਕਹਿਣ ਲੱਗੇ, ਹੈ ਰਾਜਾ, ਜੇ ਤੇਰੇ ਪੁੱਤਰ ਜਿਹੜਾ ਤੇਰੇ ਘਰ ਦੇ ਵੀ ਜਨਮ ਹੁੰਦਿਆਂ ਹੀ ਕਹਿੰਦੇ ਉਹਨੂੰ ਵੱਖਰਾ ਇੱਕ ਕਮਰੇ ਦੇ ਵਿੱਚ ਰੱਖਿਆ ਜਾਵੇ, ਕਿਸੇ ਦੇ ਮੱਥੇ ਨਾ ਲੱਗੇ, 24 ਸਾਲ ਤੱਕ ਇਸੇ ਤਰ੍ਹਾਂ ਹੀ ਰਹੇ। ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਦਾ ਉਹਨੂੰ ਇਹ ਗੁਣ ਸਿਖਾਏ ਜਾਣ। ਕੇਵਲ ਪੜਾਉਣ ਵਾਲੇ ਹੀ ਉਹਦੇ ਮੱਥੇ ਲੱਗਣ, ਹੋਰ ਕੋਈ ਵੀ ਉਹਦੇ ਮੱਥੇ ਨਾ ਲੱਗੇ। ਤੇ ਜਦੋਂ 24 ਸਾਲਾਂ ਦੇ ਬਾਅਦ ਉਹ ਆਵੇਗਾ ਨਾ, ਫਿਰ ਬਹੁਤੇ ਪ੍ਰਤਾਪ ਵਾਲਾ ਹੋਵੇਗਾ, ਉਹਦਾ ਕੋਈ ਸਾਨੀ ਨਹੀਂ ਹੋ ਸਕੇਗਾ। ਤੇ ਐਸਾ ਹੀ ਹੋਇਆ ਸਾਧ ਸੰਗਤ ਜੀ। ਜਦੋਂ 24 ਸਾਲ ਲੰਘ ਗਏ ਨਾ, ਤੇ ਫਿਰ 3 ਰਾਣੀਆਂ ਸਨ ਰਾਜੇ ਦੀਆਂ। ਤੇ ਸਾਧ ਸੰਗਤ ਜੀ ਫਿਰ ਆਸ ਰਾਜੇ ਨੂੰ ਜਦੋਂ ਭੇਜਿਆ, ਕਹਿਣ ਲੱਗੇ ਆਪਣੀ ਮਾਤਾਵਾਂ ਤੋਂ ਜਾ ਕਰਕੇ ਆਸ਼ੀਰਵਾਦ ਲੈ ਕਰਕੇ ਆਵੋ। ਇੱਕ ਵੱਖਰਾ ਬਾਗ ਬਣਾਇਆ ਹੋਇਆ ਸੀ ਉਹਦੇ ਵਾਸਤੇ ਕਿ ਕੋਈ ਇੱਧਰ ਆਵੇਗਾ ਨਾ, ਇਕਾਂਤ ਜਗ੍ਹਾ ਦੇ ਵਿੱਚ ਬੈਠ ਕਰਕੇ ਚੰਗੀ ਤਰ੍ਹਾਂ ਗੁਣ ਪ੍ਰਾਪਤ ਕਰ ਲਵੇਗਾ। ਤੇ ਜਦੋਂ ਸਾਧ ਸੰਗਤ ਜੀ ਮਾਤਾਵਾਂ ਦੇ ਪਾਸ ਆਇਆ ਤੇ
ਚਰਨਾਂ ਤੇ ਆ ਕਰਕੇ ਆਸ਼ੀਰਵਾਦ ਲਿਆ, ਨਮਸਕਾਰ ਕੀਤੀ ਹੈ। ਤੇ ਇੱਕ ਸਾਧ ਸੰਗਤ ਜੀ, ਸਭ ਤੋਂ ਜਿਹੜੀ ਛੋਟੀ ਰਾਣੀ ਸੀ ਨਾ, ਭਾਵ ਆਸ ਰਾਜੇ ਦੀ ਮਾਂ, ਉਹਦਾ ਸੁੰਦਰ ਸਰੂਪ ਤੇ ਜਵਾਨ ਸੀਗੀ। ਉਹਨੂੰ ਆਪਣੇ ਸਰੂਪ ਦਾ ਮਾਣ ਵੀ ਬੜਾ ਸੀ, ਬਹੁਤਾ ਹੰਕਾਰ ਸੀ। ਤੇ ਸਾਧ ਸੰਗਤ ਜੀ, ਜੋ ਆਸ ਰਾਜੇ ਦਾ ਪਿਤਾ, ਉਹਦੇ ਨਾਲ ਪ੍ਰੇਮ ਵੀ ਬਹੁਤ ਜ਼ਿਆਦਾ ਕਰਿਆ ਕਰਦਾ ਸੀ। ਕਦੇ ਵੀ ਉਹਦਾ ਕਹਿਣਾ ਉਸਨੇ ਮੋੜਿਆ ਨਹੀਂ ਸੀਗਾ। ਤੇ ਜਦੋਂ ਆਸ ਰਾਜਾ ਆਪਣੀ ਮਾਂ ਦੇ ਚਰਨੀ ਹੱਥ ਲਾਉਣ ਲੱਗਾ, ਆਸ਼ੀਰਵਾਦ ਲੈਣ ਲੱਗਾ, ਉਸ ਸਮੇਂ ਮੋਢਿਆਂ ਤੋਂ ਪਕੜ ਕਰਕੇ ਕਹਿਣ ਲੱਗੀ ਕਿ ਨਾ ਦੇਖ, ਤੂੰ ਵੀ ਮੇਰੀ ਉਮਰ ਦਾ ਹੈ, ਮੈਂ ਵੀ ਤੇਰੀ ਉਮਰ ਦੀ ਹਾਂ, ਮੇਰਾ ਸੁੰਦਰ ਸਰੂਪ ਹੈ, ਇਸ ਕਰਕੇ ਤੂੰ ਮੈਨੂੰ ਮਾਤਾ ਦੀ ਤਰ ਨਿਗਾਹ ਦੇ ਨਾਲ ਨਾ ਦੇਖਣਾ ਕਰ, ਮੈਨੂੰ ਰਾਣੀਏ ਦੀ ਨਿਗਾਹ ਦੇ ਨਾਲ ਦੇਖ, ਮੈਂ ਵੀ ਤੇਰੀ ਉਮਰ ਦੀ ਹਾਂ। ਮੰਦੀ ਵਾਸ਼ਨਾ ਪ੍ਰਗਟ ਕੀਤੀ। ਤੇ ਸਾਧ ਸੰਗਤ ਉਸ ਸਮੇਂ ਆਸ ਰਾਜੇ ਨੇ, ਜੋ ਆਪਣਾ ਧਰਮ ਜੋ ਨੇ ਸਿੱਖਿਆ ਹੋਈ ਸੀ, ਧਰਮ ਦੀ ਮਰਜ਼ਾਦਾ ਪਰਪੱਕ ਕੀਤੀ ਹੋਈ ਸੀ ਜੀਵਨ ਦੇ ਅੰਦਰ, ਕਹਿਣ ਲੱਗਾ, ਹੈ ਮਾਂ, ਇਦਾਂ ਦੇ ਸ਼ਬਦ ਕਿਉਂ ਆਪਨੇ ਬੋਲੇ ਆ? ਕਿਉਂਕਿ ਜਿੱਥੇ ਦੋ ਮਾਤਾਵਾਂ ਦੇ ਚਰਨਾਂ ਤੇ ਹੱਥ ਲਾ ਕੇ ਮੈਂ ਆਸ਼ੀਰਵਾਦ ਲਿਆ, ਉੱਥੇ ਤੁਸੀਂ ਵੀ ਮੈਨੂੰ ਆਸ਼ੀਰਵਾਦ ਦਿਓ। ਕਹਿਣ ਲੱਗੀ, ਨਾ ਨਾ, ਮੈਂ ਤਾਂ ਤੇਰੀ ਉਮਰ ਦੀ ਆ, ਇਸ ਕਰਕੇ ਇਦਾਂ ਦੇ ਮਨ ਦੇ ਅੰਦਰ ਵਿਕਾਰਾਂ ਦੇ ਖੁਰਨੇ ਲਿਆ ਕਰਕੇ ਇਦਾਂ ਦੇ ਸ਼ਬਦ ਬੋਲੇ। ਤੇ ਫਿਰ ਕਹਿਣ ਲੱਗਾ ਕਿ ਨਹੀਂ, ਮੈਂ ਅਜਿਹਾ ਨਹੀਂ ਕਰ ਸਕਦਾ। ਤੇ ਅੱਗੋਂ ਫਿਰ ਜਵਾਬ ਵਜੋਂ ਕਹਿ ਦਿੱਤਾ, ਕਹਿਣ ਲੱਗੀ, ਜੇ ਤੂੰ ਇਦਾਂ ਨਹੀਂ ਕਰੇਂਗਾ ਤੇ ਮੈਂ ਫਿਰ ਤੈਨੂੰ ਜਬਰਨ ਤੇਰੇ ਪਿਤਾ ਨੂੰ ਕਹਿ ਕਰਕੇ ਮਰਵਾ ਦੇਵਾਂਗੀ। ਕਹਿੰਦਾ, ਮੈਨੂੰ ਮਰਨਾ ਮਨਜ਼ੂਰ ਹੈ, ਪਰ 4 ਦਿਨਾਂ ਦੀ ਇਦਾਂ ਦੇ ਕਲੰਕ ਭਰੀ ਜ਼ਿੰਦਗੀ ਦਾਗ ਲਗਾ ਕਰਕੇ ਮਰਨਾ, ਇਹ ਮੈਂ ਨਹੀਂ ਬਰਦਾਸ਼ਤ ਕਰ ਸਕਦਾ, ਮੇਥੋਂ ਹੋ ਹੀ ਨਹੀਂ ਸਕਦਾ। ਸਾਧ ਸੰਗਤ ਜੀ, ਆਸ ਰਾਜਾ ਜਦੋਂ ਬਾਹਰ ਗਿਆ ਤੇ ਇਹਦੇ ਪਿਤਾ ਜਦੋਂ ਚੱਲ ਕਰਕੇ ਆਇਆ ਨਾ ਮਹਿਲਾਂ ਦੇ ਵਿੱਚ, ਆਉਂਦਿਆਂ ਨੂੰ ਕੀ ਦੇਖਿਆ ਕਿ ਉਹ ਰਾਣੀ ਨੇ ਆਪਣੇ ਜਿਹੜੇ ਕੱਪੜੇ ਸਨ ਉਹ ਪਾੜਨੇ ਸ਼ੁਰੂ ਕਰ ਦਿੱਤੇ। ਕੱਪੜੇ ਪਾੜ ਕਰਕੇ ਉੱਚੀ ਉੱਚੀ ਲੂੰਦਰਾਂ ਮਾਰ ਲਈਆਂ ਆਪਣੇ ਹੱਥਾਂ ਦੇ ਨਾਲ ਹੀ ਮੁਖ ਤੇ। ਸਾਧ ਸੰਗਤ ਜੀ, ਇਦਾਂ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਰਾਜੇ ਨੇ ਪੁੱਛਿਆ ਆ ਕਰਕੇ ਕਿ ਕਾਰਨ ਕੀ ਹੈ, ਅਜਿਹੀ ਹਾਲਤ ਕਿਸ ਨੇ ਕੀਤੀ ਹੈ, ਤੇ ਸਾਧ ਸੰਗਤ ਅੱਗੋਂ ਕਹਿੰਦੀ ਕਿ ਹੋਰ ਕਿਸ ਦੀ ਹਿੰਮਤ ਪੈਣੀ ਸੀ, ਕਿਹਦਾ ਹੀਗਾ ਪੈਣਾ ਸੀ ਮੇਰੇ ਮਹਿਲਾਂ ਦੇ ਵਿੱਚ ਆ ਕਰਕੇ ਪ੍ਰਵੇਸ਼ ਹੋ ਕੇ ਇਦਾਂ ਦੀ ਹਾਲਤ ਕਰਨੇ ਦਾ, ਜਿਹਦੇ ਤੋਂ ਬੜੇ ਸੋਹਲੇ ਗਾਇਆ ਕਰਦਾ ਸਾ ਕਿ ਮੇਰਾ ਪੁੱਤਰ ਬੜਾ ਪ੍ਰਤਾਪੀ ਹੋਵੇਗਾ, ਥੋੜੇ ਸਮੇਂ ਬਾਅਦ ਉਸਨੇ ਬਾਹਰ ਆਉਣਾ। 24 ਸਾਲਾਂ ਦੇ ਵਿੱਚ ਇਹੋ ਕੁਝ ਹੀ ਸਿੱਖ ਕਰਕੇ ਆਇਆ। ਮੇਰੀ ਪੱਤ ਰੋਲ ਦਿੱਤੀ ਉਸਨੇ, ਜਬਰਨ ਮੇਰੇ ਨਾਲ ਵਿਚਾਰ ਕਰਨ ਦੇ ਵਾਸਤੇ ਮੇਰੇ ਇਹ ਦਾਗ ਲਾਉਣਾ ਕੀਤਾ ਹੈ। ਤੇ ਸਾਧ ਸੰਗਤ, ਪਹਿਲਾਂ ਤਾਂ ਯਕੀਨ ਹੀ ਨਹੀਂ ਸੀ ਪਿਤਾ ਨੂੰ ਹੁੰਦਾ ਪਿਆ, ਪਰ ਆਖਰਕਾਰ ਉਹ ਰਾਣੀ ਦਾ ਵੀ ਕਿਹਾ ਮੋੜ ਨਹੀਂ ਸੀਗਾ ਸਕਦਾ, ਉਹਦੇ ਨਾਲ ਪਿਆਰ ਵੀ ਅੱਤ ਦਾ ਕਰਦਾ ਸੀ। ਜਦ ਅਜਿਹਾ ਹੋਇਆ ਤੇ ਕਹਿਣ ਲੱਗੇ ਕਿ ਜਾਂ ਤਾਂ ਤੇਰਾ ਪੁੱਤਰ ਬਚੇਗਾ ਤੇ ਜਾਂ ਫਿਰ ਮੈਂ ਬਚਾਂਗੀ, ਇੱਕੋ ਹੀ ਸਾਡੇ ਵਿੱਚੋਂ ਰਹੇਗਾ, ਤੂੰ ਰਾਜਾ ਫੈਸਲਾ ਕਰਨਾ ਕਿਹਨੂੰ ਰੱਖਣਾ ਚਾਹੁੰਦਾ, ਕਿਉਂਕਿ ਮੇਰੀ ਤੈਨੂੰ ਪੱਤ ਰੋਲ ਦਿੱਤੀ, ਮੈਂ ਕਿਹੜੇ ਮੂੰਹ ਦੇ ਨਾਲ ਸੰਸਾਰ ਦੇ ਵਿੱਚ ਜੀਵਾਂਗੇ। ਏਦਾਂ ਸਾਧ ਸੰਗਤ ਜੀ ਛਲ ਕਰਕੇ ਰਾਜੇ ਨੂੰ ਭਰਮਾ ਲਿਆ। ਫਿਰ ਵਿਉਂਤ ਬਣਾਈ, ਕਹਿਣ ਲੱਗਾ ਕਿ ਇਹਨੂੰ ਮਾਰ ਵੀ ਨਹੀਂ ਸਕਦਾ, ਮੇਰਾ ਪੁੱਤਰ ਇਹਦੇ ਨਾਲ ਵੀ ਪਿਆਰ ਕਰਦਾ ਹੈ। ਤੇ ਜਦੋਂ ਸਭਾ ਲਗਾਈ ਗਈ, ਉਸ ਸਮੇਂ ਖਾਨ ਤੇ ਸੁਲਤਾਨ ਦੋ ਇਹਦੇ ਭਰਾ ਸਨ। ਆਸ ਰਾਜੇ ਦੇ ਖਾਨ ਅਤੇ ਸੁਲਤਾਨ ਨਾਮੇ ਦੋ ਭਰਾ ਸਨ। ਸਾਧ ਸੰਗਤ ਜੀ, ਰਾਜੇ ਨੇ ਹੁਕਮ ਕਰ ਦਿੱਤਾ, ਕਹਿਣ ਲੱਗਾ, ਆਸ ਰਾਜਾ, ਐ ਪੁੱਤਰ, ਮੈਂ ਤੇਰੇ ਨਾਲ ਡਾਢਾ ਪਿਆਰ ਕਰਦਾ ਸਾਂ ਔਰ ਰਾਣੀ ਦੇ ਨਾਲ ਵੀ ਬੜਾ ਪਿਆਰ ਹੈ। ਰਾਣੀ ਦੇ ਕਹਿਣ ਤੇ ਮੈਂ ਤੈਨੂੰ ਮੌਰ ਤਾਂ ਨਹੀਂ ਦਿੰਦਾ, ਪਰ ਤੇਰਾ ਜਿਹੜਾ ਇੱਕ ਗੁੱਟ ਹੈ ਨਾ, ਸੱਜੇ ਹੱਥ ਦਾ, ਇਹ ਗੁੱਟ ਵੱਢ ਕਰਕੇ ਤੈਨੂੰ ਟੁੰਡਾ ਕਰ ਦੇਣਾ, ਇਹ ਮੌਰ ਦੇ ਨਾਲੋਂ ਵੀ ਭਿਆਨਕ ਦੁੱਖ ਹੋਵੇਗਾ। ਤੇ ਸਾਧ ਸੰਗਤ ਅਜਿਹਾ ਕੀਤਾ ਗਿਆ, ਪਰ ਇਹ ਰਾਜੇ ਨੂੰ ਪਤਾ ਨਾ ਲੱਗਾ। ਜਿਹੜੇ ਖਾਨ ਤੇ ਸੁਲਤਾਨ ਦੋਵੇਂ ਪੁੱਤਰ ਸਨ, ਉਹਨਾਂ ਦੋਵਾਂ ਨੇ ਸਾਧ ਸੰਗਤ ਜੀ ਮਿਲ ਕਰਕੇ ਕਿ ਜੇ ਕਿਤੇ ਇੱਕੋ ਹੀ ਗੋਟੇ ਦਾ ਵੱਡਿਆ, ਦੂਜੇ ਦੇ ਨਾਲ ਸਾਡਾ ਮੁਕਾਬਲਾ ਕਰਕੇ ਸਾਡਾ ਰਾਜ ਭਾਗ ਹੀ ਨਾ ਕਿਤੇ ਖੋਹ ਲਵੇ, ਜ਼ਬਰਨ ਸਾਡੇ ਤੋਂ ਕਿਤੇ ਪ੍ਰਾਪਤ ਨਾ ਕਰ ਲਵੇ। ਇਹੋ ਮਨ ਵਿੱਚ ਵਿਉਂਤ ਬਣਾ ਕਰਕੇ ਛਲ ਦੇ ਨਾਲ ਦੋਵੇਂ ਗੁੱਟ ਕੱਟ ਦਿੱਤੇ ਸਨ, ਉਹਨਾਂ ਨੂੰ ਖੂਹ ਵਿੱਚ ਸੁੱਟ ਦਿੱਤਾ। ਤੇ ਫਿਰ ਦੇਸ਼ ਨਿਕਾਲਾ ਦੇਣ ਦਾ ਐਲਾਨ ਕੀਤਾ ਸੀ ਪਿਤਾ ਨੇ। ਜਦੋਂ ਇਹਨਾਂ ਨੇ ਮਾਰ ਕਰਕੇ ਖੂਹ ਵਿੱਚ ਸੁੱਟ ਦਿੱਤਾ ਨਾ, ਦੋਵੇਂ ਗੁੱਟ ਵੱਢ ਕੇ, ਕੋਈ ਸਮਾਂ ਲੰਘਿਆ
ਤੇ ਉੱਥੋਂ ਸਾਧ ਸੰਗਤ ਜੀ ਕੋ ਵਪਾਰੀ ਲੰਘ ਰਹੇ ਸਨ। ਪਿਆਸ ਲੱਗੀ, ਖੂਹ ਤੋਂ ਪਾਣੀ ਪੀਣ ਦੇ ਵਾਸਤੇ ਉਹਨਾਂ ਨੇ ਜਦੋਂ ਡੋਲਣਾ ਵਿੱਚ ਸੁੱਟਿਆ ਤੇ ਸਾਧ ਸੰਗਤ ਜੀ ਆਸ ਰਾਜਾ ਅਜੇ ਦੇ ਸਵਾਸ ਚੱਲਦੇ ਪਏ ਸਨ। ਦੋਵੇਂ ਹੱਥ ਭਾਵੇਂ ਟੁੰਡੇ ਸੀ। ਜਦੋਂ ਹੱਥ ਉਹਨੇ ਸਾਧ ਸੰਗਤ ਜੀ ਟੁੰਡ ਦੇ ਨਾਲ ਆਪਣੀ ਬਾਹ ਅੱਗੇ ਕਰਕੇ ਡੋਲ ਦੇ ਨਾਲ ਲਾਇਆ, ਕਹਿੰਦੇ ਪਤਾ ਨਹੀਂ ਕੀ ਭਾਰ ਜਿਹਾ ਲੱਗਿਆ ਹੋਇਆ, ਇਹ ਬਰਤਨ ਤਾਂ ਹੀ ਨਹੀਂ ਆਉਂਦਾ ਪਿਆ। ਜਦੋਂ ਕੱਢ ਕਰਕੇ ਥੋੜਾ ਜਿਹਾ ਦੇਖਿਆ ਤੇ ਸਾਧ ਸੰਗਤ ਬੜੇ ਸੁੰਦਰ ਸਰੂਪ ਵਾਲਾ ਨੌਜਵਾਨ ਉਹ ਲੜਕਾ ਨਜ਼ਰ ਆਇਆ। ਉਹਨਾਂ ਵਪਾਰੀਆਂ ਨੇ ਮਿਲ ਕਰਕੇ ਬਾਹਰ ਕੱਢਿਆ ਤੇ ਫਿਰ ਬੜੀ ਦੇਖ ਕਰਕੇ ਹੈਰਾਨਗੀ ਹੋਈ ਕਿ ਕਾਰਨ ਕੀ ਬਣਿਆ ਹੈ। ਪਰ ਉਹਨਾਂ ਵੀ ਅੱਗੇ ਦੂਰ ਜਾਣਾ ਸੀ, ਉਹਨਾਂ ਨੇ ਧੋਬੀ ਦੇ ਕੋਲ ਉਹਨੂੰ ਦੇ ਦਿੱਤਾ ਆਸ ਰਾਜੇ ਨੂੰ। ਧੋਬੀ ਨੇ ਹਰ ਰੋਜ਼ ਨਦੀ ਦੇ ਕਿਨਾਰੇ ਤੇ ਕੱਪੜੇ ਧੋਣ ਵਾਸਤੇ ਜਾਣਾ। ਉਹਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ, ਆਪਣਾ ਪੁੱਤਰ ਜਾਣ ਕਰਕੇ ਉਹਦੀ ਪਾਲਣਾ ਕੀਤੀ, ਬੜੇ ਪਿਆਰ ਦੇ ਨਾਲ ਆਪਣੇ ਕੋਲ ਰੱਖਿਆ। ਤੇ ਕੁਝ ਸਮਾਂ ਲੰਘਿਆ, ਫਿਰ ਧੋਬੀ ਦੇ ਨਾਲ ਹੀ ਆਸ ਰਾਜੇ ਨੇ ਜਾਣਾ। ਸਾਧ ਸੰਗਤ ਗੱਡੇ ਤੇ ਬੈਠ ਕਰਕੇ ਕੱਪੜੇ ਧੋ ਕੇ ਨਦੀ ਤੋਂ ਲੈ ਕਰਕੇ ਆਉਣੇ। ਫਿਰ ਕੋਈ ਸਮਾਂ ਹੋਰ ਵੀ ਲੰਘਿਆ ਤੇ ਆਸ ਰਾਜੇ ਨੇ ਆਪ ਹੀ ਚਲੇ ਜਾਣਾ। ਕੱਪੜੇ ਸਾਧ ਸੰਗਤ ਜੀ ਜਦੋਂ ਧੋਤੇ ਹੋਏ ਉੱਥੋਂ ਗੱਡੇ ਤੇ ਲੱਦ ਕੇ ਵਾਪਸ ਲੈ ਆਉਣੇ। ਇੱਕ ਦਿਨ ਬਹੁਤੇ ਜ਼ਿਆਦਾ ਕੱਪੜੇ ਹੋ ਗਏ ਤੇ ਰਾਤ ਉੱਥੇ ਹੀ ਆਸ ਰਾਜੇ ਨੂੰ ਰੁਕਣਾ ਪਿਆ। ਰਾਤ ਉੱਥੇ ਬਤੀਤ ਕੀਤੀ ਤੇ ਉਸੇ ਦਿਨਾਂ ਦੇ ਵਿੱਚ ਜਿਸ ਦੇਸ਼ ਵਿੱਚ ਰਹਿੰਦਾ ਸੀ ਉਹ ਦੇਸ਼ ਦਾ ਰਾਜਾ ਚੜ੍ਹਾਈ ਕਰ ਜਾਂਦਾ, ਉਹਦੀ ਮੌਤ ਹੋ ਜਾਂਦੀ। ਪਰ ਉਹਦੀ ਔਲਾਦ ਕੋਈ ਨਹੀਂ ਸੀਗੀ। ਜਿਹੜੇ ਰਾਜੇ ਦਰਬਾਰੇ ਕੋਈ ਮੰਤਰੀ ਸਨ, ਵਜ਼ੀਰ ਸਨ, ਅਹਿਲਕਾਰ ਸਨ, ਤਿਨਾਂ ਨੇ ਵਿਚਾਰ ਕੀਤੀ ਕਿ ਹੁਣ ਇਹ ਰਾਜਗੱਦੀ ਦਾ ਮਾਲਕ ਕਿਸ ਨੂੰ ਬਣਾਇਆ ਜਾਵੇ, ਇਸ ਤਖਤ ਤੇ ਕਿਸ ਨੂੰ ਬਿਠਾਇਆ ਜਾਵੇ। ਬਹੁਤੀਆਂ ਵਿਚਾਰਾਂ ਦੀਆਂ ਗਿਣਤੀਆਂ ਗਿਣਦਿਆਂ ਹੋਏ ਆਖਰਕਾਰ ਇਸ ਵਿਚਾਰ ਅਧੀਨ ਹੋ ਕਰਕੇ ਕਹਿ ਦਿੱਤਾ, ਕਹਿੰਦੇ ਕਿ ਪ੍ਰਮਾਤਮਾ ਤੇ ਛੱਡ ਦਿੰਦੇ ਹਾਂ, ਇਹ ਫੈਸਲਾ ਪਰਮੇਸ਼ਰ ਆਪ ਕਰੇਗਾ। ਸਾਧ ਸੰਗਤ ਜੀ ਜਦੋਂ ਉਹ ਕਿਲੇ ਦਾ ਜਿਹੜਾ ਦਰਵਾਜ਼ਾ ਸੀ ਬੰਦ ਕਰਾ ਦਿੱਤਾ, ਕਹਿੰਦੇ ਕਿ ਜਿਸ ਦਾ ਵੀ ਹੱਥ ਲੱਗੇ ਬਿਨਾਂ ਚਾਬੀ ਤੋਂ ਇਹ ਤਾਲਾ ਖੁੱਲੇਗਾ, ਉਸੇ ਨੂੰ ਇਸ ਰਾਜ ਭਾਗ ਦਾ ਤਖਤ ਸੌਂਪ ਦਿੱਤਾ ਜਾਵੇਗਾ। ਪਰਮਾਤਮਾ ਤੇ ਛੱਡ ਦਿੱਤਾ ਕਿ ਪਰਮੇਸ਼ਰ ਆਪ ਹੀ ਨਿਆਂ ਕਰੇਗਾ। ਤੇ ਸਾਧ ਸੰਗਤ ਜੀ ਉਹ ਸਾਰਿਆਂ ਨੇ ਹੱਥ ਲਾ ਲਾ ਕਰਕੇ ਦੇਖ ਲਏ, ਜਿੰਨੇ ਵੀ ਪਰਜਾ ਦੇ ਵਿੱਚ ਸਨ, ਵਜ਼ੀਰ ਸਨ, ਸਿਪਾਹੀ, ਅਹਿਲਕਾਰ, ਪਰ ਕਿਸੇ ਵੀ ਹੱਥ ਲਾਇਆ ਉਹ ਦਰਵਾਜ਼ਾ ਨਾ ਖੁੱਲਿਆ। ਪਰ ਜਦੋਂ ਰਾਤ ਉੱਥੇ ਰਿਹਾ ਸੀ ਨਾ ਆਸ ਰਾਜਾ, ਸਵੇਰ ਹੋਣ ਤੇ ਜਦੋਂ ਸੱਜਰ ਸਵੇਰ ਹੋਈ ਹੈ ਤੇ ਗੱਡੇ ਤੇ ਬੈਠ ਕਰਕੇ ਆ ਰਿਹਾ ਸੀ। ਜਦੋਂ ਉਹਨੇ ਆਪਣੇ ਟੁੰਡ ਸਪਰਸ਼ ਕੀਤੇ ਨਾ ਜਿੰਦਰੇ ਦੇ ਨਾਲ ਤੇ ਬਿਨਾਂ ਚਾਬੀ ਤੋਂ ਜਿੰਦਰਾ ਖੁੱਲ ਗਿਆ। ਉਹ ਫਿਰ ਫੜ ਕਰਕੇ ਵਜ਼ੀਰਾਂ ਦੇ ਕੋਲ ਲੈ ਆਂਦਾ, ਅਹਿਲਕਾਰਾਂ ਦੇ ਕੋਲ ਲੈ ਆਂਦਾ ਕਿ ਇਹਦਾ ਟੁੰਡ ਲੱਗਣ ਦੇ ਨਾਲ ਇਹ ਜਿੰਦਰੇ ਆਪਣੇ ਆਪ ਖੁੱਲੇ ਹਨ। ਪਰ ਜੇਕਰ ਸਾਧ ਸੰਗਤ ਜੀ ਉਹ ਸਮੇਂ ਦੇ ਐਸੇ ਵਚਨਾਂ ਦੇ ਬਲੀ ਸਨ, ਭਾਵੇਂ ਹੱਥਾਂ ਤੋਂ ਟੁੰਡਾ ਸੀ ਆਸ ਰਾਜਾ, ਪਰ ਸਾਧ ਸੰਗਤ ਜੀ ਜੋ ਵਚਨ ਕੀਤਾ ਹੋਇਆ ਸੀ ਪਰਜਾ ਦੇ ਵਿੱਚ ਪੂਰਾ ਕਰਨਾ ਪਿਆ। ਆਸ ਰਾਜੇ ਨੇ ਉੱਥੋਂ ਦਾ ਰਾਜ ਭਾਗ ਦੇ ਦਿੱਤਾ। ਪਰ ਜਿਸ ਥਾਂ ਤੇ ਇਹਦਾ ਪਿਤਾ ਰਾਜਾ ਸੀ ਨਾ, ਉਸ ਦੇਸ਼ ਦੇ ਵੀ ਇੱਕ ਵਾਰ ਕਹਿੰਦੇ ਕਾਲ ਪੈ ਗਿਆ। ਜਦੋਂ ਕਾਲ ਪਿਆ ਤੇ ਖਾਣ ਦੇ ਵਾਸਤੇ ਪਰਜਾ ਨੂੰ ਕੁਝ ਅਨਾਜ ਵੀ ਨਹੀਂ ਸੀ ਪ੍ਰਾਪਤ ਹੁੰਦਾ ਪਿਆ। ਫਿਰ ਉੱਥੋਂ ਦੇ ਵਜ਼ੀਰ ਤੇ ਅਹਿਲਕਾਰ ਚੱਲ ਕਰਕੇ ਆਸ ਰਾਜੇ ਦੇ ਰਾਜ ਭਾਗ ਦੇ ਵਿੱਚ ਚੱਲ ਕੇ ਆਏ ਤੇ ਉਹਨਾਂ ਵਜ਼ੀਰਾਂ ਨੂੰ ਪਹਿਚਾਣ ਲਿਆ ਆਸ ਰਾਜੇ ਨੇ ਕਿ ਮੇਰੇ ਪਿਤਾ ਦੇ ਦੇਸ਼ ਤੋਂ ਚੱਲ ਕਰਕੇ ਆਏ। ਬੜਾ ਉਹਨਾਂ ਦਾ ਅਦਬ ਤੇ ਸਤਿਕਾਰ ਕੀਤਾ ਹੈ, ਬੜੇ ਪਿਆਰ ਦੇ ਨਾਲ ਉਹਨਾਂ ਨੂੰ ਆਪਣੇ ਪਾਸ ਬਿਠਾਇਆ। ਜਦੋਂ ਉਹਨਾਂ ਨੇ ਦੱਸਿਆ ਕਿ ਤੁਹਾਡੇ ਪਿਤਾ ਦੇ ਦੇਸ਼ ਦੇ ਵਿੱਚ ਕਾਲ ਪੈ ਗਿਆ, ਪਰਜਾ ਦੁਖੀ ਹੈ, ਖਾਣ ਦੇ ਵਾਸਤੇ ਭੋਜਨ ਅਨਾਜ ਵੀ ਕੁਝ ਮਿਲਦਾ ਨਹੀਂ ਪਿਆ, ਤੇ ਆਸ ਰਾਜੇ ਨੇ ਬਿਨਾਂ ਪੈਸੇ ਲਿਆ, ਕੋਈ ਟਕਾ ਲਏ ਤੋਂ ਬਿਨਾਂ ਹੀ ਉਹਨਾਂ ਨੂੰ ਸਾਧ ਸੰਗਤ ਜੀ ਬੋਰੀਆਂ ਭਰ ਭਰ ਕੇ ਖੁੱਲਾ ਅਨਾਜ ਦੇ ਦਿੱਤਾ। ਬੜੇ ਪਿਆਰ ਦੇ ਨਾਲ, ਬੜਾ ਸਤਿਕਾਰ ਵੀ ਉਹਨਾਂ ਦਾ ਕੀਤਾ। ਜਦੋਂ ਇਹ ਗੱਲ ਆਸ ਰਾਜੇ ਦੇ ਪਿਤਾ ਨੂੰ ਪਤਾ ਚੱਲੀ ਹੈ ਤੇ ਫਿਰ ਉਹਨੇ ਪੱਤਰਕਾ ਲਿਖੀ, ਕਹਿੰਦਾ ਕਿ ਮੈਂ ਤੈਨੂੰ ਰਾਜ ਭਾਗ ਦਿੰਦਾ। ਉਹਨੂੰ ਪਤਾ ਲੱਗ ਗਿਆ ਤੇ ਕੁਝ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਆਪ ਫਿਰ ਪਿਤਾ ਚੱਲ ਕਰਕੇ ਆਇਆ ਸੀ। ਜਦੋਂ ਰਾਜ ਭਾਗ ਦੇ ਵਿੱਚ ਦੇਖਿਆ ਹੱਥ ਦੋਵੇਂ ਟੁੰਡੇ ਐ, ਬੜੇ ਪਿਆਰ ਦੇ ਨਾਲ ਪਿਤਾ ਦਾ ਅਦਬ ਸਤਿਕਾਰ ਕੀਤਾ। ਫਿਰ ਸਾਰੀ ਜਿਹੜੀ ਗੱਲ ਹੋਈ ਸੀ ਨਾ, ਪਿਤਾ ਨੂੰ ਜਿਸ ਬਾਬਤ ਪਤਾ ਹੀ ਨਹੀਂ ਸੀਗਾ ਕਿ ਜਿਹੜੀ ਸਭ ਤੋਂ ਛੋਟੀ ਰਾਣੀ ਉਹਨੇ ਛਲ ਕੀਤਾ,
ਛਲ ਕਰਕੇ ਧੁੱਖ ਦੇ ਨਾਲ ਮੇਰੇ ਗੁੱਟ ਵਢਾ ਦਿੱਤੇ ਸਨ, ਮੈਨੂੰ ਮਰਵਾ ਦਿੱਤਾ, ਦੇਸ਼ ਨਿਕਾਲਾ ਦਿਵਾ ਦਿੱਤਾ ਸੀ। ਤੇ ਪਿਤਾ ਨੇ ਫਿਰ ਆਪਣੀ ਗਲਤੀ ਮਹਿਸੂਸ ਕੀਤੀ ਹੈ ਤੇ ਕਹਿਣ ਲੱਗੇ ਕਿ ਪੁੱਤਰ, ਉਥੋਂ ਦਾ ਰਾਜ ਭਾਗ ਵੀ ਤੈਨੂੰ ਦੇ ਦੇਣਾ। ਤੇ ਸਾਧ ਸੰਗਤ ਖਾਨ ਤੇ ਸੁਲਤਾਨ ਦੋਵੇਂ ਭਰਾ ਭਾਵੇਂ ਚੜ ਕਰਕੇ ਆਏ ਸਨ, ਉਹਨਾਂ ਦਾ ਮੁਕਾਬਲਾ ਕਰਕੇ ਫਿਰ ਇਹ ਰਾਜ ਭਾਗ ਇਸ ਨੇ ਪ੍ਰਾਪਤ ਕੀਤਾ ਸੀਗਾ। ਬੜਾ ਧਰਮੀ ਰਾਜਾ ਹੋਇਆ ਤੇ ਧਰਮ ਦੀ ਪਰਪੱਕਤਾ ਹੋਣੇ ਕਰਕੇ ਐਸੀ ਵਾਰ ਜਦੋਂ ਭਾਈ ਨੱਥੇ ਤੇ ਅਬਦੁੱਲੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੀ ਸਜੇ ਹੋਏ ਦਰਬਾਰ ਦੇ ਵਿੱਚ ਗਾ ਕਰਕੇ ਸੁਣਾਈ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ ਸੀ ਕਿ ਇਸ ਵਾਰ ਨੂੰ ਇਹ ਜਿਹੜੀ ਧੁਨੇ ਹੈ ਨਾ, ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਵਿੱਚ ਚਾੜ ਲਿਆ ਜਾਵੇ, ਦਰਜ ਕੀਤਾ ਜਾਵੇ। ਤੇ ਸਾਧ ਸੰਗਤ ਜੀ, ਤਾਂ ਇਸ ਪਾਵਨ ਜਿਹੜੀ ਵਾਰ ਹੈ ਨਾ, ਆਸਾ ਕੀ ਵਾਰ, ਜੋ ਗੁਰੂ ਘਰ ਦੇ ਵਿੱਚ ਇਹਦੀ ਮਰਜ਼ਾਦਾ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਇਮ ਕੀਤੀ ਹੈ ਕਿ ਮਹੱਲੇ ਤੇ ਸ਼ਲੋਕਾਂ ਦੇ ਸਹਿਤ ਇਸ ਵਾਰ ਨੂੰ ਗਾਉਣਾ ਹੈ। ਕਿਉਂਕਿ ਪਹਿਲਾਂ ਕੇਵਲ ਪੌੜੀਆਂ ਦਾ ਕੀਰਤਨ ਹੋਇਆ ਕਰਦਾ ਸੀ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾਤਾ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ, ਜਿਸ ਕਰਕੇ ਇਹ ਗੁਰੂ ਘਰ ਦੀ ਰਵਾਇਤ ਬਣੀ ਹੈ ਕਿ ਅੰਮ੍ਰਿਤ ਵੇਲੇ ਜਿੱਥੇ ਨਿਤਨੇਮ ਗੁਰਬਾਣੀ ਦਾ ਜਾਪ ਹੁੰਦਾ ਹੈ, ਉਥੇ ਰਾਗੀ ਸਿੰਘ ਸਾਜ਼ਾਂ ਦੇ ਨਾਲ ਇਸ ਪਵਿੱਤਰ ਗੁਰਬਾਣੀ ਨੂੰ ਸਾਧ ਸੰਗਤ ਜੀ ਗਾਉਂਦੇ ਹੈ। ਔਰ ਜਿਵੇਂ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਪ੍ਰਾਰੰਭਤਾ ਦੇ ਵਿੱਚ ਮਹਾ ਮੰਤਰ ਉਚਾਰਨ ਕਰ ਰਹੇ ਹੈ। ਆਓ ਸਾਧ ਸੰਗਤ ਜੀ, ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਵਾਸਤੇ ਰਸਨਾ ਤੋਂ ਪਿਆਰ ਦੇ ਨਾਲ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ। ਸਾਧ ਸੰਗਤ ਜੀ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਮਤ ਹੈ, ਇਹਦੇ ਵਿੱਚ 5 ਮੰਤਰ ਮੰਨੇ ਜਾਂਦੇ ਹਨ। ਹੋਰ ਭਾਵੇਂ तमाम ਸੰਸਾਰ ਦੇ ਅੰਦਰ ਮੰਤਰ ਜੰਤਰ ਟੂਣੇ ਟਾਮਣ ਬੜੇ ਪ੍ਰਸਿੱਧ ਹਨ, ਪਰ ਇਹਦੇ ਵਿੱਚ 5 ਮੰਤਰ ਹਨ। ਜਿਵੇਂ ਬਾਬਾ ਲਹਿਣਾ ਜੀ ਨੇ ਬੇਨਤੀ ਕਰਕੇ ਪੁੱਛਿਆ ਸੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਮਹਾਰਾਜ ਜਿਵੇਂ ਬੀਜ ਮੰਤਰ ਹੈ, ਗੁਰ ਮੰਤਰ ਹੈ, ਮਹਾ ਮੰਤਰ ਹੈ, ਮੂਲ ਮੰਤਰ ਹੈ, ਔਰ ਇਹ 4 ਮੰਤਰ ਮੰਨੇ ਹਨ। ਤੇ 5ਵਾਂ ਮੰਤਰ ਕਿਹੜਾ? ਕਹਿੰਦੇ ਸੀ ਮਾਲਾ ਮੰਤਰ ਜਪਦੀ ਸਾਹਿਬ। ਬੀਜ ਮੰਤਰ ਇੱਕ ਓੰਕਾਰ, ਫਿਰ ਗੁਰ ਮੰਤਰ ਵਾਹਿਗੁਰੂ, ਤੀਜਾ ਮਹਾ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਹੈ। ਚੌਥਾ ਹੈ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ। ਫਿਰ 5ਵਾਂ ਮਾਲਾ ਮੰਤਰ, ਸਾਰਾ ਜਪਦੀ ਸਾਹਿਬ ਗੁਰਬਾਣੀ ਦਾ ਪਾਠ ਇਹ ਮਾਲਾ ਮੰਤਰ ਕਿਹਾ ਜਾਂਦਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਇੱਥੇ ਜੋ ਮਹਾ ਮੰਤਰ ਉਚਾਰਨ ਕੀਤਾ ਹੈ, ਸਭ ਤੋਂ ਪਹਿਲਾਂ ਕਹਿੰਦੇ ਹਨ ਇੱਕ ਓੰਕਾਰ। ਇੱਕ ਅਦਵੈਤ ਸਰੂਪ ਹੈ, ਇੱਕ ਅਦੁੱਤੀ ਸਰੂਪ ਹੈ, ਜੋ ਦੇਸ਼ ਕਾਲ ਵਸਤੂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਓੰਕਾਰ ਪਰਮੇਸ਼ਰ ਹੈ, ਜਿਸ ਓੰਕਾਰ ਦੀ ਸ਼ਕਤੀ ਕਰਕੇ ਸਾਰੇ ਜੀਵਾਂ ਦੀ ਉਤਪਤੀ ਹੁੰਦੀ ਹੈ, ਸਾਰੇ ਜੀਵਾਂ ਦੀ ਪਰਵਰਿਸ਼ ਹੋ ਰਹੀ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਐਸਾ ਇੱਕ ਸਭ ਦਾ ਪ੍ਰਕਾਸ਼ਕ ਹੈ, ਸਾਰਿਆਂ ਦਾ ਕਰਤਾ ਵੀ ਆਪ ਹੈ, ਭਰਤਾ ਵੀ ਆਪ ਹੈ ਅਤੇ ਹਰਤਾ ਵੀ ਪਰਮੇਸ਼ਰ ਆਪ ਹੈ। ਸਤਨਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਤ ਹੈ, ਸਦੀਵੀ ਕਾਲ ਸਤ ਹੈ, ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਸਦਾ ਰਹਿਣ ਵਾਲਾ ਹੈ, ਐਸਾ ਉਹ ਪਰਮੇਸ਼ਰ ਹੈ, ਜੀਵਾਂ ਦੀ ਤਰ੍ਹਾਂ ਜਨਮਦਾ ਤੇ ਮਰਦਾ ਨਹੀਂ ਹੈ, ਜੂਨਾਂ ਦੇ ਵਿੱਚ ਨਹੀਂ ਆਉਂਦਾ, ਸਦਾ ਸੱਚ ਰਹਿਣ ਵਾਲਾ ਤੇ ਨਾਮ ਪਰਮੇਸ਼ਰ ਦਾ ਪ੍ਰਸਿੱਧ ਹੈ। ਸਤ ਨਾਮ, ਪਰਮੇਸ਼ਰ ਦਾ ਨਾਮ ਵੀ ਸਦਾ ਸਤ ਹੈ। ਕਰਤਾ ਪੁਰਖ। ਕਰਤਾ ਕਹੀਏ ਕਿ ਸਾਰੀ ਸ੍ਰਿਸ਼ਟੀ ਨੂੰ ਕਰਨੇ ਵਾਲਾ, ਉਤਪਤ ਕਰਨ ਵਾਲਾ, ਸਭ ਦਾ ਕਰਤਾ ਇੱਕ ਅਕਾਲ ਪੁਰਖ ਪਰਮੇਸ਼ਰ ਆਪ ਹੈ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਕੋਈ ਕਿਸੇ ਦੇਵਤੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨੀ ਜਾਂਦਾ ਕਿ ਜੀਵਾਂ ਦੀ ਉਤਪਤੀ ਕਰਦਾ,
ਪਰ ਹਰ ਇੱਕ ਦੇਵੀ ਸ਼ਕਤੀ ਨੂੰ, ਹਰ ਇੱਕ ਸੰਸਾਰ ਭਰ ਦੇ ਜੜ ਜੰਗਮ ਜੀਵਾਂ ਨੂੰ ਪੈਦਾ ਕਰਨ ਵਾਲਾ ਇੱਕ ਪਰਮੇਸ਼ਰ ਹੈ। ਪੁਰਖ ਨਾਮ ਪੁਰਸ਼ਾਰਥ ਕਰਨ ਵਾਲੇ ਦਾ ਹੈ। ਪੁਰਖ ਨਾਮ ਭੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲੇ ਦਾ ਹੈ। ਪੁਰਖ ਨਾਮ ਜਗਤ ਰੂਪ ਬਾਲਕ ਨੂੰ ਪੈਦਾ ਕਰਨ ਵਾਲੇ ਮਾਤਾ ਪਿਤਾ ਸਰੂਪ ਪੁਰਖ ਪਰਮੇਸ਼ਰ ਦਾ ਨਾਮ ਹੈ। ਸਤਿਗੁਰੂ ਜੀ ਦਾ ਮੁੱਖ ਵਾਕ ਹੈ, ਏਕਾ ਪੁਰਖ ਸਬਾਈ ਨਾਰ। ਬਾਕੀ ਸੰਸਾਰ ਦੇ ਸਭ ਜੀਵ ਰੂਪ ਇਸਤਰੀਆਂ ਹਨ। ਕੇਵਲ ਪੁਰਖ ਇੱਕੋ ਪ੍ਰਮਾਤਮਾ ਹੈ ਜਿਸ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ। ਐਸਾ ਕਰਤਾ ਪੁਰਖ ਹੈ, ਐਸਾ ਉਹ ਪ੍ਰਸ਼ਾਰਥ ਕਰਨ ਵਾਲਾ ਪਰਮੇਸ਼ਰ ਹੈ। ਨਿਰਭਉ ਨਿਰਵੈਰ ਨਿਰਭਉ ਭੈ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਜੀਵਾਂ ਦੇ ਮਨਾਂ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਡਰ ਬਣਿਆ ਰਹਿੰਦਾ ਹੈ, ਪਰ ਪਰਮਾਤਮਾ ਨਿਰਭੈ ਸਰੂਪ ਹੈ। ਫਿਰ ਜੀਵ ਕਿਸੇ ਨਾ ਕਿਸੇ ਦੇ ਨਾਲ ਕਿਸੇ ਨਾ ਕਿਸੇ ਗੱਲੋਂ ਵੈਰ ਕਰਦੇ ਹੀ ਰਹਿੰਦੇ ਹਨ, ਪਰ ਪਰਮਾਤਮਾ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਉਹ ਪਰਮੇਸ਼ਰ ਤਾਂ ਸਾਰੇ ਜੀਵਾਂ ਦਾ ਭਲਾ ਹੀ ਮਨਾਉਂਦਾ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮਹਾਰਾਜ ਕਹਿੰਦੇ ਸੰਸਾਰੀ ਜੀਵ ਹਰ ਸਮੇਂ ਵੈਰ ਕਰਦੇ ਰਹਿੰਦੇ ਆ, ਪਰ ਪਰਮੇਸ਼ਰ ਵੈਰ ਤੋਂ ਰਹਿਤ ਹੈ। ਤੇ ਸਾਧ ਸੰਗਤ ਜੀ, ਭਾਵੇਂ ਜਿੰਨਾ ਮਰਜ਼ੀ ਕੋ ਭਲਾ ਹੋਵੇ ਨਾ, ਮਹਾਰਾਜ ਜੀ ਦਾ ਇੱਕ ਬਚਨ ਹੈ ਗੁਰਬਾਣੀ ਅੰਦਰ ਕਿ ਕਹਿੰਦੇ ਵੈਰ ਤੋਂ ਬਿਨਾਂ ਸਾਨੂੰ ਕੋ ਦਿਖਾ ਦੇਣਾ ਕਰ, ਮੈਂ ਸਾਲਾਹੇ ਹੋ ਤਿਸ ਸਾਲਾਹੀ। ਕਹਿੰਦੇ ਹਨ ਕਿ ਅਸੀਂ ਉਹਦੀ ਸਲਾਹੁਣਾ ਕਰਾਂਗੇ। ਜਿਹੜਾ ਵੈਰ ਭਾਵਨਾ ਤੋਂ ਬਿਨਾਂ ਹੋਵੇ, ਕੋਈ ਵਿਰਲਾ ਹੀ ਟਾਵਾਂ ਹੀ ਹੁੰਦਾ ਜਿਹਦੇ ਮਨ ਦੇ ਵਿੱਚੋਂ ਵੈਰ ਭਾਵਨਾ ਮਿਟ ਜਾਂਦੀ, ਨਹੀਂ ਤਾਂ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਵੈਰ ਕਰਦਾ ਹੀ ਰਹਿੰਦਾ ਹੈ। ਪਰ ਪਰਮੇਸ਼ਰ ਜਿੱਥੇ ਭੈ ਤੋਂ ਰਹਿਤ ਹੈ, ਉੱਥੇ ਵੈਰ ਤੋਂ ਰਹਿਤ ਵੀ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੈ। ਅਕਾਲ ਮੂਰਤ ਕਾਲ ਤੋਂ ਰਹਿਤ ਪਰਮਾਤਮਾ ਜੀ ਦੇ ਸਰੂਪ ਹੈ। ਕਾਲ ਦੀ ਲਪੇਟ ਵਿੱਚ ਆਉਣ ਵਾਲਾ ਨਹੀਂ ਹੈ। ਕਾਲ ਨੂੰ ਵੀ ਸਗੋਂ ਪਰਮੇਸ਼ਰ ਨੇ ਆਪ ਪੈਦਾ ਕੀਤਾ ਹੈ। ਕਾਲ ਵੀ ਪਰਮਾਤਮਾ ਦੇ ਅਧੀਨ ਹੈ। ਹੋਰ ਜਿੰਨੀਆਂ ਵੀ ਦੇਵੀ ਸ਼ਕਤੀਆਂ ਉਹ ਕਾਲ ਦੀ ਲਪੇਟ ਵਿੱਚ ਹਨ। ਕਾਲ ਪਾਏ ਬ੍ਰਹਮਾ ਬਪਤਾਰਾ, ਕਾਲ ਪਾਏ ਸ਼ਿਵ ਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਕਾਲ ਦਾ ਹੀ ਤਮਾਸ਼ਾ ਬਣਾਇਆ ਹੋਇਆ ਹੈ। ਇਹ ਸਾਰੀ ਜਗਤ ਦੀ ਖੇਡ ਕਾਲ ਦੀ ਬਣਾਈ ਹੋਈ ਹੈ ਪਰਮਾਤਮਾ ਦੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਜੀ ਕਹਿੰਦੇ ਹਨ, ਇੱਕ ਪਰਮੇਸ਼ਰ ਹੈ ਜੋ ਅਕਾਲ ਸਰੂਪ ਹੈ। ਬਾਕੀ ਜਿੰਨੇ ਵੀ ਜੀਵ ਜੰਤੂ ਹਨ, ਕਾਲ ਕੇ ਬਨਾਹੇ ਸਭ ਕਾਲ ਹੀ ਚਬਾਹੇਂਗੇ। ਕਾਲ ਸਭ ਨੂੰ ਚੱਬਦਾ ਜਾ ਰਿਹਾ ਹੈ, ਸਮਾਂ ਆਉਣ ਤੇ ਮਾਰੀ ਜਾ ਰਿਹਾ ਹੈ, ਆਪਣੀ ਲਪੇਟ ਦੇ ਵਿੱਚ ਲਈ ਜਾ ਰਿਹਾ ਹੈ। ਪਰ ਇੱਕ ਪਰਮੇਸ਼ਰ ਹੈ ਜੋ ਕਾਲ ਤੋਂ ਰਹਿਤ ਹੈ। ਐਸਾ ਅਕਾਲ ਮੂਰਤ ਪਰਮਾਤਮਾ ਜੀ ਦੀ ਹਸਤੀ ਹੈ। ਅਜੂਨੀ ਸੈਭੰ ਅਜੂਨੀ ਫਿਰ ਜੂਨਾਂ ਵਿੱਚ ਨਹੀਂ ਆਉਂਦਾ, ਕਿਸੇ ਜੂਨ ਦੇ ਵਿੱਚ ਆਉਣ ਵਾਲਾ ਨਹੀਂ ਹੈ। 84 ਲੱਖ ਜੂਨਾਂ ਬਣਾਈਆਂ, ਪਰ ਉਹ ਪਰਮਾਤਮਾ ਜੂਨਾਂ ਤੋਂ ਰਹਿਤ ਹੈ। ਸੈਭੰ ਸੁਤੇ ਹੀ ਪ੍ਰਕਾਸ਼ ਸਰੂਪ ਹੈ। ਉਹ ਪਰਮਾਤਮਾ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ, ਕਿਉਂਕਿ ਉਹ ਪਰਮੇਸ਼ਰ ਨਾ ਤਾਂ ਨਾਦੀ ਔਲਾਦ ਹੈ ਤੇ ਨਾ ਬਿੰਦੀ ਔਲਾਦ ਹੈ। ਇੱਕ ਨਾਦੀ ਔਲਾਦ ਹੁੰਦੀ, ਇੱਕ ਬਿੰਦੀ ਔਲਾਦ ਹੁੰਦੀ ਹੈ। ਸਾਧ ਸੰਗਤ ਜੀ, ਜੋ ਬਿੰਦੀ ਔਲਾਦ ਮਾਤਾ ਪਿਤਾ ਦੇ ਸੰਬੰਧ ਤੋਂ ਜੀਵ ਦਾ ਜਨਮ ਹੁੰਦਾ ਹੈ, ਔਰ ਇਸੇ ਪ੍ਰਕਾਰ ਇੱਕ ਨਾਦੀ ਔਲਾਦ ਹੁੰਦੀ ਹੈ ਜੋ ਨਾਰ ਦੁਆਰਾ ਇਸ ਸੰਸਾਰ ਦੇ ਅੰਦਰ ਜੀਵਾਂ ਦੀ ਉਤਪਤੀ ਹੁੰਦੀ ਹੈ। ਜਿਵੇਂ ਨਾਰ ਦੁਆਰਾ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਪੁੱਤਰ ਨੂੰ ਜਨਮ ਦਿੱਤਾ, ਖਾਲਸੇ ਦੀ ਸਿਰਜਣਾ ਕੀਤੀ ਹੈ। ਪੰਜਾਂ ਬਾਣੀਆਂ ਦਾ ਜਾਪ ਕਰਕੇ, ਖੰਡੇ ਬਾਟੇ ਦੀ ਪਾਹੁਲ ਤਿਆਗ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਸਿਰਜਣਾ ਕੀਤੀ ਹੈ। ਇਹ ਨਾਦੀ ਔਲਾਦ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਨਾ ਤਾਂ ਨਾਦੀ ਔਲਾਦ ਹੈ, ਨਾ ਬਿੰਦੀ ਔਲਾਦ ਹੈ। ਸੈਭੰ ਸੁਤੇ ਪ੍ਰਕਾਸ਼ ਸਰੂਪ ਹੈ। ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਆਪਣੇ ਸਰੂਪ ਤੋਂ ਆਪ ਹੀ ਪ੍ਰਕਾਸ਼ਮਾਨ ਸਰੂਪ ਹੈ। ਗੁਰ ਪ੍ਰਸਾਦ ਤੇ ਮਹਾਰਾਜ ਕਹਿੰਦੇ ਹਨ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਉਹ ਪਰਮੇਸ਼ਰ ਨਾ ਤਾਂ ਕਦੇ ਘਟਦਾ ਹੈ, ਨਾ ਵੱਧਦਾ ਹੈ, ਨਾ ਜਨਮਦਾ ਹੈ, ਨਾ ਮਰਦਾ ਹੈ, ਨਾ ਉਹ ਕਿਸੇ ਦਾ ਪਤੰਤਰ ਹੈ। ਗਰੀਬ ਨਵਾਜ ਹਜੂਰ ਕਹਿੰਦੇ ਐਸਾ ਇੱਕ ਰਸ ਰਹਿਣ ਵਾਲਾ ਚੇਤਨ ਸਰੂਪ ਹੈ। ਤੇ ਮਹਾਰਾਜ ਉਸ ਓੰਕਾਰ ਦੀ ਸ਼ਕਤੀ ਨੂੰ ਪਾਈਦਾ ਕਿਵੇਂ ਹੈ?
ਸਤਿਗੁਰੂ ਜੀ ਕਹਿੰਦੇ ਗੁਰ ਪ੍ਰਸਾਦ ਗੁਰੂ ਕਿਰਪਾ ਦੁਆਰਾ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਹੀ ਓੰਕਾਰ ਦੀ ਸ਼ਕਤੀ ਨੂੰ ਪਾ ਸਕੀਦਾ ਹੈ। ਹੋਰ ਬਹੁਤੇ ਵੀ ਕੋਈ ਯਤਨ ਕਰ ਕਰਕੇ ਦੇਖ ਲਵੇ ਪਰ ਪਰਮੇਸ਼ਰ ਨੂੰ ਨਹੀਂ ਕਦਾਚਿਤ ਵੀ ਪਾ ਸਕੇਗਾ। ਜੇ ਗੁਰੂ ਕਿਰਪਾ ਹੋਵੇ ਤਾਂ ਹੀ ਪ੍ਰਮਾਤਮਾ ਦੇ ਸਰੂਪ ਨੂੰ ਪਾ ਸਕਦਾ ਹੈ। ਇਥੋਂ ਤੱਕ ਮਹਾਰਾਜ ਸ਼ਿਵ ਜੀ ਨੇ ਮਹਾ ਮੰਤਰ ਉਚਾਰਨ ਕੀਤਾ ਹੈ, ਮੰਗਲ ਰੂਪ ਦੇ ਵਿੱਚ ਪਰਮੇਸ਼ਰ ਦਾ ਜਸ ਕੀਤਾ ਹੈ। ਆਸਾ ਮਹੱਲਾ ਪਹਿਲਾ। ਆਸਾ ਰਾਗ ਹੈ ਤੇ ਮਹੱਲਾ ਪਹਿਲਾ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਹਜੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਗੁਰਬਾਣੀ ਹੈ। ਕਈ ਵਾਰ ਅਸੀਂ ਸਾਧ ਸੰਗਤ ਜੀ ਮਹੱਲਾ ਦੀ ਥਾਂ ਤੇ ਮਹਿਲਾ ਸ਼ਬਦ ਉਚਾਰਨ ਕਰਦੇ ਹਾਂ, ਪਰ ਮਹਿਲਾ ਇਸਤਰੀ ਦਾ ਵਾਚਕ ਹੈ, ਮਹੱਲਾ ਸਰੂਪ ਦਾ ਵਾਚਕ ਹੈ। ਜੇ ਸਤਿਗੁਰੂ ਜੀ ਨੂੰ ਪਰਮੇਸ਼ਰ ਦਾ ਸਰੂਪ ਸਮਝਦੇ ਹਾਂ ਤੇ ਫਿਰ ਮਹਿਲਾ ਸ਼ਬਦ ਸਾਨੂੰ ਉਚਾਰਨ ਕਰਨਾ ਹੀ ਨਹੀਂ ਚਾਹੀਦਾ। ਜੇ ਗਰੀਬ ਨਵਾਜ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਅਕਾਲ ਪੁਰਖ ਪਰਮੇਸ਼ਰ ਜੀ ਦਾ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਨ, ਤੇ ਫਿਰ ਮਹਿਲਾ ਤਾਂ ਸਾਨੂੰ ਨਹੀਂ ਨਾ ਉਚਾਰਨ ਕਰਨਾ ਚਾਹੀਦਾ। ਇਸ ਲਈ ਆਸਾ ਮਹੱਲਾ ਪਹਿਲਾ, ਪਹਿਲੇ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਸਾ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਵਾਰ ਸ਼ਲੋਕਾਂ ਨਾਲ। ਮਹਾਰਾਜ ਕਹਿੰਦੇ ਜਿਹੜੀ ਵਾਰ ਹੈ ਨਾ, ਇਹ ਸ਼ਲੋਕਾਂ ਦੀ ਸਹਿਤ ਹੈ। ਇਹਦੇ ਵਿੱਚ ਸ਼ਲੋਕ ਵੀ ਮਹਾਰਾਜ ਨੇ ਉਚਾਰਨ ਕੀਤੇ ਹਨ। ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ। ਔਰ ਨਾਲ ਉਚਾਰਨ ਕੀਤਾ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਕਹਿੰਦੇ ਹਨ ਕਿ ਪਹਿਲੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਹਨ। ਔਰ ਇੱਥੇ ਕਈ ਸ਼ੰਕਾਵਾਦੀ ਸ਼ੰਕਾ ਵੀ ਕਰਦੇ ਜੀ ਇਹਦੇ ਵਿੱਚ ਤਾਂ ਦੂਜੇ ਪਾਤਸ਼ਾਹ ਜੀ ਦੇ ਵੀ ਸ਼ਲੋਕ ਵੀ ਆਉਂਦੇ ਹਨ। ਪਰ ਜਿਹੜਾ ਸ਼ਰਧਾਵਾਨ ਸਿੱਖ ਹੁੰਦਾ ਹੈ ਉਹ ਕਦੇ ਸਤਿਗੁਰੂ ਜੀ ਦੇ ਬਚਨਾਂ ਤੇ ਸ਼ੰਕਾ ਨਹੀਂ ਕਰਦਾ। ਨਿਸ਼ਰਧਕ ਲੋਕ ਹੀ ਸਾਧ ਸੰਗਤ ਜੀ ਅਜਿਹੇ ਬੋਲ ਸਕਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਸ਼ਰਧਾ ਨਹੀਂ ਹੈ, ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਨਹੀਂ ਹੈ, ਜਿਨ੍ਹਾਂ ਦੇ ਮਨ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਤੇ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਐਸੇ ਨਿਸ਼ਰਧਕ ਲੋਕ ਹੀ ਇਦਾਂ ਦੇ ਅਯੋਗ ਲਫ਼ਜ਼ ਬੋਲ ਸਕਦੇ ਆ ਕਿ ਇੱਥੇ ਦੂਜਾ ਵੀ ਲਿਖਣਾ ਚਾਹੀਦਾ ਸੀ। ਕਈਆਂ ਨੇ ਬੋਲਿਆ ਤੇ ਕਈਆਂ ਨੇ ਲਿਖਣ ਦਾ ਯਤਨ ਵੀ ਕੀਤਾ। ਇਦਾਂ ਦੇ ਸਰੂਪ ਵੀ ਕਈਆਂ ਨੇ ਤਿਆਰ ਕਰ ਦਿੱਤੇ ਸਨ। ਜਿਵੇਂ ਰਾਗਮਾਲਾ ਤੋਂ ਬਿਨਾਂ ਹੀ ਸਾਧ ਸੰਗਤ ਜੀ ਕਈ ਸਰੂਪ ਤਿਆਰ ਕੀਤੇ ਸਨ। ਜਿਵੇਂ ਜੋ ਤੇਜਾ ਸਿੰਘ ਜਿਹੜੇ ਪਸੌੜੀ ਆਦਿਕ ਹੋਏ ਆ, ਕਿੰਨਾ ਉਹਨਾਂ ਨੇ ਯਤਨ ਕੀਤੇ ਸਨ। ਔਰ ਬਾਬੂ ਸੋਭਾ ਸਿੰਘ ਨੇ ਵੀ ਕਿੰਨਾ ਯਤਨ ਕੀਤਾ ਸੀ। ਪਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਸ ਸਰੂਪਾਂ ਦੀ ਪ੍ਰਵਾਨਗੀ ਨਹੀਂ ਸੀ ਕਿ ਮਿਲੀ। ਆਖਰਕਾਰ ਇਹਨਾਂ ਨੂੰ ਆਪਣੀ ਕੀਤੀ ਦਾ ਫਲ ਆਪ ਹੀ ਭੁਗਤਣਾ ਪਿਆ। ਜ਼ੁਬਾਨ ਦੇ ਵਿੱਚ ਕੀੜੇ ਪੈ ਗਏ ਸਨ। ਸਾਧ ਸੰਗਤ ਜੀ ਫਿਰ ਸੰਗਤ ਨੇ ਹੀ ਸਾਰੀ ਜਿਹੜੀ ਭੁੱਲ ਸੀ ਨਾ ਬਖਸ਼ਾਉਣਾ ਕੀਤੀ ਸੀ ਅਰਦਾਸ ਕਰਕੇ। ਨਹੀਂ ਤਾਂ ਜ਼ੁਬਾਨ ਵਿੱਚ ਕੀੜੇ ਪੈ ਗਏ ਸੀ, ਜਿਹੜੀ ਜ਼ੁਬਾਨ ਦੇ ਨਾਲ ਕਹਿੰਦੇ ਸਨ ਕਿ ਰਾਗਮਾਲਾ ਗੁਰੂ ਕੀ ਬਾਣੀ ਨਹੀਂ ਹੈ। ਇਹਦੇ ਵਿੱਚ ਨਾਨਕ ਸ਼ਬਦ ਕਿਤੇ ਨਹੀਂ ਆਉਂਦਾ, ਮਹੱਲਾ ਸ਼ਬਦ ਕਿਤੇ ਨਹੀਂ ਆਉਂਦਾ। ਤੇ ਜੇ ਇਦਾਂ ਦੀ ਵਿਚਾਰ ਹੈ ਤੇ ਜਪਜੀ ਸਾਹਿਬ ਪੜ੍ਹ ਕੇ ਦੇਖ ਲਈਏ, ਕਿੰਨੀਆਂ ਪੌੜੀਆਂ ਦੇ ਵਿੱਚ ਨਾਨਕ ਸ਼ਬਦ ਨਹੀਂ ਆਉਂਦਾ। ਤੇ ਕੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ? ਕਿ ਉਹ ਪੌੜੀਆਂ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀਆਂ ਨਹੀਂ ਹਨ? ਤੇ ਜੇ ਮਹੱਲਾ ਸ਼ਬਦ ਨਹੀਂ ਆਉਂਦਾ ਤੇ ਫਿਰ ਵੀ ਅਸੀਂ ਮੰਨ ਲਵਾਂਗੇ ਕਿ ਜਪਜੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਨਹੀਂ ਹੈ। ਸਾਧ ਸੰਗਤ ਜੀ ਸ਼ਰਧਾਵਾਨ ਸਿੱਖ ਕਦੇ ਵੀ ਨਹੀਂ ਕਹੇਗਾ ਕਿ ਮਹਾਰਾਜ ਦੀ ਬਾਣੀ ਨਹੀਂ ਹੈ। ਜਿਸ ਨੂੰ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਹੈ, ਗੁਰੂ ਬਚਨਾਂ ਤੇ ਭਰੋਸਾ ਹੈ, ਉਹ ਕਦਾਚਿਤ ਵੀ ਸਤਿਗੁਰੂ ਜੀ ਤੇ ਕਟਾਕਸ਼ ਨਹੀਂ ਕਰ ਸਕਦਾ। ਸਿੱਖ ਦਾ ਫਰਜ਼ ਹੈ ਮਹਾਰਾਜ ਸਾਹਿਬ ਜੀ ਦੀ ਬਚਨਾਂ ਤੇ ਭਰੋਸਾ ਰੱਖਣਾ। ਤੇ ਸਾਧ ਸੰਗਤ ਜੀ ਉਹ ਜਿਹੜੇ ਕਸ਼ਮੀਰ ਦੇ ਇਲਾਕੇ ਤੋਂ ਕਸ਼ਮੀਰੀ ਪੱਤਰੇ ਲਿਆ ਕਰਕੇ ਨਾ, ਪੁਰਾਤਨ ਪੱਤਰੇ, ਇਹ ਹੁਣ ਲਿਖ ਵੀ ਦਿੱਤਾ ਹੈ। ਜਿਹੜੇ ਪੰਜ ਖੰਡੀਏ ਸਨ ਤੇ ਇਹਨਾਂ ਨੇ ਲਿਖ ਵੀ ਦਿੱਤਾ ਸੀਗਾ ਕਿ ਜਿੱਥੇ ਮਹੱਲੇ ਪਹਿਲੇ ਕੇ ਲਿਖਿਆ ਤੇ ਮਹੱਲੇ ਦੂਜੇ ਕੇ ਵੀ ਲਿਖਣਾ ਚਾਹੀਦਾ। ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹਦੇ ਵਿੱਚ ਸ਼ਬਦ ਹਨ। ਇਹ ਸਾਧ ਸੰਗਤ ਜੀ ਤਰਕਵਾਦੀਆਂ ਨੇ, ਸ਼ੰਕਾਵਾਦੀਆਂ ਨੇ, ਜੋ ਨਿਸ਼ਰਧਕ ਲੋਕਾਂ ਨੇ ਉਹ ਲਿਖ ਵੀ ਦਿੱਤਾ ਸੀ, ਪਰ ਪੰਥ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ।
ਇਹ ਗਰੀਬ ਨਵਾਜ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਜਿਉਂ ਦੀ ਬਾਣੀ ਤਿਉਂ ਉਸੇ ਤਰ੍ਹਾਂ ਹੀ ਸਾਨੂੰ ਮੰਨਣਾ ਚਾਹੀਦਾ ਹੈ, ਨਾ ਕਿ ਆਪਣੀ ਮਨ ਮਰਜ਼ੀ ਕਰਨੀ ਚਾਹੀਦੀ ਹੈ। ਇਹ ਸਾਧ ਸੰਗਤ ਜੀ ਪੰਥ ਨੇ ਉਹਨਾਂ ਨੂੰ ਨਹੀਂ ਸੀਗਾ ਮੰਨਿਆ, ਭਾਵੇਂ ਸਰੂਪ ਵੀ ਉਹਨਾਂ ਨੇ ਤਿਆਰ ਕਰ ਦਿੱਤੇ ਸਨ ਕਿ ਕਈਆਂ ਨੇ ਬਹਾਨੇ ਬਣਾ ਲਏ ਜੀ ਅਸੀਂ ਹਜੂਰ ਸਾਹਿਬ ਜਾਂਦੇ ਹਾਂ, ਸਾਨੂੰ ਰਸਤੇ ਵਿੱਚੋਂ ਪ੍ਰਾਤਨ ਸਰੂਪ ਮਿਲਿਆ। ਇਹਦੇ ਵਿੱਚ ਇਦਾਂ ਲਿਖਿਆ, ਮਹੱਲੇ ਦੂਜੇ ਕੇ ਵੀ ਲਿਖਿਆ ਹੋਇਆ, ਤੇ ਕਈਆਂ ਨੇ ਕਹਿ ਦਿੱਤਾ ਜੀ ਉਹਦੇ ਵਿੱਚ ਰਾਗਮਾਲਾ ਬਾਣੀ ਨਹੀਂ ਸੀ। ਪਰ ਇਦਾਂ ਦੀਆਂ ਭਾਵੇਂ ਬੜੀਆਂ ਉਹਨਾਂ ਨੇ ਦਾਅ ਪੇਚ ਲਾ ਕਰਕੇ ਯਤਨ ਕੀਤੇ, ਪਰ ਸੰਗਤ ਜੀ ਪੰਥ ਨੇ ਉਹਨਾਂ ਨੂੰ ਪ੍ਰਵਾਨਗੀ ਨਹੀਂ ਸੀਗੀ ਦਿੱਤੀ। ਤੇ ਸਾਨੂੰ ਵੀ ਸੁਚੇਤ ਹੋ ਕਰਕੇ ਰਹਿਣਾ ਚਾਹੀਦਾ ਹੈ, ਕਿਉਂਕਿ ਇਦਾਂ ਦੇ ਦਾਅ ਪੇਚ ਏਜੰਸੀਆਂ ਵਾਲੇ ਖੇਡਦੇ ਰਹਿੰਦੇ ਐ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਿੱਖ ਦੀ ਸ਼ਰਧਾ ਟੁੱਟ ਜਾਵੇ, ਸਿੱਖ ਦਾ ਵਿਸ਼ਵਾਸ ਗੁਰੂ ਚਰਨਾਂ ਤੋਂ ਉੱਠ ਜਾਵੇ, ਕਿਉਂਕਿ ਸ਼ਰਧਾ ਹੀ ਸਾਧ ਸੰਗਤ ਜੀ ਭਗਤੀ ਦੀ ਜੜ ਹੈ। ਜੋ ਮਨੁੱਖ ਭਗਤੀ ਕਰਦਾ ਹੈ ਨਾ, ਜਿਵੇਂ ਰੁੱਖ ਜੜ ਤੋਂ ਬਿਨਾਂ ਹਰਿਆ ਨਹੀਂ ਨਾ ਰਹਿ ਸਕਦਾ, ਇਦਾਂ ਜਾਣੋ ਕਿ ਇਹ ਜਿਹੜੀ ਸ਼ਰਧਾ ਹੈ ਭਗਤੀ ਦੀ ਜੜ ਹੈ। ਭਗਤੀ ਫੁੱਲ ਦਿੰਦੀ ਹੈ, ਫਲ ਦਿੰਦੀ ਹੈ। ਜਿਵੇਂ ਰੁੱਖ ਤੋਂ ਫੁੱਲ ਤੇ ਫਲ ਮਿਲਦੇ ਆ, ਛਾਂ ਮਿਲਦੇ ਆ, ਇਦਾਂ ਭਗਤੀ ਤੋਂ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਭਗਤੀ ਕਰਕੇ ਹੀ ਆਤਮਿਕ ਸ਼ਕਤੀ ਪ੍ਰਾਪਤ ਹੁੰਦੀ ਹੈ, ਆਤਮਿਕ ਬਲ ਮਿਲਦਾ ਹੈ। ਤੇ ਭਗਤੀ ਰੂਪ ਰੁੱਖ ਦੀ ਜੜ ਜਾਣ ਲਓ ਕਿ ਸ਼ਰਧਾ ਹੈ। ਸ਼ਰਧਾ ਤੋਂ ਬਿਨਾਂ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋਣ ਲੱਗ ਪੈਂਦਾ ਹੈ। ਸੋ ਰਹੋ ਵਿਚਾਰ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲਿਖਦੇ ਨੇ, ਵਾਰ ਸ਼ਲੋਕਾਂ ਨਾਲ ਸ਼ਲੋਕ ਭੀ ਮਹੱਲੇ ਪਹਿਲੇ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਪਹਿਲੇ ਪਾਤਸ਼ਾਹੀ ਦੇ ਲਿਖੇ ਹੋਏ ਜਿਹੜੇ ਇਹਦੇ ਅੰਦਰ ਸ਼ਲੋਕ ਹਨ। ਟੁੰਡੇ ਅਸ ਰਾਜਾ ਕੀ ਧੁਨੀ। ਤੇ ਜੋ ਅਸ ਰਾਜਾ ਹੈ, ਟੁੰਡਾ ਰਾਜਾ ਸੀ, ਬੜਾ ਧਰਮੀ ਰਾਜਾ ਸੀ, ਉਹਦੀ ਜਿਹੜੀ ਧੁਨੀ ਹੈ ਨਾ, ਉਹਦੀ ਵਾਰ ਭਾਈ ਨੱਥੇ ਤੇ ਭਾਈ ਅਬਦੁੱਲੇ ਨੇ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਜੇ ਹੋਏ ਦੀਵਾਨ ਦੇ ਵਿੱਚ ਗਾਈ ਸੀ। ਮਹਾਰਾਜ ਕਹਿੰਦੇ ਉਹ ਅਸੀਂ ਲਿਖ ਰਹੇ ਹਾਂ। ਉਹ ਧੁਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਅੰਦਰ ਚੜ ਰਹੇ ਹਾਂ। ਜੋ 31 ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ, 31 ਰਾਗਾਂ ਦੇ ਵਿੱਚ ਸਾਧ ਸੰਗਤ ਜੀ 22 ਵਾਰਾਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਔਰ ਹਜੂਰ ਨੇ ਜਿੱਥੇ ਹੋਰ ਵਾਰਾਂ ਉਚਾਰਨ ਕੀਤੀਆਂ, ਉੱਥੇ ਇਹ ਆਸਾ ਕੀ ਵਾਰ ਉਚਾਰਨ ਕੀਤੀ ਹੈ। ਜਿੱਥੇ ਪ੍ਰਤੱਖ ਦੁਸ਼ਮਣਾਂ ਦਾ ਸਾਧ ਸੰਗਤ ਜੀ ਜ਼ਿਕਰ ਕੀਤਾ ਹੈ ਕਿ ਜਿਹੜਾ ਇੱਕ ਪਾਸੇ ਧਰਮੀ ਹੈ ਤੇ ਦੂਜੇ ਪਾਸੇ ਅਧਰਮੀ ਹੈ। ਧਰਮੀ ਦੀ ਜਿੱਤ ਹੁੰਦੀ ਹੈ, ਧਰਮੀ ਜਿੱਤ ਪ੍ਰਾਪਤ ਕਰ ਲੈਂਦਾ ਤੇ ਅਧਰਮੀ ਹਾਰ ਜਾਂਦਾ। ਇਸੇ ਪ੍ਰਕਾਰ ਜਿਹੜੇ ਅਧਰਮੀ ਲੋਕ ਹਨ ਉਹ ਜਾਣੋ ਕਿ ਮੋਹ ਦੀ ਤਰ੍ਹਾਂ ਹਨ, ਔਰ ਜਿਹੜੇ ਧਰਮੀ ਹਨ ਉਹ ਜਾਣੋ ਕਿ ਵਿਵੇਕ ਦੀ ਤਰ੍ਹਾਂ ਹਨ। ਵਿਵੇਕ ਅਤੇ ਮੋਹ ਦੀ ਜੰਗ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਇਸ ਵਾਰ ਦੇ ਅੰਦਰ। ਕਿਉਂਕਿ ਜਿਹੜੇ ਸੰਸਾਰ ਦੇ ਮਨਮੁਖ ਜੀਵ ਹੈ ਨਾ, ਉਹ ਮੋਹ ਆਦਿਕ ਆਸੁਰੀ ਸੰਪਦਾ ਨੂੰ ਆਪਣੇ ਕੋਲ ਧਾਰਨ ਕਰਕੇ ਰੱਖਦੇ ਹੈ। ਪਰ ਜਿਹੜੇ ਗੁਰਮੁਖ ਪਿਆਰੇ ਹਨ, ਸਤਿਗੁਰੂ ਜੀ ਦੀ ਸਨਮੁਖ ਹੋ ਕਰਕੇ ਰਹਿੰਦੇ ਹੈ, ਉਹ ਵਿਵੇਕ ਆਦਿਕ ਦੇਵੀ ਸੰਪਦਾ ਨੂੰ ਆਪਣੇ ਹਿਰਦੇ ਘਰ ਵਿੱਚ ਧਾਰਨ ਕਰਕੇ ਰੱਖਦੇ ਹੈ। ਇਹ ਗੁਰਮੁਖਾਂ ਦੀ ਦੇਵੀ ਸੰਪਦਾ ਫੌਜ ਹੈ, ਮਨਮੁਖਾਂ ਦੀ ਆਸੁਰੀ ਸੰਪਦਾ ਔਗਣਾਂ ਦੀ ਵਿਕਾਰਾਂ ਦੀ ਫੌਜ ਹੈ। ਔਰ ਇਹ ਸਤਿਗੁਰੂ ਜੀ ਨੇ ਮੋਹ ਤੇ ਵਿਵੇਕ ਦੀ ਜੰਗ ਵੀ ਇਹਦੇ ਵਿੱਚ ਕਥਨ ਕੀਤੀ ਹੈ। ਤੇ ਮੋਹ ਹਾਰ ਜਾਂਦਾ ਹੈ ਤੇ ਵਿਵੇਕ ਦੀ ਜਿੱਤ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਫਰਮਾਉਂਦੇ ਹਨ। ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਕਹੀਏ ਕਿ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਜਿਸ ਪਾਵਨ ਬਾਣੀ ਦੇ ਅੰਦਰ ਫਲਾਦੇਸ਼ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਉਪਦੇਸ਼ ਬਖਸ਼ਿਆ ਜਿਸ ਦੁਆਰਾ ਜੀਵ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਸਵੈ ਸਰੂਪ ਤੋਂ ਭੁੱਲਾ ਹੋਇਆ ਹੀ ਸੰਸਾਰ ਦੀ ਭਟਕਣਾ ਦੇ ਵਿੱਚ ਬਾਰ-ਬਾਰ ਠੋਕਰਾਂ ਖਾਂਦਾ ਫਿਰ ਰਿਹਾ ਹੈ। ਬਾਰ-ਬਾਰ ਜੂਨਾਂ ਦੇ ਵਿੱਚ ਦਰ ਤੇ ਟੱਕਰਾਂ ਮਾਰਦਾ ਪਿਆ। ਕਦੇ ਕਿਸੇ ਜੂਨ ਵੀ ਜਨਮਦਾ ਹੈ, ਕਦੇ ਕਿਸੇ ਜੂਨ ਦੇ ਵੀ ਜਨਮ ਧਾਰਨ ਕਰ ਲੈਂਦਾ ਹੈ। ਸੋ ਇਸ ਕਰਕੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਸ਼ਲੋਕ ਮਹੱਲਾ ਪਹਿਲਾ। ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਪਹਿਲੇ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਪਦੇਸ਼ ਦਿੰਦੇ ਹਨ। ਬਲਿਹਾਰੀ ਗੁਰ ਆਪਣੇ। ਸਾਧ ਸੰਗਤ ਜੀ, ਪਾਕਪਟਨ ਸ਼ਹਿਰ ਦੇ ਵਿੱਚ ਸ਼ੇਖ ਬ੍ਰਹਮ ਫਰੀਦ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੋਇਆ ਸੀ।
ਉਸ ਨੇ ਕਈ ਸਵਾਲਾਂ ਵਜੋਂ ਬੇਨਤੀਆਂ ਕੀਤੀਆਂ ਸਨ। ਹੈ ਭਾਵੇਂ ਬੜਾ ਖੁਦਾ ਦੀ ਇਬਾਦਤ ਕਰਨ ਵਾਲਾ ਸੀ, ਬੰਦਗੀ ਵਾਲਾ ਸੀਗਾ, ਪਰ ਅਜੇ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਸੀ ਹੋਈ। ਤੇ ਜਦੋਂ ਸਤਿਗੁਰੂ ਜੀ ਦੇ ਨਾਲ ਮੇਲ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀਆਂ ਕਰ ਕਰਕੇ ਮਨ ਦੇ ਸਾਰੇ ਸ਼ੰਕੇ ਤੇ ਭਰਮ ਦੂਰ ਕੀਤੇ ਸਨ। ਹਜ਼ੂਰ ਨੇ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕਰਕੇ ਨਿਹਾਲ ਕੀਤਾ ਸੀ ਔਰ ਪਰਮਾਰਥ ਦੇ ਰਸਤੇ ਤੇ ਚੱਲਣ ਦਾ ਤਰੀਕਾ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਕਿਹੜੇ ਢੰਗ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਦੇ ਰਸਤੇ ਤੇ ਚੱਲੀਦਾ ਹੈ ਤੇ ਕਿਹੜਾ ਰਸਤਾ ਹੈ ਜਿਸ ਰਸਤੇ ਤੇ ਚੱਲਣ ਨਾਲ ਪਰਮੇਸ਼ਰ ਮਿਲ ਜਾਂਦਾ ਹੈ। ਉਸ ਸ਼ੇਖ ਬ੍ਰਹਮ ਫਰੀਦ ਨੇ ਸਵਾਲ ਕੀਤਾ, ਕਹਿੰਦੇ ਜੀ ਤੁਹਾਡਾ ਗੁਰੂ ਕੌਣ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਾਡਾ ਗੁਰੂ ਅਕਾਲ ਪੁਰਖ ਪਰਮੇਸ਼ਰ ਹੈ। ਕਿਉਂਕਿ ਪਰਮੇਸ਼ਰ ਤੋਂ ਹੀ ਸਾਧ ਸੰਗਤ ਜੀ ਸੱਚਖੰਡ ਵਿੱਚ ਜਾ ਕਰਕੇ ਜੋ ਨਾਮ ਦੀ ਦਾਤ ਲੈ ਕਰਕੇ ਸਤਿਗੁਰੂ ਜੀ ਆਏ ਸਨ। ਜਦੋਂ ਵੇਈ ਨਦੀ ਵਿੱਚ ਪ੍ਰਵੇਸ਼ ਹੋ ਕੇ 3 ਦਿਨ ਅਲੋਪ ਰਹੇ ਹੈ, ਉਸ ਸਮੇਂ ਸੱਚਖੰਡ ਦੇ ਵਿੱਚ ਗਏ ਸਨ ਤੇ ਅਕਾਲ ਪੁਰਖ ਪਰਮਾਤਮਾ ਜੀ ਤੋਂ ਨਾਮ ਦੀ ਦਾਤ ਲੈ ਕਰਕੇ ਆਏ, ਜੋ ਸਾਰੇ ਸੰਸਾਰ ਭਰ ਦੇ ਵਿੱਚ ਉਹ ਨਾਮ ਦਾ ਛੱਟਾ ਦੇ ਕਰਕੇ ਸੰਸਾਰ ਦੇ ਜੀਵਨ ਨੂੰ ਨਿਹਾਲ ਕੀਤਾ ਸੀ। ਇਸ ਕਰਕੇ ਜੋ ਅਕਾਲ ਪੁਰਖ ਪਰਮਾਤਮਾ ਹੈ ਉਹ ਪਰਮੇਸ਼ਰ ਹੈ, ਪਾਰ ਬ੍ਰਹਮ ਪਰਮੇਸ਼ਰ ਤੇ ਸਤਿਗੁਰੂ ਜੀ ਗੁਰ ਪਰਮੇਸ਼ਰ ਹਨ, ਹੈ ਇੱਕੋ ਹੀ ਸਰੂਪ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਪਰਮੇਸ਼ਰ ਅਕਾਲ ਪੁਰਖ ਜੀ ਸਾਡੇ ਗੁਰੂ ਹਨ। ਫਿਰ ਕਹਿੰਦੇ ਜੀ ਆਪਣੇ ਗੁਰੂ ਤੋਂ ਜੋ ਕਿੰਨਾ ਕੁ ਸਾਨੂੰ ਵਾਰਨੇ ਜਾਣਾ ਚਾਹੀਦਾ, ਕਿੰਨੀ ਕੁ ਵਾਰ ਆਪਣੇ ਗੁਰੂ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਤੇ ਕਿੰਨੀ ਕੁ ਆਪਣੇ ਗੁਰੂ ਦੇ ਸਾਨੂੰ ਜਸ ਗਾਉਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਬਲਿਹਾਰੀ ਗੁਰ ਆਪਣੇ। ਕਹਿਣ ਲੱਗੇ ਹੈ ਗੁਰਸਿੱਖੋ, ਇਹ ਸ਼ੇਖ ਬ੍ਰਹਮ ਫਰੀਦਾ ਆਪਣੇ ਗੁਰੂ ਤੋਂ ਸਦਾ ਹੀ ਸਾਨੂੰ ਬਲਿਹਾਰ ਜਾਣਾ ਚਾਹੀਦਾ, ਆਪਣਾ ਸਾਰਾ ਹੀ ਬਲ ਹਾਰ ਕਰਕੇ ਸਾਨੂੰ ਕੁਰਬਾਨ ਹੋ ਜਾਣਾ ਚਾਹੀਦਾ ਹੈ। ਬਲਹਾਰੀ ਆਪਣੇ ਸਰੀਰ ਦਾ ਬਲ ਵੀ, ਬੁੱਧੀ ਦਾ ਬਲ ਵੀ, ਧਨ ਦਾ, ਪਦਾਰਥਾਂ ਦਾ ਬਲ, ਸਕੇ ਸੰਬੰਧੀਆਂ ਦਾ, ਮਿੱਤਰਾਂ ਦਾ ਬਲ, ਹਰ ਪ੍ਰਕਾਰ ਦਾ ਬਲ ਹਾਰ ਕਰਕੇ ਫਿਰ ਮਹਾਰਾਜ ਕਹਿੰਦੇ ਸਤਿਗੁਰੂ ਜੀ ਤੋਂ ਕੁਰਬਾਨ ਜਾਣਾ ਚਾਹੀਦਾ। ਕੁਰਬਾਨ ਵੀ ਤਾਂ ਹੀ ਹੋਇਆ ਜਾਂਦਾ ਜਦੋਂ ਹਰ ਪੱਖ ਤੋਂ ਬਲ ਹਾਰ ਜਾਂਦਾ, ਤਾਂ ਫਿਰ ਹਿਰਦੇ ਅੰਦਰ ਗਰੀਬੀ ਆਉਂਦੀ ਹੈ, ਨਹੀਂ ਤਾਂ ਮਨ ਹੰਕਾਰੀ ਹੋਇਆ ਰਹਿੰਦਾ, ਮਨ ਆਕੜਿਆ ਫਿਰਦਾ, ਹੰਕਾਰ ਦੇ ਨਸ਼ੇ ਵਿੱਚ ਹੀ ਤੁਰਿਆ ਫਿਰਦਾ ਹੈ। ਤੇ ਹਜੂਰ ਕਹਿੰਦੇ ਬਲਿਹਾਰੀ ਗੁਰ ਆਪਣੇ, ਕਹਿੰਦੇ ਆਪਣੇ ਸਤਿਗੁਰੂ ਜੀ ਤੋਂ ਅਸੀਂ ਬਲਿਹਾਰ ਜਾਂਦੇ ਆ, ਕੁਰਬਾਨ ਜਾਂਦੇ ਹਾਂ। ਦਿਹਾੜੀ ਸਦਵਾਰ, ਦਿਹਾੜੀ ਦਿਨ ਦੇ ਵਿੱਚ ਸਦਾ ਹੀ ਸਾਨੂੰ ਵਾਰਨੇ ਜਾਣਾ ਚਾਹੀਦਾ। ਦਿਹਾੜੀ ਸਦਵਾਰ ਦਿਨ ਦੇ ਵਿੱਚ ਸਾਧ ਸੰਗਤ ਜੀ 8 ਪਹਿਰ ਹੁੰਦੇ ਆ, 4 ਪਹਿਰ ਦਿਨ ਤੇ 4 ਪਹਿਰ ਰਾਤ। ਇਹ 24 ਘੰਟੇ ਹੈ ਜੋ ਅੱਧਾ ਹਿੱਸਾ ਦਿਨ ਦੇ ਤੇ ਅੱਧਾ ਹਿੱਸਾ ਰਾਤ ਦੇ ਹਿੱਸੇ ਵਿੱਚ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਦਿਹਾੜੀ ਸਦਵਾਰ, ਅਥਵਾ ਜਿਹੜੀ ਜ਼ਿੰਦਗੀ ਰੂਪ ਇਹ ਦਿਹਾੜਾ ਹੀ ਹੈ ਨਾ, ਇਹ ਸਾਰੀ ਅਵਸਥਾ ਰੂਪ ਜਿਹੜਾ ਦਿਨ ਹੈ ਪਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ, ਸਾਰੀ ਜ਼ਿੰਦਗੀ ਪਰ ਆਪਣੇ ਸਤਿਗੁਰੂ ਜੀ ਤੋਂ ਬਲਿਹਾਰ ਜਾਣਾ ਚਾਹੀਦਾ। ਕਿੰਨਾ ਸਤਿਗੁਰਾਂ ਤੋਂ ਜਿਹੜੇ ਆਪ ਮੁਕਤ ਸਰੂਪ ਹਨ, ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਜਿਹੜੇ ਸਤਿਗੁਰੂ ਜੀ ਸਾਨੂੰ ਤਾਰਨ ਦੇ ਸਮਰੱਥ ਹਨ, ਉਹਨਾਂ ਨੂੰ ਜ਼ਿੰਦਗੀ ਪਰ ਦਿਨ ਤੋਂ ਸਾਰੇ ਦਿਹਾੜੀ ਸਾਰੀ ਜ਼ਿੰਦਗੀ ਵਿੱਚ ਹੀ ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਜਿਨ ਮਾਨਸ ਤੇ ਦੇਵਤੇ ਕੀਏ, ਹੇ ਮਹਾਰਾਜ ਕਿਹੋ ਜਿਹੇ ਸਤਿਗੁਰੂ ਜੀ ਹਨ, ਕਿਹੋ ਜਿਹਾ ਉਹਨਾਂ ਦਾ ਬਲ ਹੈ। ਸਤਿਗੁਰੂ ਜੀ ਕਹਿੰਦੇ ਹਨ ਜਿਨ ਮਾਨਸ ਤੇ ਦੇਵਤੇ ਕੀਏ, ਜਿਨ੍ਹਾਂ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਨੇ ਸੰਸਾਰ ਦੇ ਅੰਦਰ ਜਿਹੜੇ ਮਾਨਸ ਹਨ ਉਹਨਾਂ ਨੂੰ ਦੇਵਤੇ ਬਣਾ ਦਿੱਤਾ, ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਦੇਵਤੇ ਉਹ ਨਹੀਂ ਹੈ ਜਿਹੜੇ ਬ੍ਰਹਮਾ ਜੀ ਦੇ ਪੈਦਾ ਕੀਤੇ ਹੋ ਦੇਵ ਸੰਗਿਆ ਨਹੀਂ। ਸਾਧ ਸੰਗਤ ਜੀ ਦੇਵ ਨਾਮ ਦਿਵਯ ਪ੍ਰਕਾਸ਼ ਸਰੂਪ ਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੋ ਗਿਆ ਉਹਨਾਂ ਨੂੰ ਦੇਵਤੇ ਇੱਥੇ ਮਹਾਰਾਜ ਸ਼ਿਵ ਜੀ ਨੇ ਕਥਨ ਕੀਤਾ। ਦੇਵਤੇ ਉਹ ਨਾ ਸਮਝ ਲੈਣਾ ਜਿਹੜੇ ਆਪਣੀ ਪੂਜਾ ਕਰਵਾਉਂਦੇ ਆ। ਜਿਹੜੇ ਦੇਵਤੇ ਇਹ ਮਨੁੱਖਾ ਦੇਹੀ ਨੂੰ ਲੋਚਦੇ ਪਏ ਹਨ ਕਿ ਸਾਨੂੰ ਮਨੁੱਖਾ ਦੇਹੀ ਦੀ ਪ੍ਰਾਪਤੀ ਹੋ ਜਾਵੇ।
ਇਸ ਦੇਹ ਕੋ ਸਿਮਰਹਿ ਦੇਵ। ਉਹ ਜਿਹੜੇ ਦੇਵਤੇ ਹਨ 33 ਕਰੋੜ ਦੇਵਤੇ ਮਨੁੱਖਾ ਦੇਹੀ ਨੂੰ ਸਾਧ ਸੰਗਤ ਲੋਚਦੇ ਪਏ ਆ ਕਿ ਮਨੁੱਖਾ ਸਰੀਰ ਪਾ ਕੇ ਮਹਾਰਾਜ ਦੀ ਸ਼ਰਨ ਧਾਰਨ ਕਰਕੇ ਅਸੀਂ ਮੁਕਤ ਹੋ ਜਾਈਏ, ਪਰ ਮੁਕਤੀ ਨਹੀਂ ਪ੍ਰਾਪਤ ਹੁੰਦੀ ਮਨੁੱਖਾ ਦੇਹੀ ਤੋਂ ਬਿਨਾ। ਇਸ ਕਰਕੇ ਮਹਾਰਾਜ ਕਹਿੰਦੇ ਜਿਨ ਮਾਨਸ ਦੇ ਦੇਵਤੇ ਕੀਏ। ਜਿਹੜੇ ਮਾਨ ਦੀ ਸਹਿਤ ਸਨ ਉਹਨਾਂ ਨੂੰ ਨਿਮਰਤਾਵਾਨ ਬਣਾ ਕਰਕੇ ਦੇਵਤੇ ਬ੍ਰਹਮ ਗਿਆਨੀ ਬਣਾ ਦਿੱਤਾ। ਮਾਨਸ ਇਹ ਜੀਵ ਨੂੰ ਤਾਂ ਕਿਹਾ ਜਾਂਦਾ ਹੈ ਸਾਧ ਸੰਗਤ ਜੀ, ਮਾਨਸ ਮਾਨ ਸਹਿਤ, ਇਹ ਮਾਨ ਦੀ ਸਹਿਤ ਹੈ। ਮਾਨ ਕਰਦਾ, ਹੰਕਾਰ ਕਰਦਾ, ਤੇ ਹੰਕਾਰੀਆਂ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੰਕਾਰ ਤੋੜ ਕਰਕੇ ਨਿਮਰਤਾਵਾਨ ਬਣਾ ਕੇ ਬ੍ਰਹਮ ਗਿਆਨੀ ਬਣਾਇਆ ਸੀ। ਬੜੇ ਬੜੇ ਮਾਣ ਜਿਹੜੇ ਸਨ, ਆਕੀ ਸਨ, ਮਾਣ ਕਰਦੇ ਸਨ। ਕੋਈ ਸ਼ਕਤੀਆਂ ਦਾ, ਕੋਈ ਬਲ ਦਾ, ਕੋਈ ਤਨ ਕਰਕੇ ਬਲ ਦਾ, ਕੋਈ ਆਤਮਿਕ ਸ਼ਕਤੀਆਂ ਦੇ ਬਲ ਕਰਕੇ ਬੜਾ ਬੜਾ ਮਾਣ ਕਰਦੇ ਸਨ। ਤੇ ਕੋਈ ਸ਼ਾਸਤਰ ਵਿਦਿਆ ਦਾ, ਕੋਈ ਸ਼ਸਤਰ ਵਿਦਿਆ ਦਾ, ਸਭ ਦੇ ਮਾਣ ਤੋੜ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਨੇ ਤਿੰਨਾਂ ਨੂੰ ਦੇਵਤੇ ਬ੍ਰਹਮ ਗਿਆਨੀ ਬਣਾ ਦਿੱਤਾ ਸੀ। ਇਸ ਕਰਕੇ ਮਹਾਰਾਜ ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ। ਜਿਹੜੇ ਬੜੇ ਬੜੇ ਹੰਕਾਰੀ ਸਨ, ਛਿਨ ਮਾਤਰ ਸਮੇਂ ਵਿੱਚ ਤਿੰਨਾਂ ਨੂੰ ਮਹਾਰਾਜ ਸ਼ਿਵ ਜੀ ਨੇ ਨਿਹਾਲ ਕਰ ਦਿੱਤਾ। ਕਰਤ ਨਾ ਲਾਗੀ ਵਾਰ। ਤੇ ਜਿਸ ਸ੍ਰਿਸ਼ਟੀ ਨੂੰ ਕਰਨੇ ਦੇ ਪੈਦਾ ਕਰਨ ਤੇ ਵਾਰ ਥੋੜਾ ਜਿੰਨਾ ਵੀ ਵੇਲਾ ਸਮਾਂ ਨਹੀਂ ਲੱਗਦਾ। ਛਿਨ ਮਾਤਰ ਸਮੇਂ ਵਿੱਚ ਪ੍ਰਮਾਤਮਾ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਲੱਖਾਂ ਹੀ ਦਰਿਆ, ਮੂੰਹ ਮਾਣਾ ਕਿੰਨਾ ਕਿੰਨਾ ਭਾਰ ਪਾਣੀ ਪੈਦਾ ਕਰ ਦਿੰਦਾ ਛਿਨ ਮਾਤਰ ਸਮੇਂ ਦੇ ਵਿੱਚ, ਅੱਖ ਝਮਕਣ ਤੋਂ ਥੋੜੇ ਜਿੰਨੇ ਸਮੇਂ ਵਿੱਚ। ਇਹ ਪ੍ਰਮਾਤਮਾ ਦੀ ਲੀਲਾ ਹੈ। ਔਰ ਕੁਰਾਨ ਸ਼ਰੀਫ ਦੇ ਵਿੱਚ ਇਉਂ ਲਿਖਿਆ ਹੈ ਸਾਧ ਸੰਗਤ ਜੀ, ਇਸਲਾਮ ਮਤ ਦੇ ਵਿੱਚ ਕਹਿੰਦੇ ਹਨ ਕਿ 7 ਦਿਨਾਂ ਦੇ ਵਿੱਚ ਸ੍ਰਿਸ਼ਟੀ ਨੂੰ ਪੈਦਾ ਕੀਤਾ ਪਰਮਾਤਮਾ ਨੇ। ਤੇ ਜੋ 8ਵੇਂ ਦਿਨ ਭਾਵ ਕਿ ਦੁਬਾਰਾ ਫਿਰ ਜਿਵੇਂ ਤਾਂ ਹੀ ਕਹਿੰਦੇ ਹਫਤਾ ਮੰਨਿਆ ਜਾਂਦਾ, 8ਵੇਂ ਦਿਨ ਕਹਿੰਦੇ ਪ੍ਰਮਾਤਮਾ ਨੇ ਫਿਰ ਆਰਾਮ ਕੀਤਾ। ਇਹ ਵੱਖੋ ਵੱਖਰੇ ਮਤਾਂ ਮਤਾਂਤਰਾਂ ਦੇ ਵਿਚਾਰ ਹਨ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਜੋ ਮਤ ਹੈ ਇਸ ਸੰਸਾਰ ਦੇ ਨਾਲ ਬਹੁਤ ਨਿਵੇਕਲਾ ਹੈ। ਹਜੂਰ ਨੇ ਤਾਂ ਭਾਵੇਂ ਇਹ ਉਚਾਰਨ ਵੀ ਕੀਤਾ ਪਰ ਫਿਰ ਵੀ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਕਿਵੇਂ ਸ੍ਰਿਸ਼ਟੀ ਨੂੰ ਪੈਦਾ ਕਰਦਾ, ਕਿਵੇਂ ਪਰਵਰਿਸ਼ ਕਰਦਾ, ਕਿਵੇਂ ਲੈਅਤਾ ਕਰਦਾ, ਕੋਈ ਜਾਣ ਹੀ ਨਹੀਂ ਸਕਦਾ, ਕੋਈ ਨਹੀਂ ਅੰਤ ਪਾ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਦੇ ਚੌਪਈ ਸਾਹਿਬ ਪਾਵਨ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਹੇ ਅਕਾਲ ਪੁਰਖ ਪ੍ਰਮਾਤਮਾ ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਪਹਿਲਾਂ ਮਹਾਰਾਜ ਕਿਹੜੇ ਢੰਗ ਦੇ ਨਾਲ ਆਪ ਜੀ ਨੇ ਸੰਸਾਰ ਦੀ ਸਿਰਜਣਾ ਕੀਤੀ ਸੀ ਕੋਈ ਨਹੀਂ ਜਾਣ ਸਕਿਆ, ਨਾ ਹੀ ਕੋਈ ਜਾਣ ਸਕੇਗਾ। ਇਹ ਐਵੇਂ ਆਪਣੇ ਸੰਸਾਰ ਦੇ ਅੰਦਰ ਜੀਵ ਡਿੰਗਾ ਮਾਰਦੇ ਰਹਿੰਦੇ ਜੇ ਐਵੇਂ ਰੱਬ ਨੇ ਕੀਤਾ, ਐਵੇਂ ਪਰਮਾਤਮਾ ਨੇ ਕੀਤਾ, ਪਰ ਅਸਲ ਦੇ ਵਿੱਚ ਕੋਈ ਵੀ ਜਾਣ ਨਹੀਂ ਸਕਿਆ, ਨਾ ਜਾਣ ਸਕੇਗਾ। ਤੇ ਗਰੀਬ ਨਵਾਜ ਮਹਾਰਾਜ ਕਹਿੰਦੇ ਕਰਤ ਨਾ ਲਾਗੀ ਵਾਰ। ਬਹੁਤਾ ਸਮਾਂ ਨਹੀਂ ਲੱਗਦਾ ਕਦੋਂ ਜੀਵਾਂ ਨੂੰ ਪੈਦਾ ਕਰ ਦਿੰਦਾ ਹੈ। ਅਥਵਾ ਜਿਨ ਮਾਨਸ ਤੇ ਦੇਵਤੇ ਕੀਏ, ਜਿਸ ਪਰਮਾਤਮਾ ਨੇ ਮਾਨੀ ਹੰਕਾਰੀਆਂ ਨੂੰ, ਜਿਹੜੇ ਆਸੁਰੀ ਸੰਪਦਾ ਨੂੰ ਧਾਰਨ ਕਰੀ ਬੈਠੇ ਸਨ, ਜਿਨ੍ਹਾਂ ਦਾ ਜੀਵਨ ਰਾਖਸ਼ਾਂ ਦੀ ਤਰ੍ਹਾਂ ਸੀ, ਤੇ ਇਹਨਾਂ ਨੂੰ ਦੇਵਤੇ ਦਿਵ ਦ੍ਰਿਸ਼ਟੀ ਵਾਲੇ ਬ੍ਰਹਮ ਦ੍ਰਿਸ਼ਟੀ ਵਾਲੇ ਬਣਾ ਦਿੱਤਾ। ਬ੍ਰਹਮ ਗਿਆਨੀ ਬਣਾਉਂਦਿਆਂ ਹੋਇਆਂ ਪ੍ਰਮਾਤਮਾ ਨੂੰ ਦੇਰੀ ਨਹੀਂ ਲੱਗੀ ਹੈ। ਮਹਾਰਾਜ ਸੱਚੇ ਪਾਤਸ਼ਾਹ ਛਿਨ ਮਾਤਰ ਸਮੇਂ ਵਿੱਚ ਜਿਸ ਜੀਵ ਤੇ ਬਖਸ਼ਿਸ਼ ਕਰ ਦਿੰਦੇ ਆ ਨਾ, ਜੀਵ ਦੀ ਬੁੱਧੀ ਦੇ ਵਿੱਚ ਬਦਲਾਵ ਲਿਆ ਦਿੰਦੇ ਆ। ਜਿੱਦਾਂ ਦੀ ਮਨੁੱਖ ਦੀ ਬੁੱਧ ਹੈ, ਅਕਲ ਹੈ, ਉਦਾਂ ਦੇ ਢੰਗ ਦੇ ਨਾਲ ਹੀ ਜੀਵਨ ਨਿਰਵਾਹ ਕਰਦਾ ਹੈ, ਸੋਚਦਾ ਹੈ, ਚਿਤਵਦਾ ਹੈ, ਉਦਾਂ ਹੀ ਅੱਗੇ ਮਨ ਨੂੰ ਪ੍ਰੇਰਿਤ ਕਰੀ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਜਿਹਦੀ ਬੁੱਧੀ ਮਾੜੀ ਹੋਵੇ ਨਾ, ਸ਼ੈਤਾਨ ਬੁੱਧ ਵਾਲਾ ਜਿਹਨੂੰ ਕਿਹਾ ਜਾਂਦਾ ਕਿ ਸ਼ੈਤਾਨ ਬੁੱਧੀ ਹੈ ਇਸ ਬੰਦੇ ਦੀ, ਉਹ ਫਿਰ ਕਰਮ ਵੀ ਉਦਾਂ ਦੇ ਮੰਦੇ ਕਰਮ ਹੀ ਕਰਦਾ। ਪਰ ਦੇਵਤਿਆਂ ਵਾਲੀ ਬੁੱਧੀ ਬਣ ਜਾਵੇ, ਬ੍ਰਹਮ ਦ੍ਰਿਸ਼ਟੀ ਦੀ ਪ੍ਰਾਪਤੀ ਹੋ ਜਾਵੇ, ਸਤਿਗੁਰੂ ਜੀ ਕਿਰਪਾ ਕਰ ਦੇਣ, ਛਿਨ ਮਾਤਰ ਸਮੇਂ ਵਿੱਚ ਬੁੱਧੀ ਵਿੱਚ ਬਦਲਾਵ ਆ ਜਾਂਦਾ ਹੈ। ਮਨੁੱਖ ਦਾ ਜੀਵਨ ਨਿਰਵਾਹ ਕਰਨੇ ਦਾ ਢੰਗ ਤਰੀਕਾ ਹੀ ਸਾਧ ਸੰਗਤ ਜੀ ਤਬਦੀਲ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਹਨ ਕਿ ਕਰਤ ਨਾ ਲਾਗੀ ਵਾਰ। ਬਹੁਤਾ ਸਮਾਂ ਨਹੀਂ ਲੱਗਦਾ, ਛਿਨ ਮਾਤਰ ਸਮੇਂ ਵਿੱਚ ਹੀ ਬਖਸ਼ਿਸ਼ ਕਰ ਦਿੰਦੇ ਹਨ। ਕੌਡਾ ਰਾਖਸ਼ ਛਿਨ ਮਾਤਰ ਸਮੇਂ ਵਿੱਚ ਹੀ ਬ੍ਰਹਮ ਗਿਆਨੀ ਬਣਾ ਦਿੱਤਾ ਸੀ ਨਾ, ਜੀਵਾਂ ਨੂੰ ਪਕੌੜੇ ਦੀ ਤਰ੍ਹਾਂ ਤਲ ਤਲ ਕੇ ਖਾ ਜਾਂਦਾ। ਭਾਈ ਮਰਦਾਨੇ ਨੂੰ ਵੀ ਲੱਗਾ ਸੀ ਨਾ,
ਤੇ ਮਹਾਰਾਜ ਨੇ ਆਵਾਜ਼ ਮਾਰੀ ਸੀ, ਇਹ ਕੌਡਿਆ। ਤੇ ਪਹਿਲਾਂ ਤਾਂ ਸੁਣ ਕੇ ਬੜੀ ਹੈਰਾਨਗੀ ਹੋਈ। ਸਤਿਗੁਰੂ ਜੀ ਨੇ ਅੰਮ੍ਰਿਤਮਈ ਨਿਗਾਹ ਦੇ ਨਾਲ ਭਰ ਕਰਕੇ ਜਦੋਂ ਦੇਖਿਆ, ਅੰਮ੍ਰਿਤਮਈ ਦ੍ਰਿਸ਼ਟੀ ਪਾਈ, ਤੇ ਸਤਿਗੁਰੂ ਜੀ ਨੇ ਉਹਨੂੰ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕਰ ਦਿੱਤੀ ਸੀ, ਨਿਹਾਲ ਕਰ ਦਿੱਤਾ। ਇਉਂ ਰਾਖਸ਼ਾਂ ਨੂੰ ਵੀ ਮਹਾਰਾਜ ਬ੍ਰਹਮ ਗਿਆਨੀ ਬਣਾ ਦਿੰਦੇ ਹੈ, ਤੇ ਬਹੁਤੀ ਦੇਰ ਨਹੀਂ ਲੱਗਦੀ, ਛਿਨ ਮਾਤਰ ਸਮੇਂ ਵਿੱਚ ਹੀ ਮਹਾਰਾਜ ਕਿਰਪਾ ਕਰ ਦਿੰਦੇ ਹਨ। ਮਹੱਲਾ ਦੂਜਾ। ਹੁਣ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅੱਗੇ ਸ਼ਬਦ ਹੈ। ਪਹਿਲਾ ਸ਼ਲੋਕ ਉਚਾਰਨ ਕੀਤਾ ਪਹਿਲੇ ਪਾਤਸ਼ਾਹ ਜੀ ਨੇ, ਤੇ ਫਿਰ ਨਾਲ ਮਹੱਲਾ ਦੂਜਾ ਲਿਖਿਆ। ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਬਲਿਹਾਰੀ ਗੁਰ ਆਪਣੇ ਵਾਲਾ ਜਿਹੜਾ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਹੈ, ਮਹਾਰਾਜ ਇਹਦਾ ਹੋਰ ਵੀ ਕਿਰਪਾ ਕਰਕੇ ਵਿਸਥਾਰ ਦੇ ਨਾਲ ਅਰਥ ਸਮਝਾਓ। ਤੇ ਫਿਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਉਚਾਰਨ ਕੀਤਾ ਸੀ ਮਹੱਲਾ। ਸਤਿਗੁਰੂ ਜੀ ਫਰਮਾਉਂਦੇ ਹਨ, ਜੇ ਸੌ ਚੰਦਾ ਉਗਵਹਿ। ਸਤਿਗੁਰੂ ਜੀ ਨੇ ਕਿਹਾ ਸੀ, ਇਹ ਗੁਰਸਿੱਖੋ, ਪੂਰੇ ਸਤਿਗੁਰੂ ਜੀ ਦੀ ਵਡਿਆਈ ਕਥਨ ਕੀਤੀ ਹੈ ਪਹਿਲੇ ਪਾਤਸ਼ਾਹ ਪਹਿਲੇ ਸਰੂਪ ਦੇ ਅੰਦਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ, ਸਾਡੇ ਸਤਿਗੁਰੂ ਜੀ ਨੇ ਪੂਰੇ ਸਤਿਗੁਰੂ ਜੀ ਦੀ ਵਡਿਆਈ ਕਥਨ ਕੀਤੀ ਹੈ। ਤੇ ਮਹਾਰਾਜ ਉਹ ਵਡਿਆਈ ਨੂੰ ਹੋਰ ਵੀ ਵਧਾ ਕਰਕੇ ਸਤਿਗੁਰੂ ਜੀ ਫਰਮਾਉਂਦੇ ਹੈ, ਜੇ ਸੌ ਚੰਦਾ ਉਗਵਹਿ। ਇੱਕ ਚੰਦਰਮਾ ਚੜ੍ਹਦਾ ਨਾ ਰਾਤ ਦੇ ਸਮੇਂ ਆਕਾਸ਼ ਦੇ ਵਿੱਚ, ਕਹਿੰਦੇ ਭਾਵੇਂ 100 ਸੈਂਕੜੇ ਚੰਦਰਮਾ ਚੜ੍ਹ ਜਾਣ, ਸੈਂਕੜੇ ਚੰਦਰਮਾ ਚੜ੍ਹ ਕਰਕੇ ਪ੍ਰਕਾਸ਼ ਕਰਨਾ। ਸੂਰਜ ਚੜ੍ਹੇ ਹਜ਼ਾਰ। ਤੇ ਫਿਰ ਇੱਕ ਸੂਰਜ ਦੇ ਨਾਲ ਸਭ ਥਾਵਾਂ ਤੇ ਪ੍ਰਕਾਸ਼ ਹੁੰਦਾ ਹੈ। ਸਾਰੀਆਂ ਥਾਵਾਂ ਤੇ ਸੂਰਜ ਚੜ੍ਹਦਾ ਹੈ ਤੇ ਹਨੇਰਾ ਅਲੋਪ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਹਨ, ਹਜ਼ਾਰਾਂ ਹੀ ਭਾਵੇਂ ਸੂਰਜ ਚੜ੍ਹ ਜਾਣ, ਹਜ਼ਾਰਾਂ ਹੀ ਸੂਰਜ ਜਿੰਨਾ ਪ੍ਰਕਾਸ਼ ਭਾਵੇਂ ਹੋ ਜਾਣਾ ਕਰੇ। ਏਤੇ ਚਾਨਣ ਹੁੰਦਿਆਂ। ਇਹ ਗੁਰਸਿੱਖੋ, ਇੰਨਾ ਚਾਨਣ ਇੰਨਾ ਪ੍ਰਕਾਸ਼ ਹੁੰਦਿਆਂ ਹੋਇਆ ਵੀ ਸੈਂਕੜੇ ਚੰਦਰਮਿਆਂ ਦਾ ਪ੍ਰਕਾਸ਼ ਹੋ ਜਾਵੇ, ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਣਾ ਕਰੇ। ਗੁਰ ਬਿਨ ਘੋਰ ਅੰਧਾਰ। ਪਰ ਨਿਸ਼ਚੈ ਕਰਕੇ ਜਾਣ ਲਓ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਜੀਵ ਦੇ ਹਿਰਦੇ ਦਾ ਆਵਰਣ ਦਾ ਅਗਿਆਨ ਦਾ ਹਨੇਰਾ ਨਹੀਂ ਕਦੇ ਦੂਰ ਹੋ ਸਕਦਾ। ਬਾਹਰੀ ਭਾਵੇਂ ਪ੍ਰਕਾਸ਼ ਜਿੰਨਾ ਮਰਜ਼ੀ ਹੋ ਜਾਵੇ, ਪਰ ਜੀਵ ਦੇ ਅੰਦਰ ਜਿਹੜਾ ਗਿਆਨ ਦਾ ਪ੍ਰਕਾਸ਼ ਹੈ, ਸਤਿਗੁਰੂ ਜੀ ਤੋਂ ਬਿਨਾਂ ਕਦੇ ਹੋ ਹੀ ਨਹੀਂ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਇਹ ਜੀਵ, ਸਤਿਗੁਰੂ ਜੀ ਤੋਂ ਬਿਨਾਂ ਕਦੇ ਤੇਰੇ ਅੰਦਰ ਦਾ ਅਗਿਆਨ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਖਸ਼ਿਸ਼ ਕੀਤੀ ਹੈ। ਔਰ ਇਸੇ ਪ੍ਰਕਾਰ ਫਿਰ ਇਹ ਮਹੱਲਾ ਦੁਬਾਰਾ ਪੜ੍ਹਨਾ ਕਰੋ ਜੀ। ਮਹੱਲਾ ਦੂਜਾ। ਜੇ ਸੌ ਚੰਦਾ ਉਗਵਹਿ। ਅੰਤਰੀ ਭਾਵ ਦੇ ਵਿੱਚ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਹੈ ਗੁਰਸਿੱਖੋ, ਜੇ ਸੈਂਕੜੇ ਚੰਦਰਮਾ ਚੜ੍ਹਨ ਦੀ ਤਰ੍ਹਾਂ ਭਾਵੇਂ ਸੰਸਾਰ ਦੇ ਜਿਹੜੇ ਪੁਰਾਣ ਹਨ, 27 ਸਿਮਰਤੀਆਂ ਇਤਿਆਦਿਕ ਗ੍ਰੰਥ ਹਨ, ਉਹਨਾਂ ਗ੍ਰੰਥਾਂ ਦਾ ਗਿਆਨ ਵੀ ਭਾਵੇਂ ਮਨੁੱਖ ਵਾਚ ਲਵੇ, ਭਾਵੇਂ ਉਹਨਾਂ ਦਾ ਗਿਆਨ ਵੀ ਜੀਵ ਨੂੰ ਪ੍ਰਾਪਤ ਹੋ ਜਾਣਾ ਕਰੇ। ਸੂਰਜ ਚੜ੍ਹੇ ਹਜ਼ਾਰ। ਤੇ ਹਜ਼ਾਰਾਂ ਹੀ ਸੂਰਜਾਂ ਦੇ ਪ੍ਰਕਾਸ਼ ਦੀ ਤਰ੍ਹਾਂ ਵੇਦ ਜਿਹੜੇ 4 ਵੇਦ ਹੈ ਨਾ, ਇਹ ਹਜ਼ਾਰਾਂ ਰੂਪ ਹੋ ਕਰਕੇ ਭਾਵੇਂ ਆਪਣੇ ਗਿਆਨ ਦਾ ਪ੍ਰਕਾਸ਼ ਕਰੀ ਜਾਣ। ਇਹਨਾਂ ਦੇ ਅੰਦਰ ਦਾ ਜਿਹੜਾ ਗਿਆਨ ਹੈ, ਭਾਵੇਂ ਜੀਵ ਨੂੰ ਪ੍ਰਾਪਤ ਹੋ ਜਾਵੇ, ਭਾਵੇਂ ਇਹਨਾਂ ਨੂੰ ਵਾਚਨ ਵਾਲਾ ਬਣ ਜਾਵੇ। ਏਤੇ ਚਾਨਣ ਹੁੰਦਿਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹਨਾਂ ਵੇਦਾਂ ਦਾ, ਸ਼ਾਸਤਰਾਂ ਦਾ, ਸਿਮਰਤੀਆਂ ਦਾ, ਪੁਰਾਣਾਂ ਦਾ, ਇਹ ਸਾਰਾ ਗਿਆਨ ਦਾ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਗੁਰ ਬਿਨ ਘੋਰ ਅੰਧਾਰ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਹੈ ਜੀਵ, ਤੇਰੇ ਜੀਵਨ ਦੇ ਅੰਦਰ ਗਾੜਾ ਅਗਿਆਨ ਦਾ ਹਨੇਰਾ ਹੀ ਹਨੇਰਾ ਹੈ। ਕਦੇ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਭਾਵੇਂ ਵੇਦਾਂ ਨੂੰ ਪੜ੍ਹ ਲਵੇ, ਭਾਵੇਂ ਸ਼ਾਸਤਰਾਂ ਨੂੰ ਪੜ੍ਹ ਲਵੇ, ਸਿਮਰਤੀਆਂ ਪੜ੍ਹ ਲਵੇ, ਭਾਵੇਂ ਪੁਰਾਣ ਪੜ੍ਹ ਲਵੇ, ਇਹਨਾਂ ਦੇ ਅੰਦਰ ਦਾ ਸਾਰਾ ਗਿਆਨ ਹੀ ਭਾਵੇਂ ਜੀਵ ਦੇ ਅੰਦਰ ਆ ਜਾਵੇ, ਪਰ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਜੀਵ ਦੇ ਹਿਰਦੇ ਦਾ ਅਗਿਆਨ ਦਾ ਹਨੇਰਾ ਨਹੀਂ ਕਦੇ ਦੂਰ ਹੋ ਸਕਦਾ। ਪਿਆ ਹੋਇਆ ਅਵਰਨ ਦਾ ਪਰਦਾ ਨਹੀਂ ਕਦੇ ਕੱਟਿਆ ਜਾ ਸਕਦਾ। ਸਾਧ ਸੰਗਤ ਜੀ,
ਬੜੇ ਬੜੇ ਚੋਟੀ ਦੇ ਵਿਦਵਾਨ ਹੋਏ ਐ, ਬੜੇ ਬੜੇ ਨਾਮੀ ਸੰਸਾਰ ਦੇ ਪੰਡਿਤ ਵਿਦਵਾਨ ਹੋਏ ਨੇ, ਪਰ ਹਿਰਦੇ ਦੇ ਅੰਦਰ ਅਗਿਆਨ ਦਾ ਜਿਹੜਾ ਪਿਆ ਹੋਇਆ ਪਰਦਾ ਹੈ ਨਾ, ਉਹ ਦੂਜਿਆਂ ਦਾ ਕੀ ਆਪਣਾ ਵੀ ਕਦੇ ਦੂਰ ਨਾ ਕਰ ਸਕੇ। ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕੀਤੀ ਤਾਂ ਹੀ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ ਸੀ। ਸਾਧ ਸੰਗਤ ਜੀ, ਪਹਿਲੇ ਜਾਮੇ ਅੰਦਰ ਹੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਜਦੋਂ ਕਾਂਸ਼ੀ ਵਿੱਚ ਗਏ ਆ ਨਾ, ਜਿੱਥੇ ਗੋਪਾਲ ਚੰਦ ਪੰਡਿਤ ਸੀ, ਬੜਾ ਹੰਕਾਰੀ ਸੀ, ਬਹੁਤ ਵੇਦ ਸ਼ਾਸਤਰ ਪੜ੍ਹਿਆ ਹੋਇਆ ਸੀ, ਬੜਾ ਮਨ ਵਿੱਚ ਹੰਕਾਰ ਸੀ ਵਿਦਿਆ ਦਾ। ਤੇ ਕਾਂਸ਼ੀ ਵਿੱਚ ਜਿਸ ਵੀ ਕਿਸੇ ਵਿਦਵਾਨ ਨੇ ਜਾਣਾ, ਭੰਗਵੇ ਕੱਪੜੇ ਵਾਲੇ ਨੂੰ ਦੇਖ ਲੈਣਾ ਤੇ ਪੁੱਜ ਕਰਕੇ ਉਹਦੇ ਨਾਲ ਚਰਚਾ ਕਰਨ ਵਾਸਤੇ ਚਲਾ ਜਾਂਦਾ ਸੀ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਵੀ ਕਾਂਸ਼ੀ ਵਿੱਚ ਗਏ ਸਨ। ਫਿਰ ਇਦਾਂ ਦਾ ਸੁਭਾਅ ਸੀ ਦਾ ਗੋਪਾਲ ਚੰਦ ਪੰਡਿਤ ਦਾ, ਜੇ ਕੋਈ ਇਹਦੇ ਤੋਂ ਹਾਰ ਜਾਂਦਾ ਨਾ, ਉਹਦੇ ਗ੍ਰੰਥ ਖੋਹ ਲੈਂਦਾ ਤੇ ਉਹਦੇ ਕੱਪੜੇ ਜਿਹੜੇ ਸਨ ਲਵਾ ਲੈਂਦਾ ਸੀ। ਕਹਿੰਦਾ ਕਿ ਤੂੰ ਐਵੇਂ ਝੂਠਾ ਹੀ ਭੇਖ ਬਣਾਇਆ ਵਿਦਵਾਨਾਂ ਵਾਲਾ। ਬੜਾ ਮਾਣ ਸੀ, ਬਹੁਤਾ ਹੰਕਾਰੀ ਸੀਗਾ। ਜਦੋਂ ਸਤਿਗੁਰੂ ਜੀ ਗਏ ਤੇ ਮਹਾਰਾਜ ਜੀ ਨੂੰ ਕਹਿੰਦਾ ਕਿ ਤੁਸੀਂ ਮੇਰੇ ਨਾਲ ਚਰਚਾ ਕਰੋ, ਤੇ ਮਹਾਰਾਜ ਕਹਿੰਦੇ ਨਹੀਂ ਭਾਈ, ਅਸੀਂ ਚਰਚਾ ਕਰਨ ਵਾਸਤੇ ਨਹੀਂ ਆਏ। ਇਹ ਗਰੀਬ ਨਵਾਜ ਸਤਿਗੁਰੂ ਜੀ ਨੂੰ ਬਾਰ-ਬਾਰ ਕਹੀ ਜਾਂਦਾ ਸੀ। ਤੇ ਹਜੂਰ ਨੇ ਕਿਹਾ ਕਿ ਐਵੇਂ ਬਾਰ-ਬਾਰ ਤੂੰ ਆਈ ਜਾਂਦਾ, ਫਿਰ ਵੀ ਨਾ ਟੜਿਆ। ਤੇ ਉੱਥੇ ਮਰਿਆ ਹੋਇਆ ਕੁੱਤਾ ਪਿਆ ਸੀਗਾ, ਮਰਿਆ ਹੋਇਆ। ਕਹਿੰਦੇ ਅਸੀਂ ਚਰਚਾ ਨਹੀਂ ਕਰਨੀ। ਹਜੂਰ ਨੇ ਉਹਨੂੰ ਕਿਹਾ, ਕਹਿੰਦੇ ਉੱਠ ਕੁੱਕਰ, ਤੇਰੇ ਭਾਈ ਆਏ ਆ। ਤੇ ਬੜਾ ਸੁਣ ਕਰਕੇ ਹੈਰਾਨ ਹੋ ਗਿਆ, ਕੁੱਤੇ ਨੂੰ ਮੇਰਾ ਭਰਾ ਕਹਿ ਦਿੱਤਾ ਹੈ। ਇਹਦੇ ਨਾਲ ਚੇਡੇ ਚਾਟੜੇ ਦਾਸ ਵੀ ਬੜੇ ਸਨ ਗੋਪਾਲ ਚੰਦ ਪੰਡਿਤ ਦੇ ਨਾਲ। ਕਹਿੰਦਾ ਜੀ ਪਹਿਲਾਂ ਦੱਸੋ ਮੇਰਾ ਭਾਈ ਕਿਉਂ ਇਹਨੂੰ ਆਖਿਆ? ਕਹਿੰਦੇ ਤੈਨੂੰ ਆਪ ਹੀ ਦੱਸੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਾਧ ਸੰਗਤ ਜੀ ਉਹਨੂੰ ਜਿਉਂਦਾ ਕੀਤਾ, ਉਸ ਕੁੱਤੇ ਨੂੰ ਸਤਨਾਮ ਮੁਖ ਤੋਂ ਉਚਾਰਨ ਕੀਤਾ, ਨਾਮ ਦਾ ਉਚਾਰਨ ਕਰਕੇ ਜਲ ਦਾ ਛੱਟਾ ਮਾਰਿਆ, ਉਹਦੇ ਵਿੱਚੋਂ ਪ੍ਰਕਾਸ਼ ਵਾਲੀ ਦੇਹੀ ਨਿਕਲੀ। ਕਹਿੰਦਾ ਹੈ ਗੋਪਾਲ ਚੰਦ ਪੰਡਿਤ, ਮੈਂ ਤੇਰਾ ਦਾਦਾ ਹਾਂ, ਵਿਸ਼ਨ ਦੱਤ ਪੰਡਿਤ। ਕਹਿੰਦਾ ਮੈਂ ਤੇਰਾ ਦਾਦਾ, ਤੂੰ ਮੈਨੂੰ ਪਹਿਚਾਣਿਆ ਨਹੀਂ, ਮੈਂ ਤੇਰਾ ਦਾਦਾ ਹਾਂ। ਜਿਵੇਂ ਤੂੰ ਹੰਕਾਰ ਕਰਦਾ ਨਾ, ਵੇਦਾਂ ਦਾ ਸ਼ਾਸਤਰਾਂ ਦੇ ਪੜ੍ਹੀ ਹੋਈ ਵਿਦਿਆ ਦਾ ਮਾਣ ਕਰਦਾ, ਏਦਾਂ ਮੈਂ ਵੀ ਬੜਾ ਸਿਰੇ ਦਾ ਹੰਕਾਰੀ ਸਾਂ। ਤੇ ਮਹਾਤਮਾ ਦੇ ਨਾਲ ਮੇਰਾ ਵਾਹ ਪਿਆ ਸੀ, ਉਹਨੇ ਸਰਾਪ ਦਿੱਤਾ ਸੀਗਾ ਕਿ ਐਵੇਂ ਤੂੰ ਬਾਰ-ਬਾਰ ਕੁੱਤੇ ਦੀ ਤਰ੍ਹਾਂ ਭੌਂਕੀ ਜਾਣਾ, ਜਾਂ ਕੌਤੇ ਦੇ ਜੂਨ ਦੇ ਵਿੱਚ ਪੈ। ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦੇ ਸਰਾਪ ਕਰਕੇ ਮੈਨੂੰ ਕੁੱਤਾ ਬਣਨਾ ਪਿਆ। ਅਜੇ ਤੱਕ ਉਧਾਰ ਨਹੀਂ ਹੋ ਸਕਿਆ। ਤੇ ਹੁਣ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ ਐ। ਤੂੰ ਵੀ ਐਵੇਂ ਕਿਤੇ ਭੁੱਲ ਕਰਕੇ ਕੁਰਾਹੇ ਨਾ ਪੈ ਜਾਵੇਂ, ਜੂਨਾਂ ਦੇ ਵਿੱਚ ਨਾ ਤੈਨੂੰ ਕਿਤੇ ਭਟਕਣਾ ਪਵੇ, ਆਪਣਾ ਉਧਾਰ ਕਰਾ ਲੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਫਿਰ ਚਰਨਾਂ ਤੇ ਟਹਿ ਕਰਕੇ ਨਮਸਕਾਰ ਕੀਤੀ ਸੀ। ਭੁੱਲ ਬਖਸ਼ਾਈ ਸੀ। ਮਹਾਰਾਜ ਜੀ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਸੀ। ਇਸ ਕਰਕੇ ਹਜੂਰ ਕਹਿੰਦੇ ਗੁਰ ਬਿਨ ਘੋਰ ਅੰਧਾਰ। ਜਿੰਨੇ ਮਰਜੀ ਵੇਦਾਂ ਦਾ ਸ਼ਾਸਤਰਾਂ ਦਾ ਗਿਆਨ ਮਿਲ ਜਾਵੇ, ਪਰ ਅਗਿਆਨ ਦਾ ਅਵਰਨ ਦਾ ਪਿਆ ਹੋਇਆ ਪੜਦਾ ਗੁਰੂ ਕਿਰਪਾ ਤੋਂ ਬਿਨਾਂ ਨਹੀਂ ਕਦੇ ਲੱਥ ਸਕਦਾ। ਤੇ ਸਾਧ ਸੰਗਤ ਜੀ, ਹਰੀ ਲਾਲ ਕ੍ਰਿਸ਼ਨ ਲਾਲ ਇਹ ਜੋ ਕਾਂਸ਼ੀ ਤੋਂ ਚੱਲ ਕਰਕੇ ਆਏ ਸਨ, ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ, ਭਾਵੇਂ ਸਾਰੀ ਇਹਨਾਂ ਨੇ ਵਿਦਿਆ ਪੜ੍ਹ ਲਈ ਸੀ, ਪਰ ਮਨ ਨਹੀਂ ਸੀ ਸ਼ਾਂਤ ਹੁੰਦਾ। ਤੇ ਹਜੂਰ ਨੇ ਸਾਧ ਸੰਗਤ ਜੀ ਜਿਹੜਾ ਸ਼ਬਦ ਉਚਾਰਨ ਕੀਤਾ ਸੀ ਨਾ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਰ ਪੂਜਿਸ ਬਗਲ ਸਮਾਦੰ, ਮੁਖ ਝੂਠ ਬਿਭੂਖਨ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ। ਇਹ ਚਤੁਰ ਸ਼ਲੋਕੀ ਗੀਤ ਹੈ, ਇਹਨੂੰ ਵੀ ਕਿਹਾ ਜਾਂਦਾ ਹੈ। ਇਸ ਨਾਮ ਦੇ ਨਾਲ ਵੀ ਜਾਣੇ ਜਾਂਦਾ ਹੈ। 4 ਸ਼ਲੋਕ ਉਚਾਰਨ ਕਰਕੇ ਕਾਂਸ਼ੀ ਵਿੱਚ ਮਹਾਰਾਜ ਸਾਹਿਬ ਜੀ ਨੇ ਉਹਦਾ ਉਧਾਰ ਕੀਤਾ ਸੀਗਾ। ਤੇ ਆਪਣੇ ਪੁਸਤਕਾਲੇ ਦੇ ਵਿੱਚ ਗੋਪਾਲ ਚੰਦ ਪੰਡਿਤ ਨੇ ਸ਼ਬਦ ਸਾਂਭ ਕਰਕੇ ਰੱਖੇ ਸਨ। ਜਦੋਂ ਇਹਨਾਂ ਦੇ ਅੱਗੇ ਪੋਤਰੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਉਹਨਾਂ ਨੇ ਸ਼ਬਦ ਪੜ੍ਹੇ ਤੇ ਮਨ ਬੜਾ ਸ਼ਾਂਤ ਹੋ ਗਿਆ। ਫਿਰ ਪਤਾ ਲੱਗਾ ਕਿ ਕਿਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਹੁਣ ਉਹਨਾਂ ਦੇ ਥਾਂ ਤੇ 5ਵੇਂ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀਵਾਂ ਦਾ ਉਧਾਰ ਕਰ ਰਹੇ ਨੇ। ਉਸ ਸਮੇਂ ਮਹਾਰਾਜ ਜੀ ਰਾਮਸਰ ਸਾਹਿਬ ਵਾਲੇ ਪਾਵਨ ਅਸਥਾਨ ਤੇ ਭਾਈ ਗੁਰਦਾਸ ਸਾਹਿਬ ਜੀ ਤੋਂ ਗੁਰਬਾਣੀ ਲਿਖਵਾ ਰਹੇ ਸਨ। ਜਦੋਂ ਹਰੀ ਲਾਲ ਤੇ ਕ੍ਰਿਸ਼ਨ ਲਾਲ ਚੱਲ ਕੇ ਆਏ ਨੇ, ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਪਾਏ। ਹਜੂਰ ਨੇ ਸੁਖ ਸ਼ਾਂਤੀ ਪੁੱਛੀ ਹੈ ਤੇ ਫਿਰ ਕਹਿਣ ਲੱਗੇ, ਹੇ ਮਹਾਰਾਜ ਕਿਰਪਾ ਕਰੋ, ਸਾਨੂੰ ਐਸਾ ਉਪਦੇਸ਼ ਬਖਸ਼ੋ ਜਿਸ ਕਰਕੇ ਮਹਾਰਾਜ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ।
ਮਹਾਰਾਜ ਐਸਾ ਕਿਰਪਾ ਕਰਕੇ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰੋ। ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹ ਭੇਟ ਕੀਤਾ ਜਿਹੜੇ ਸ਼ਲੋਕ ਲੈ ਕਰਕੇ ਆਏ ਸਨ ਮਹਾਰਾਜ। ਜਿਵੇਂ ਵੱਡੇ ਸਤਿਗੁਰੂ ਜੀ ਸਾਡੇ ਪੁਰਖਿਆਂ ਦਾ ਉਧਾਰ ਕਰਦੇ ਰਹੇ, ਤਿਵੇਂ ਸਾਡਾ ਵੀ ਉਧਾਰ ਕਰ ਦੇਵ। ਤੇ ਫਿਰ ਹਰੇ ਲਾਲ ਤੇ ਕ੍ਰਿਸ਼ਨ ਲਾਲ ਦੇ ਬੇਨਤੀ ਕਰਨੇ ਤੇ ਸਤਿਗੁਰੂ ਜੀ ਨੇ ਸਹਿਸਕ੍ਰਿਤੀ ਦੇ ਜਿਹੜੇ ਸ਼ਲੋਕ ਉਚਾਰਨ ਕੀਤੇ ਸਨ। ਕਤੰਚ ਮਾਤਾ ਕਤੰਚ ਪਿਤਾ, ਇਹ ਜਿਹੜੇ ਸ਼ਲੋਕ ਸਹਿਸਕ੍ਰਿਤੀ ਦੇ ਆ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਰੀ ਲਾਲ ਕ੍ਰਿਸ਼ਨ ਲਾਲ ਦੇ ਬੇਨਤੀ ਕਰਨ ਤੇ ਉਚਾਰਨ ਕੀਤੇ ਸਨ। ਦੇਖ ਲਓ, ਭਾਵੇਂ ਸਾਰੀ ਵਿਦਿਆ ਪੜ੍ਹੇ ਹੋਏ ਸਨ, ਪਰ ਅਗਿਆਨ ਦਾ ਜਿਹੜਾ ਪੜਦਾ ਹੈ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਹੀ ਕੱਟਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਿਆਨ ਨੂੰ ਦੂਰ ਕਰਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ ਸੀ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਗੁਰ ਬਿਨ ਘੋਰ ਅੰਧਾਰ। ਹੇ ਗੁਰਸਿੱਖੋ, ਪੂਰੇ ਸਤਿਗੁਰੂ ਤੋਂ ਬਿਨਾਂ ਹਿਰਦੇ ਦੇ ਅੰਦਰ ਅਗਿਆਨ ਦਾ ਘੋਰ ਭਿਆਨਕ ਹਨੇਰਾ ਹੀ ਬਣਿਆ ਰਹਿੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ ਤਾਂ ਹਿਰਦੇ ਅੰਦਰ ਪ੍ਰਕਾਸ਼ ਹੁੰਦਾ ਹੈ। ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਜਿਹੜੇ ਹੰਕਾਰੀ ਜੀਵ ਪੂਰੇ ਸਤਿਗੁਰੂ ਜੀ ਦੀ ਚੇਤਨਤਾ ਮਹਾਰਾਜ ਜੀ ਨੂੰ ਚੇਤੇ ਨਹੀਂ ਕਰਦੇ। ਨਾਨਕ ਗੁਰੂ ਨਾ ਚੇਤਨੇ, ਜਿਹੜੇ ਸਤਿਗੁਰੂ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਕਰਕੇ ਚੇਤੇ ਨਹੀਂ ਕਰਦੇ, ਭਾਵਨਾ ਦੇ ਨਾਲ ਮਹਾਰਾਜ ਸਿਵ ਜੀ ਦਾ ਸਿਮਰਨ ਨਹੀਂ ਕਰਦੇ। ਮਨ ਆਪਣੇ ਸੁਚੇਤ। ਆਪਣੇ ਮਨ ਦੇ ਵਿੱਚ ਇਉਂ ਹੀ ਮਨ ਕਰਕੇ ਬੈਠੇ ਹਨ ਕਿ ਅਸੀਂ ਬੜੇ ਸੁਚੇਤ ਹਾਂ, ਅਸੀਂ ਬੜੇ ਚਤੁਰ ਚਲਾਕ ਹਾਂ, ਅਸੀਂ ਬੜੇ ਸਿਆਣਪਾਂ ਵਾਲੇ ਹਾਂ, ਸਾਨੂੰ ਨਾਮ ਜਪਣ ਦੀ ਲੋੜ ਨਹੀਂ ਹੈ, ਅਸੀਂ ਤਾਂ ਬੜੇ ਸੂਝਵਾਨ ਹਾਂ, ਨਾਮ ਤਾਂ ਜਪੀ ਦਾ ਗਿਆਨ ਦੀ ਪ੍ਰਾਪਤੀ ਕਰਕੇ, ਸਾਡੇ ਵਰਗਾ ਗਿਆਨਵਾਨ ਕੌਣ ਹੈ। ਇਹ ਮਨ ਵਿੱਚ ਹੰਕਾਰ ਕੀਤਾ ਜਾਂਦਾ ਹੈ। ਮਹਾਰਾਜ ਕਹਿੰਦੇ ਐਸੇ ਜਿਹੜੇ ਅਚੇਤ ਜੀਵ ਹਨ, ਛੁੱਟੇ ਤਿਲ ਬੁਆੜ ਜਿਉ। ਉਹਨਾਂ ਸਾਖਤ ਜੀਵਾਂ ਦਾ ਜੀਵਨ ਅਜਿਹਾ ਹੈ ਜਿਵੇਂ ਤਿਲਾਂ ਦੇ ਖੇਤ ਦੇ ਵਿੱਚ ਬੁਆੜ ਬੂਟਾ ਹੁੰਦਾ, ਉਹਨਾਂ ਨੂੰ ਛੁੱਟੜ ਕਰ ਦਿੱਤਾ ਜਾਂਦਾ ਹੈ। ਭਾਵ ਆਪ ਬਜ਼ੁਰਗ ਬੈਠੇ ਹੋ ਸਾਧ ਸੰਗਤ ਜੀ, ਤਿਲਾਂ ਦਾ ਜਿਹੜਾ ਖੇਤ ਹੁੰਦਾ ਹੈ ਨਾ, ਉਹਨਾਂ ਦੇ ਵਿੱਚ ਕਈ ਵਾਰ ਫੋਕ ਹੁੰਦਾ ਹੈ। ਉਹ ਭਾਵੇਂ ਸਿੱਟੇ ਵੀ ਬਣ ਜਾਂਦੇ ਆ, ਫੁੱਲ ਵੀ ਬਣ ਜਾਂਦੇ ਆ, ਪਰ ਅੰਦਰ ਉਹਨਾਂ ਦੇ ਜਿੱਦਾਂ ਕਾਲਖ ਹੁੰਦੀ ਨਾ, ਕਾਲਖ ਦੀ ਤਰ੍ਹਾਂ ਭਸਮ ਜੀ ਸਵਾਹ ਦੀ ਤਰ੍ਹਾਂ ਉਹਨਾਂ ਦੇ ਪੈਦਾ ਹੁੰਦੀ, ਫਲ ਨਹੀਂ ਲੱਗਦਾ। ਫੁੱਲ ਵੀ ਬਣ ਜਾਂਦੀ, ਸਿੱਟਾ ਵੀ ਬਣ ਜਾਂਦਾ, ਪਰ ਫਲ ਨਹੀਂ ਬਣਦਾ, ਉਹ ਸਵਾਹ ਜੀ ਵਿੱਚੋਂ ਨਿਕਲਦੀ ਹੈ। ਉਹਨਾਂ ਨੂੰ ਬੁਆੜ ਕਿਹਾ ਜਾਂਦਾ, ਭਾਵ ਕਿ ਜਿਹੜੇ ਖਾਲੀ ਹੈ, ਖੋਖਾ ਹੈ, ਕਿਸੇ ਕੰਮ ਦੇ ਨਹੀਂ ਹੈ। ਤੇ ਹਜੂਰ ਕਹਿੰਦੇ ਹਨ, ਛੁੱਟੇ ਤਿਲ ਬੁਆੜ ਜਿਉ। ਉਹ ਜਿਹੜਾ ਉਹਨਾਂ ਦਾ ਮਾਲਕ ਜੋ ਕਿਰਸਾਨ ਹੁੰਦਾ ਹੈ ਨਾ, ਉਹ ਵੀ ਉਹਨਾਂ ਨੂੰ ਛੁੱਟੜ ਕਰ ਦਿੰਦਾ, ਵੱਢਦਾ ਹੀ ਨਹੀਂ ਹੈ, ਕਹਿੰਦਾ ਇੱਥੇ ਰਹੋ ਤੁਸੀਂ। ਹਜੂਰ ਉਹਨਾਂ ਦਾ ਉਦਾਹਰਣ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਸੁਣੇ ਅੰਦਰ ਖੇਤ। ਉਹ ਖੇਤਾਂ ਦੇ ਵਿੱਚ ਸੁੰਨੇ ਰਹਿ ਜਾਂਦੇ ਐ, ਖਾਲੀ ਰਹਿ ਜਾਂਦੇ ਐ, ਉਹਨਾਂ ਨੂੰ ਫਲ ਹੀ ਨਹੀਂ ਲੱਗਦਾ। ਫਲ ਨਾ ਲੱਗਣੇ ਕਰਕੇ ਫਿਰ ਸਾਧ ਸੰਗਤ ਜੀ ਕਿਸਾਨ ਵੀ ਉਹਨਾਂ ਦੀ ਸਾਂਭ ਨਹੀਂ ਕਰਦਾ, ਉਹਨਾਂ ਦਾ ਮਾਲਕ ਨਹੀਂ ਉਹਨਾਂ ਨੂੰ ਸਾਂਭਣਾ ਕਰਦਾ। ਛੁੱਟੇ ਤਿਲ ਬੁਆੜ ਜਿਉ ਖੇਤ ਅੰਦਰ। ਮਹਾਰਾਜ ਕਹਿੰਦੇ ਕਿ ਖੇਤ ਦੇ ਵਿੱਚ ਉਸੇ ਤਰ੍ਹਾਂ ਸੁੰਨੇ ਰਹਿ ਜਾਣਾ ਕਰਦੇ ਹਨ। ਖੇਤ ਅੰਦਰ ਛੁੱਟਿਆ। ਫਿਰ ਹਜੂਰ ਅੱਗੇ ਫਰਮਾਉਂਦੇ ਹਨ ਕਿ ਖੇਤਾਂ ਦੀ ਵੀ ਛੁੱਟਿਆ ਹੋਇਆ, ਭਾਵ ਛੁੱਟੜ ਬਣ ਕਰਕੇ। ਕਹੋ ਨਾਨਕ ਸੋ ਨਾਹ। ਕਿਉਂ ਛੁੱਟੜ ਰਹਿ ਜਾਂਦੇ ਆ? ਕਿਉਂਕਿ ਉਹਨਾਂ ਦਾ ਨਾਹ ਕੋਈ ਮਾਲਕ ਹੀ ਨਹੀਂ ਹੋਣਾ ਕਰਦਾ। ਜਿਹੜਾ ਮਾਲਕ ਸੀ ਉਹ ਵੀ ਉਹਨਾਂ ਨੂੰ ਛੱਡ ਦਿੰਦਾ ਕਿ ਛੁੱਟੜ ਹੈ, ਇਹ ਤਾਂ ਖਾਲੀ ਹੈ, ਇਹ ਤਾਂ ਕੇਵਲ ਭਸਮੀ ਹੈ, ਇਹਦੇ ਵਿੱਚ ਕਿਹੜਾ ਫਲ ਹੈ, ਇਹਦਾ ਕੋਈ ਲਾਭ ਨਹੀਂ ਹੈ, ਉਦਾਂ ਹੀ ਉਹਨਾਂ ਨੂੰ ਰਹਿ ਦਿੱਤਾ ਜਾਂਦਾ। ਮਹਾਰਾਜ ਕਹਿੰਦੇ ਹਨ, ਕਹੋ ਨਾਨਕ ਸੋ ਨਾਹ। ਨਾਹ ਮਾਲਕ ਦਾ ਨਾਮ ਹੈ, ਤੇ ਨਾਹ ਨਾਮ ਪਤੀ ਦਾ ਵੀ ਗੁਰਬਾਣੀ ਵਿੱਚ ਆਇਆ। ਕੁਝ ਵਿਦਵਾਨਾਂ ਨੇ ਸਾਧ ਸੰਗਤ ਦੇ ਇਸ ਪੰਕਤੀ ਦੀ ਅਰਥ ਕੀਤੀ, ਕਹਿੰਦੇ ਹਨ, ਕਹੋ ਨਾਨਕ ਸੋ ਨਾਹ। ਜਿਹੜੇ ਏਦਾਂ ਦੇ ਜੀਵ ਹੁੰਦੇ ਆ ਨਾ ਛੁੱਟੜ, ਉਹ ਤੋਹਾਂ ਦੀ ਤਰ੍ਹਾਂ, ਕੇਵਲ ਭਸਮ ਤਿਲਾਂ ਦੇ ਬੂਟਿਆਂ ਦੀ ਤਰ੍ਹਾਂ ਜਿਹੜੇ ਛੁੱਟੜ ਜੀਵ ਹੁੰਦੇ ਆ ਨਾ, ਉਹਨਾਂ ਦੇ ਕਹਿੰਦੇ ਸੌ ਨਾਹ, ਸੈਂਕੜੇ ਮਾਲਕ ਹੁੰਦੇ ਆ, ਭਾਵ ਕੋਈ ਅਸਲ ਨਹੀਂ ਮਾਲਕ ਹੁੰਦਾ। ਜਿਵੇਂ ਕੋਈ ਕਿਸੇ ਨੂੰ ਪੀਰ ਬਣਾ ਲੈਂਦਾ, ਕੋਈ ਕਿਸੇ ਨੂੰ ਆਪਣਾ ਗੁਰੂ ਮੰਨ ਲੈਂਦਾ, ਕੋਈ ਕਿਸੇ ਦੇਵੀ ਦੇ, ਕੋਈ ਕਿਸੇ ਦੇਵਤੇ ਦਾ ਪੂਜਨ ਕਰਨ ਲੱਗ ਪੈਂਦਾ, ਏਦਾਂ ਮਹਾਰਾਜ ਕਹਿੰਦੇ ਹਨ ਸੈਂਕੜੇ ਆਪਣੇ ਮਾਲਕ ਬਣਾ ਲੈਂਦੇ ਆ,
ਹਰ ਅੰਤ ਸਮੇਂ ਕੋਈ ਵੀ ਉਹਨਾਂ ਵਿੱਚੋਂ ਬੌੜਦਾ ਨਹੀਂ, ਉਹਦੀ ਰੱਖਿਆ ਕਰਨ ਵਾਸਤੇ। ਸੋ ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਕਹੋ ਨਾਨਕ ਸੋ ਨਾਹ। ਕਹਿੰਦੇ ਹਨ ਕਿ ਉਹਨਾਂ ਦਾ ਨਾਜ ਜਿਹੜਾ ਮਾਲਕ ਹੈ ਕੋਈ ਵੀ ਨਹੀਂ ਬਣਨਾ ਕਰਦਾ। ਫਲੀਆ ਹੈ ਫੁੱਲੀਆ ਹੈ ਬਾਪੜੇ। ਉਹ ਦੇਖੋ ਭਾਵੇਂ ਫਲ ਦੇ ਵੀ ਉਹਨਾਂ ਨੂੰ ਫੁੱਲ ਵੀ ਲੱਗਦਾ ਹੈ ਤੇ ਫਲ ਵੀ ਲੱਗਦਾ ਹੈ ਬਾਪੜੇ, ਪਰ ਫਿਰ ਵੀ ਜਿਹੜੇ ਵਿਚਾਰੇ ਐਸੇ ਰੁਖੜੇ ਹਨ, ਭੀ ਤਨ ਵਿੱਚ ਸਵਾਹ। ਫਿਰ ਵੀ ਉਹਨਾਂ ਦੇ ਵਿੱਚ ਸਵਾਹੀ ਪੈਦਾ ਹੁੰਦੀ ਹੈ। ਸਾਧ ਸੰਗਤ ਜੀ ਪੂਰਾ ਫਲ ਨਹੀਂ ਲੱਗਦਾ। ਫਲ ਦਾ ਰੂਪ ਤਾਂ ਭਾਵੇਂ ਬਣ ਜਾਂਦੇ ਆ, ਫੁੱਲ ਵੀ ਲੱਗ ਜਾਂਦੇ, ਸੱਟੇ ਵੀ ਬਣ ਜਾਂਦੇ, ਪਰ ਅਸਲ ਜਿਹੜਾ ਹੁੰਦਾ ਹੈ ਨਾ, ਤਿਲ ਨਹੀਂ ਉਹਦੇ ਵਿੱਚ ਪੈਦਾ ਹੁੰਦਾ। ਗਰੀਬ ਨਵਾਜ ਮਹਾਰਾਜ ਫਰਮਾਉਂਦੇ ਅੰਤਰੀ ਭਾਵ ਦੇ ਵਿੱਚ ਫਿਰ ਇਹੀ ਮਹੱਲਾ ਪੜ੍ਹਨਾ ਕਰੋ ਜੀ। ਨਾ ਫਲੀਆ ਹੈ ਫੁੱਲੀਆ ਹੈ ਬਾਪੜੇ। ਮਹੱਲਾ ਪਹਿਲਾ। ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ। ਸਤਿਗੁਰੂ ਜੀ ਹੁਣ ਸੰਸਾਰ ਦੇ ਜੀਵਾਂ ਦੇ ਪਰਥਾਏ ਦੱਸ ਰਹੇ ਹਨ, ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚਿੰਤਨ ਨਹੀਂ ਕਰਦੇ, ਜੋ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਨੂੰ ਕਦੇ ਵੀ ਯਾਦ ਨਹੀਂ ਕਰਦੇ। ਨਾਨਕ ਗੁਰੂ ਨਾ ਚੇਤਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਹੜੇ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦਾ ਚਿੰਤਨ ਨਹੀਂ ਕਰਦੇ, ਜਿਹੜੇ ਮਨਮੁਖ ਜੀਵ ਹਨ। ਮਨ ਆਪਣੇ ਸੁਚੇਤ। ਆਪਣੇ ਮਨ ਦੇ ਵਿੱਚ ਹੀ ਹਰ ਸਮੇਂ ਸੁਚੇਤ ਬਣ ਕੇ ਰਹਿੰਦੇ। ਅਸੀਂ ਬੜੇ ਗਿਆਨਵਾਨ, ਅਸੀਂ ਬੜੇ ਸੰਸਾਰ ਦੇ ਅੰਦਰ ਸੁਚੇਤ ਚਤੁਰ ਚਲਾਕ ਹਾਂ। ਛੁੱਟੇ ਤਿਲ ਬੁਆੜ ਜਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿਲਾਂ ਦੇ ਉਹ ਬੂਟੇ ਦੀ ਤਰ੍ਹਾਂ ਛੁੱਟੜ ਜੀਵ ਹਨ, ਉਹਨਾਂ ਦੀ ਕੋਈ ਵੀ ਬਾਂਹ ਨਹੀਂ ਫੜਦਾ। ਜਿਹੜੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਨਹੀਂ ਧਾਰਨ ਕਰਦੇ, ਸਤਿਗੁਰੂ ਜੀ ਦਾ ਚਿੰਤਨ ਨਹੀਂ ਕਰਦੇ। ਸੁਣੇ ਅੰਦਰ ਖੇਤ। ਸੰਸਾਰ ਰੂਪੀ ਖੇਤ ਦੇ ਵਿੱਚ ਜਾਣੋ ਕਿ ਸੁੰਨੇ ਹਨ, ਖਾਲੀ ਹਨ, ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੈ। ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਕਰਮ ਕਾਂਡ ਕਰਦੇ ਆ, ਜਿੰਨੇ ਮਰਜ਼ੀ ਸਾਧਨ ਕਰਦੇ ਆ, ਪਰ ਜਾਣੋ ਕਿ ਸੁੰਨੇ ਹਨ। ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਾ ਹੋਣੇ ਕਰਕੇ ਖਾਲੀ ਹਨ। ਖੇਤੈ ਅੰਦਰ ਛੁੱਟਿਆ। ਸੰਸਾਰ ਰੂਪੀ ਖੇਤ ਦੇ ਵਿੱਚ ਉਹਨਾਂ ਨੂੰ ਛੁੱਟੀਆਂ ਛੁੱਟੜ ਕਰਨੇ ਕਰਕੇ ਕਹੋ ਨਾਨਕ ਸੋ ਨਾਹ। ਹਜੂਰ ਕਹਿੰਦੇ ਹਨ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਉਹਨਾਂ ਦਾ ਕੋਈ ਮਾਲਕ ਨਹੀਂ ਬਣਦਾ, ਕਿਉਂਕਿ ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਤਾਂ ਹੀ ਮਹਾਰਾਜ ਕਹਿੰਦੇ ਨਿਗੁਰੇ ਬੰਦੇ ਦਾ ਨਾਮ ਲੈਣਾ ਵੀ ਮਾੜਾ ਹੈ, ਕਿਉਂਕਿ ਉਹਦਾ ਕੋਈ ਮਾਲਕ ਨਹੀਂ ਹੈ। ਉਹ ਉਦਾਂ ਹੀ ਤੁਰਿਆ ਫਿਰਦਾ, ਛੁੱਟੜ ਇਸ ਸੰਸਾਰ ਦੇ ਤੇਲਾਂ ਦੇ ਤੋਖਾਂ ਦੀ ਤਰ੍ਹਾਂ ਹੀ ਤੁਰਿਆ ਫਿਰਦਾ ਹੈ। ਕੋਈ ਉਹਦਾ ਲਾਭ ਨਹੀਂ ਸੰਸਾਰ ਵਿੱਚ ਆਉਣੇ ਦਾ, ਜੋ ਮਹਾਰਾਜ ਜੀ ਦੀ ਸ਼ਰਨ ਧਾਰਨ ਕਰਕੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ। ਫਲੀਆ ਹੈ ਫੁੱਲੀਆ ਹੈ ਬਾਪੜੇ। ਤੇ ਐਸੇ ਮਨਮੁਖ ਜੀਵਾਂ ਨੂੰ ਫਲੀਏ ਫਲ ਵੀ ਲੱਗਦਾ ਤੇ ਫੁੱਲ ਵੀ ਭਾਵੇਂ ਲੱਗਦਾ। ਸਾਖਤ ਜੀਵਾਂ ਰੂਪ ਰੁੱਖਾਂ ਨੂੰ ਦੇਖ ਲਓ ਸਾਧ ਸੰਗਤ ਜੀ, ਫੁੱਲਾਂ ਦੀ ਤਰ੍ਹਾਂ ਭਾਵੇਂ ਘਰ ਦੇ ਵਿੱਚ ਧਨ ਪਦਾਰਥ ਵੀ ਮਿਲ ਜਾਂਦੇ ਹਨ, ਤੇ ਫਲਾਂ ਦੀ ਤਰ੍ਹਾਂ ਧੀਆਂ ਪੁੱਤਰ ਵੀ, ਪਰਿਵਾਰ ਵੀ ਭਾਵੇਂ ਵੱਡਾ ਬਣ ਜਾਂਦਾ ਹੈ, ਪਰ ਫਿਰ ਵੀ ਬੱਪੜੇ ਦੇਖਣਾ ਕਰੋ। ਭੀ ਤਨ ਵਿੱਚ ਸਵਾਹ। ਪਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਾ ਹੋਣੇ ਕਰਕੇ ਵਿਕਾਰਾਂ ਦੀ ਸਵਾਹ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ। ਫਲਦੇ ਵੀ ਹੈ, ਫੁੱਲਦੇ ਵੀ ਹੈ, ਪਰ ਔਗਣਾਂ ਦੀ ਪਾਪ ਕਰਮਾਂ ਦੀ ਸਵਾਹ ਉਹਨਾਂ ਦੇ ਹਿਰਦੇ ਵਿੱਚੋਂ ਜਾਂਦੀ ਨਹੀਂ ਹੈ। ਫਲੀਆ ਹੈ ਫੁੱਲੀਆ ਹੈ ਬੱਪੜੇ। ਫੁੱਲਾਂ ਦੀ ਤਰ੍ਹਾਂ ਭਾਵੇਂ ਬੜੀਆਂ ਸਿਆਣੀਆਂ ਗੱਲਾਂ ਵੀ ਕਰਦੇ ਨੇ, ਚਤੁਰ ਚਲਾਕੀਆਂ ਦੀਆਂ ਗੱਲਾਂ ਵੀ ਕਰਦੇ ਨੇ, ਤੇ ਫਲਾਂ ਦੀ ਤਰ੍ਹਾਂ ਭਾਵੇਂ ਕਹਿੰਦੇ ਕਿ ਅਸੀਂ ਪੁੰਨ ਦਾਨ ਵੀ ਕਰਦੇ ਆ, ਪਰ ਗੁਰੂ ਵਾਲੇ ਬਣਨ ਤੋਂ ਬਿਨਾਂ ਮਹਾਰਾਜ ਕਹਿੰਦੇ ਹਨ ਭੀ ਤਨ ਵਿੱਚ ਸਵਾਹ। ਫਿਰ ਵੀ ਹੰਕਾਰ ਰੂਪੀ ਸਵਾਹ ਹੀ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ, ਤੇ ਜਿਸ ਕਰਕੇ ਪ੍ਰਮਾਤਮਾ ਦੇ ਘਰ ਦੇ ਵਿੱਚ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੇ। ਪੌੜੀ। ਇਹ ਪੌੜੀ ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੈ। ਇਸ ਵਾਰ ਦੇ ਅੰਦਰ ਜਿੰਨੀਆਂ ਪੌੜੀਆਂ ਉਚਾਰਨ ਕੀਤੀਆਂ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹਨ। ਆਪੀ ਨੇ ਆਪ ਸਾਜਿਓ। ਸਾਧ ਸੰਗਤ ਜੀ, ਪੌੜੀ ਦੇ ਵਿੱਚ ਭਾਵ ਇਹ ਹੈ ਕਿ ਜਿਹੜਾ ਸਮੁੱਚਾ ਭਾਵ ਰੱਖਿਆ ਹੁੰਦਾ ਸ਼ਬਦ ਦਾ, ਸ਼ਲੋਕ ਤੇ ਮਹੱਲੇ ਮੂਲ ਰੂਪ ਦੇ ਵਿੱਚ ਉਚਾਰਨ ਕੀਤੇ ਹੁੰਦੇ ਆ। ਪੌੜੀ ਦੇ ਵਿੱਚ ਸਾਰਾ ਸਿਧਾਂਤ ਕਿ ਸਮੁੱਚਾ ਭਾਵ, ਜਿਵੇਂ ਸ਼ਬਦ ਦੀ ਰਹਾਉ ਦੀਆਂ ਤੁਕਾਂ ਵਿੱਚ ਹੁੰਦਾ ਹੈ ਨਾ ਸ਼ਬਦ ਦਾ ਸਾਰਾ ਭਾਵ, ਇਸੇ ਤਰ੍ਹਾਂ ਪੌੜੀ ਦੇ ਵਿੱਚ ਮਹਾਰਾਜ ਸ਼ਲੋਕ ਤੇ ਮਹੱਲੇ ਦਾ ਸਮੁੱਚਾ ਭਾਵ ਰੱਖਦੇ ਆ।
ਤੇ ਜਦੋਂ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ, हे ਮਹਾਰਾਜ, ਅਕਾਲ ਪੁਰਖ ਪਰਮੇਸ਼ਰ ਨੇ ਕਿਵੇਂ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ? ਮਹਾਰਾਜ ਆਪ ਤਾਂ ਕਹਿੰਦੇ ਕਿ ਸ਼ੁੱਧ ਸਰੂਪ ਹੈ ਪਰਮਾਤਮਾ ਦਾ, ਤੇ ਹਜੂਰ ਕਹਿੰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁੱਧ ਸਰੂਪ ਹੈ। ਔਰ हे ਸ਼ੇਖ ਬ੍ਰਹਮ ਫਰੀਦ, ਪਰਮਾਤਮਾ ਦੀ ਵਿਚਿੱਤਰਤਾ ਨੂੰ ਕੋਈ ਜਾਣ ਨਹੀਂ ਸਕਦਾ। ਸਤਿਗੁਰੂ ਜੀ ਪੌੜੀ ਅੰਦਰ ਉਪਦੇਸ਼ ਦਿੰਦੇ ਹਨ, ਆਪੀ ਨੇ ਆਪ ਸਾਜਿਓ। ਅਕਾਲ ਪੁਰਖ ਪਰਮਾਤਮਾ ਨੇ ਆਪਣੇ ਸਰੂਪ ਤੋਂ ਆਪ ਹੀ ਸ੍ਰਿਸ਼ਟੀ ਨੂੰ ਸਿਰਜਿਆ ਹੈ। ਆਪੀ ਨੇ ਰਚਿਓ ਨਾਉ। ਤੇ ਆਪ ਹੀ ਪਰਮਾਤਮਾ ਨੇ ਨਾਮਾਂ ਦੀ ਰਚਨਾ ਕੀਤੀ ਹੈ। ਬੇਅੰਤ ਪਰਮੇਸ਼ਰ ਦੇ ਨਾਮ ਹਨ। ਬੇਅੰਤ ਤਰ੍ਹਾਂ ਦੇ ਸੰਸਾਰ ਦੇ ਜੀਵ ਜੰਤੂ ਹਨ। ਭਾਵੇਂ 84 ਲੱਖ ਜੂਨਾਂ ਚਾਰ ਖਾਣੀਆਂ ਵਿੱਚ ਪੈਦਾ ਕੀਤੀਆਂ, ਪਰ ਇੱਕ ਇੱਕ ਜੂਨ ਦੇ ਵਿੱਚ ਕਿੰਨੀਆਂ ਕਿੰਨੀਆਂ ਜਾਤੀਆਂ ਪ੍ਰਜਾਤੀਆਂ ਨੇ। ਕਿਹੋ ਜਿਹੇ ਉਹਨਾਂ ਦੇ ਰੰਗ ਢੰਗ ਹਨ, ਕਿੱਦਾਂ ਕਿੱਦਾਂ ਉਹਨਾਂ ਦੇ ਨਾਮ ਹਨ। ਇਹ ਰੰਗਾ ਰੰਗਾਂ ਦੀ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਸੰਸਾਰ ਦੇ ਜੀਵਾਂ ਦੀ ਇਹ ਸ੍ਰਿਸ਼ਟੀ ਨੂੰ ਜੋ ਪੈਦਾ ਕੀਤਾ ਹੈ, ਮਹਾਰਾਜ ਕਹਿੰਦੇ ਕੋਈ ਜਾਣ ਨਹੀਂ ਸਕਦਾ। ਆਪੀ ਨੇ ਆਪ ਸਾਜਿਓ। ਜਾਣੋ ਕਿ ਇੱਕ ਸਰੂਪ ਤੋਂ ਪਰਮਾਤਮਾ ਨੇ ਬਹੁਤੇ ਰੂਪ ਹੋਵਾ, ਅਨੇਕ ਹੈ ਫਿਰ ਏਕ ਹੈ। ਇਹ ਪਰਮਾਤਮਾ ਦੀ ਲੀਲਾ ਹੈ। ਜੋ ਸਰਗੁਣ ਸਰੂਪ ਧਾਰਨ ਕੀਤਾ, ਅਨੇਕਾਂ ਰੂਪ ਹਨ। ਫਿਰ ਜਦੋਂ ਚਾਹੇ ਮਹਾਪਰਲੋ ਕਰਕੇ ਸਾਰੀ ਸ੍ਰਿਸ਼ਟੀ ਨੂੰ ਸਮੇਟ ਲੈਂਦਾ, ਫਿਰ ਇੱਕੋ ਸਰੂਪ ਹੀ ਹੋ ਜਾਂਦਾ। ਫਿਰ ਇੱਕ ਆਪਣਾ ਸਰੂਪ ਹੀ ਪਰਮਾਤਮਾ ਦਾ ਰਹਿੰਦਾ ਹੈ। ਦੁਈ ਕੁਦਰਤ ਸਾਜੀ ਹੈ। ਦੋਏ ਹੀ ਕੁਦਰਤ ਸਾਜੀ ਹੈ। ਫਿਰ ਜਦੋਂ ਬੇਨਤੀ ਕੀਤੀ ਮਹਾਰਾਜ, ਉਹ ਤਾਂ ਸ਼ੁੱਧ ਸਰੂਪ ਹੈ, ਆਪਣੇ ਵਿੱਚ ਕਿੱਦਾਂ ਸ੍ਰਿਸ਼ਟੀ ਨੂੰ ਪੈਦਾ ਕਰ ਸਕਦਾ ਹੈ? ਤੇ ਮਹਾਰਾਜ ਕਹਿੰਦੇ ਸ਼ੁੱਧ ਸਰੂਪ ਹੈ। ਦੋਏ ਉਹਨੇ ਦੂਜੀ ਆਪਣੀ ਸ਼ਕਤੀ ਪੈਦਾ ਕੀਤੀ ਹੈ। ਇਹ ਜੜ ਮਾਇਆ ਦੇ ਵਿੱਚ ਆਪਣੀ ਚੇਤਨਤਾ ਪਾਕ ਕਰਕੇ ਪ੍ਰਬਲ ਮਾਇਆ ਦੁਆਰਾ ਹੀ ਸ੍ਰਿਸ਼ਟੀ ਨੂੰ ਰਚਨਾ ਕੀਤਾ ਹੈ। ਕਰ ਆਸਣ ਡਿਠੋ ਚਾਓ। ਤੇ ਸਾਰਿਆਂ ਘਟਾਂ ਘਟਾਂ ਦੇ ਵਿੱਚ ਆਸਣ ਚੌਂਕੜਾ ਲਗਾ ਕੇ ਪ੍ਰਮਾਤਮਾ ਬੜੇ ਉਤਸ਼ਾਹ ਦੇ ਨਾਲ ਜੀਵਾਂ ਨੂੰ ਦੇਖਦਾ ਪਿਆ ਹੈ। ਚੰਗੇ ਮੰਦੇ ਕਰਮਾਂ ਨੂੰ ਆਪ ਹੀ ਦੇਖਦਾ ਪਿਆ ਹੈ। ਜੀਵ ਦੇ ਕਰਮ ਕਰਤੂਤਾਂ ਨੂੰ ਦੇਖਦਾ ਹੈ, ਸੁਣਦਾ ਹੈ। ਮਹਾਰਾਜ ਕਹਿੰਦੇ ਐਸੀ ਹੈਰਾਨੀ ਜਨਕ ਲੀਲਾ ਪਰਮੇਸ਼ਰ ਦੀ। ਦਾਤਾ ਕਰਤਾ ਆਪ ਤੂੰ। हे ਪਰਮਾਤਮਾ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਸ਼੍ਰੋਮਣੀ ਦਾਤਾ ਹੈ, ਆਪ ਹੀ ਕਰਤਾ ਕਰਨਹਾਰਾ ਹੈ। ਤੁਸ ਦੇਵ ਹੈ ਕਰਹਿ ਪਸਾਓ। ਤੇ ਜਦੋਂ ਪਰਮਾਤਮਾ ਜੀਵ ਤੇ ਤੁਸ ਪ੍ਰਸੰਨ ਹੁੰਦਾ ਹੈ, ਤਰੁੱਠ ਜਾਂਦਾ ਹੈ, ਮਹਾਰਾਜ ਕਹਿੰਦੇ ਹਨ ਜੀਵ ਦੇ ਹਿਰਦੇ ਅੰਦਰ ਗਿਆਨ ਦਾ ਪਸਾਓ ਫੈਲਾ ਕਰ ਦਿੰਦਾ ਹੈ। ਤੁਸ ਦੇਵਹਿ ਕਰਹਿ ਪਸਾਓ। ਤੇ ਪਰਮਾਤਮਾ ਜਦੋਂ ਨਿਰਬੁੱਧ ਜੀਵਾਂ ਤੇ ਆਪ ਜੀ ਬਖਸ਼ਿਸ਼ ਕਰ ਦਿੰਦੇ ਹੋ ਨਾ, ਤਰੁੱਠ ਜਾਂਦੇ ਹੋ, ਫਿਰ ਮਹਾਰਾਜ ਤਰੁੱਠ ਕਰਕੇ ਸੰਸਾਰ ਦੇ ਜੀਵਨ ਮਾਨਸ ਜੀਵਨ ਦੀ ਦਾਤ ਦੇ ਕਰਕੇ ਪਸਾਰਾ ਬਖਸ਼ਿਸ਼ ਕਰ ਦਿੰਦੇ ਹੋ। ਤੁਸ ਦੇਵਹਿ ਕਰਹਿ ਪਸਾਓ। ਤੇ ਸਾਰੇ ਪਸਾਰੇ ਨੂੰ ਪਸਾਰਨ ਵਾਲੇ ਪਰਮਾਤਮਾ ਆਪ ਹੀ ਤਰੁੱਠ ਕਰਕੇ ਜੀਵ ਤੇ ਬਖਸ਼ਿਸ਼ ਕਰਨ ਵਾਲੇ ਹੋ। ਮਹਾਰਾਜ ਆਪ ਹੀ ਹਿਰਦੇ ਅੰਦਰ ਗਿਆਨ ਬਖਸ਼ਿਸ਼ ਕਰਨ ਵਾਲੇ ਹੋ। ਤੂੰ ਜਾਣੋਈ ਸਭ ਸੈ। हे ਪਰਮਾਤਮਾ, ਆਪ ਸਾਰੇ ਜੀਵਾਂ ਦੇ ਵਿੱਚ ਜਾਣੇ ਜਾਂਦੇ ਹੋ। ਤੂੰ ਜਾਣੋਈ ਸਭ ਸੈ। ਜਾਣੋਈ ਜਣਿਆ ਹੈ, ਸਭ ਨੂੰ ਪੈਦਾ ਕੀਤਾ ਪਰਮਾਤਮਾ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਤੂੰ ਆਪ ਹੈ। ਅਥਵਾ ਤੂੰ ਜਾਣੋਈ ਸਭ ਸੈ। हे ਸੰਸਾਰ ਭਰ ਦੇ ਸਭ ਜੀਵਾਂ ਦੇ ਅੰਦਰ ਵਰਤਣ ਵਾਲੇ ਸਰਵ ਵਿਆਪਕ ਪਰਮੇਸ਼ਰ ਜੀ, ਸਭ ਦੇ ਦਿਨਾਂ ਦੀ ਜਾਣਨ ਵਾਲੇ ਹੋ। ਮਹਾਰਾਜ ਭਲਿਆਂ ਦੀ ਬੁਰਿਆਂ ਦੀ ਪੀੜਾਂ ਨੂੰ ਆਪ ਹੀ ਪਹਿਚਾਨਣ ਵਾਲੇ ਹੋ। ਦੇ ਲੈ ਸਹਿ ਜਿੰਦ ਕਵਾਓ। ਕਵਾਓ ਨਾਮ ਹੁਕਮ ਦਾ ਹੈ। ਪਰਮਾਤਮਾ ਆਪਣਾ ਹੁਕਮ ਕਰਕੇ ਜੀਵਾਂ ਨੂੰ ਦੇਂਦੇ ਹੋ ਸੰਸਾਰ ਦੇ ਅੰਦਰ। ਇਹ ਜਿਹੜੀ ਸੰਸਾਰ ਦੇ ਅੰਦਰ ਪ੍ਰਾਰਬਧ ਜੀਵਾਂ ਨੂੰ ਦਿੱਤੀ ਹੋਈ ਹੈ। ਤੇ ਲੈਸਹਿ ਨਾਮ ਲੈਣ ਦਾ ਹੈ। ਜਦੋਂ ਕਵਾਓ ਹੁਕਮ ਕਰਦੇ ਜੀਵਾਂ ਤੋਂ ਦਾਤ ਜ਼ਿੰਦਗੀ ਜੀਵਾਂ ਤੋਂ ਖੋਹ ਲੈਂਦੇ ਹੋ। ਇਹ ਪਰਮਾਤਮਾ ਦੇ ਹੱਥਾਂ ਵਿੱਚ ਹੀ ਹੈ ਨਾ। ਜੀਵ ਦਾ ਕੋਈ ਆਪਣਾ ਚਾਰਾ ਥੋੜਾ। ਕਈ ਵਾਰ ਸਾਧ ਸੰਗਤ ਜੀ, ਬਾਲਕ ਦਾ ਜਨਮ ਹੁੰਦਿਆਂ ਹੀ ਮੌਤ ਹੋ ਜਾਂਦੀ ਹੈ। ਕਈ ਵਾਰ ਮਰਿਆ ਹੋਇਆ ਜਨਮ ਦਾ, ਮਾਤਾ ਦੇ ਗਰਭ ਦੇ ਵਿੱਚ ਉਹਨਾਂ ਚਿਰ ਸਵਾਸ ਚੱਲਦੇ, ਜਨਮ ਦਾ ਹੀ ਮਰਿਆ ਹੁੰਦਾ ਹੈ। ਕਈ ਵਾਰ ਜੰਮਦੇ ਸਾਰੀ ਮੌਤ ਹੋ ਜਾਂਦੀ ਹੈ। ਕਈ ਵਾਰ ਜਵਾਨੀ ਦੀ ਅਵਸਥਾ ਵਿੱਚ, ਤੇ ਨਹੀਂ ਤਾਂ ਬੁਢੇਪੇ ਵਿੱਚ, ਤਾਂ ਫਿਰ ਹੈ ਹੀ ਹੈ ਨਾ। ਪਰਮਾਤਮਾ ਦੇ ਲੈਸਹਿ ਜਿੰਦ ਕਵਾਓ। ਜਿੰਦ ਜਿਹੜੇ ਜਾਨ ਦਿੱਤੇ ਹੋਏ ਨਾ ਜੀਵਾਂ ਦੇ ਅੰਦਰ, ਮਹਾਰਾਜ ਤੁਹਾਡੇ ਹੁਕਮ ਕਰਕੇ ਹੈ। ਤੇ ਕਵਾਓ ਫਾਰਸੀ ਦੇ ਵਿੱਚ ਸਰੀਰ ਨੂੰ ਕਿਹਾ ਜਾਂਦਾ ਹੈ।
ਮਹਾਰਾਜ ਕਹਿੰਦੇ ਸਰੀਰ ਰੂਪੀ ਜਿਹੜਾ ਦੇਹ ਦਿੱਤੀ ਹੈ ਨਾ ਪ੍ਰਮਾਤਮਾ ਨੇ, ਉਹ ਵਾਹਿਗੁਰੂ ਨੇ ਤੁਰਟ ਕਰਕੇ ਬਖਸ਼ੀ ਹੈ। ਜਦੋਂ ਚਾਹੇ ਜੀਵਾਂ ਨੂੰ ਦੇ ਦਿੰਦਾ ਹੈ, ਜਦੋਂ ਚਾਹੇ ਜ਼ਿੰਦਗੀ ਖੋਹ ਲੈਂਦਾ ਹੈ। ਇਹ ਪ੍ਰਮਾਤਮਾ ਦੇ ਹੱਥਾਂ ਵਿੱਚ ਹੈ। ਤੇ ਕ ਵਾ ਤੇ ਉਹ, ਇਹ ਤਿੰਨਾਂ ਦੈਵੀ ਸ਼ਕਤੀਆਂ ਦਾ ਵਾਚਕ ਵੀ ਹੈ। ਸਾਧ ਸੰਗਤ ਜੀ, ਜਿਹੜਾ ਸੰਸਾਰ ਦੇ ਅੰਦਰ ਜੀਵਾਂ ਦਾ ਕਰਤਾ ਬ੍ਰਹਮਾ ਨੂੰ ਮੰਨਿਆ ਜਾਂਦਾ ਨਾ, ਹੈ ਭਾਵੇਂ ਪਰਮੇਸ਼ਰ ਹੈ, ਪਰ ਨਿਰਬੁੱਧ ਜੀਵ ਕਹਿੰਦੇ ਹਨ ਕਿ ਕਰਨਹਾਰ ਬ੍ਰਹਮਾ ਹੀ ਜੀਵਾਂ ਦੀ ਘਾੜਤ ਨੂੰ ਘੜਦਾ ਹੈ। ਔਰ ਉਹ ਨਾਮ ਵਿਸ਼ਨੂੰ ਦਾ ਹੈ, ਜੀਵਾਂ ਦੀ ਪਰਵਰਿਸ਼ ਕਰਦਾ ਹੈ। ਤੇ ਉਹ ਨਾਮ ਸਾਧ ਸੰਗਤ ਜੀ ਉਤਕ੍ਰਿਸ਼ਟ ਹੋਣੇ ਕਰਕੇ ਉਹ ਜੋ ਸ਼ਿਵ ਜੀ ਹੈ, ਭੋਲੇ ਨਾਥ ਹੈ, ਜੀਵਾਂ ਦੀ ਲੈਤਾ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਤਿੰਨਾਂ ਦੈਵੀ ਸ਼ਕਤੀਆਂ ਨੂੰ ਵੀ ਚਲਾਉਣ ਵਾਲਾ, ਤੇ ਇਹਨਾਂ ਨੂੰ ਸੰਸਾਰ ਦੀ ਖੇਡ ਦੇ ਵਿੱਚ ਲਗਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਕਰ ਆਸਣ ਡਿਠੋ ਚਾਓ। ਸਮਾਪਤੀ ਦੀਆਂ ਪੰਕਤੀਆਂ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਉਹ ਪਰਮਾਤਮਾ ਆਪ ਹੀ ਸੰਸਾਰ ਦੇ ਜੀਵਾਂ ਦੇ ਹਿਰਦਿਆਂ ਦੇ ਅੰਦਰ ਆਸਣ ਲਗਾ ਕਰਕੇ ਚਾਉ ਦੇ ਨਾਲ, ਉਤਸ਼ਾਹ ਦੇ ਨਾਲ ਦੇਖਦਾ ਪਿਆ ਹੈ। ਕਰ ਆਸਣ ਡਿਠੋ ਚਾਓ। ਹੇ ਜੀਵਾ, ਉਤਸ਼ਾਹ ਦੇ ਨਾਲ ਪਰਮਾਤਮਾ ਨੂੰ ਦੇਖ, ਵਿਚਾਰ ਰੂਪੀ ਨਿਗਾਹ ਦੇ ਨਾਲ ਤੇਰੇ ਹਿਰਦੇ ਘਰ ਦੇ ਵਿੱਚ ਉਹ ਆਸਣ ਲਾ ਕੇ ਬੈਠਾ ਹੋਇਆ, ਚੌਂਕੜਾ ਲਗਾ ਕਰਕੇ ਬੈਠਾ ਹੈ। ਪਰ ਤੇਰੇ ਮਨ ਬੁੱਧ ਰੂਪ ਨੇਤਰਾਂ ਵਿੱਚ ਭਰਮ ਦੇ ਫੋਲੇ ਪੈਣੇ ਕਰਕੇ ਰੱਬ ਦਿਸਦਾ ਨਹੀਂ ਹੈ। ਵਿਚਾਰ ਰੂਪੀ ਨਿਗਾਹ ਤਾਂ ਧਾਰਨ ਕਰ, ਵਿਚਾਰ ਦੀਆਂ ਐਨਕਾਂ ਤਾਂ ਲਗਾ ਕਰਕੇ ਦੇਖ, ਫਿਰ ਦੂਰੋਂ ਹੀ ਪਰਮਾਤਮਾ ਤੈਨੂੰ ਨਜ਼ਰ ਆਵੇਗਾ। ਫਿਰ ਪ੍ਰਮਾਤਮਾ ਤੈਨੂੰ ਸਭ ਥਾਵਾਂ ਤੇ ਦਿਖੇਗਾ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਇਥੋਂ ਤੱਕ ਅੱਜ ਸਾਧ ਸੰਗਤ ਜੀ ਪਹਿਲੇ ਸ਼ਬਦ ਦੀ ਸਮਾਪਤੀ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਤਿਗੁਰੂ ਜੀ ਦੀ ਜੋ ਪਵਿੱਤਰ ਵਿਚਾਰ ਹੈ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਤੂੰ ਜਾਣੋਈ ਸਭ ਸੈ, ਦੇ ਲਹਿ ਸਹਿ ਜਿੰਦ ਕਵਾਓ। ਕਰ ਆਸਣ ਡਿਠੋ ਚਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।